ਕਹਿੰਦੇ ਨੇ ਜੋ ਗੱਲ ਉਹਨਾਂ ਨੇ ਕਹੀ ਹੈ ਉਸ ਦੇ ਉੱਤੇ ਉਹ ਖਰੇ ਉਤਰਦੇ ਨੇ ਜਾਂ ਇਹ ਵੀ ਸਿਰਫ ਤੇ ਸਿਰਫ ਖਾਨਾ ਪੂਰਤੀ ਜਿਹੀ ਲੱਗਦੀ ਹੈ। 6 ਮਹੀਨੇ ਦਾ ਰਾਸ਼ਨ ਟਰਾਲੀਆਂ ਦੇ ਵਿੱਚ 6 ਮਹੀਨੇ ਦਾ ਰਾਸ਼ਨ ਪਾਇਆ ਹੋਇਆ ਹੈ। ਅਸੀਂ ਲੈ ਕੇ ਜਾਣੀਆਂ ਨਾਲ ਆਪਾਂ ਉਦੋਂ ਤੱਕ ਨਹੀਂ ਆਵਾਂਗੇ ਜਦੋਂ ਤੱਕ ਸਾਡੇ ਕਾਲੇ ਬਿੱਲ ਜਿਹੜੇ ਮੋਦੀ ਨੇ ਸਾਡੇ ਤੇ ਥੋਪੇ ਆ ਵਾਪਸ ਨਹੀਂ ਲੈਣਗੇ। ਆਪਾਂ ਉਦੋਂ ਤੱਕ ਵਾਪਸ ਨਹੀਂ ਆਵਾਂਗੇ। ਇਹ ਅਸੀਂ ਪੜਨ ਕਰਕੇ ਆਏ, ਸਿਰ ਤੇ ਖੱਪਰ ਬਣ ਕੇ ਆਏ ਆ। ਆਪਾਂ ਵਾਪਸ ਨਹੀਂ ਆਵਾਂਗੇ। ਮੋਦੀ ਸਰਕਾਰ ਨੂੰ ਬੇਨਤੀ ਕਰਨੀ ਚਾਹੁੰਦੇ, ਅਸੀਂ ਤੇਰੇ ਕੋਲ ਕੁਛ ਨਹੀਂ ਮੰਗਦੇ, ਆਪਣੀ ਜ਼ਮੀਨਾਂ ਦੇ ਹੱਕ ਮੰਗਦੇ, ਅਸੀਂ ਤੇਰੇ ਕੋਲ ਨੌਕਰੀ ਨਹੀਂ ਮੰਗਦੇ। ਸਾਡੇ ਪੜ੍ਹੇ ਲਿਖੇ ਬੱਚੇ ਬੇਰੁਜ਼ਗਾਰ, ਮੈਂ BA ਪੜ੍ਹਿਆ, ਦਿਹਾੜੀਆਂ ਲਾਉਣ ਡਿਆ। ਅਸੀਂ ਮੋਦੀ ਸਰਕਾਰ ਦੀ ਟਰੈਕਟ ਸਰਕਾਰ ਜਾਵਾਂਗੇ। ਹਰਿਆਣਾ ਸਰਕਾਰ ਨਾਲ ਕੋਈ ਦੁਸ਼ਮਣੀ ਨਹੀਂ, ਪੰਜਾਬ ਪੁਲਿਸ ਨਾਲ ਕੋਈ ਦੁਸ਼ਮਣੀ ਨਹੀਂ। ਇਹ ਪੁਲਿਸ ਨੂੰ ਟਿੱਪਰ ਨੂੰ ਧੱਕਾ ਲਾਉਣ ਲੱਗੇ ਨੇ, ਪਿੱਛੇ ਟਿੱਪਰ ਨੂੰ ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ। ਟਿੱਪਰ ਨੂੰ ਧੱਕਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਟਰਾਲੀਆਂ ਲੰਘ ਸਕਣ। ਪਰ ਹੁਣੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਕੀਤੀ ਗਈ ਸੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਇਹ ਕੁਝ ਸਮਾਂ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਗੱਡੀਆਂ ਲੈ ਕੇ ਜਾਣ ਦੀ ਇਜਾਜ਼ਤ ਦੇ ਰਿਹਾ ਹੈ ਪ੍ਰਸ਼ਾਸਨ ਜਾਂ ਨਹੀਂ ਦੇ ਰਿਹਾ ਉਸ ਦੇ ਬਾਰੇ ਦੱਸਿਆ ਜਾਵੇਗਾ। ਪਰ ਨੌਜਵਾਨ ਬਹੁਤ ਗੁੱਸੇ 'ਚ ਨੇ, ਕਿਸਾਨ ਬਹੁਤ ਗੁੱਸੇ 'ਚ ਨੇ, ਲਗਾਤਾਰ ਧੱਕੇ ਲਾਏ ਜਾ ਰਹੇ ਨੇ ਅਤੇ ਟਿੱਪਰ ਪਿੱਛੇ ਕੀਤਾ ਜਾ ਰਿਹਾ ਹੈ। ਰੇਤਾ ਭਰਿਆ ਹੋਇਆ ਹੈ, ਚੀਕਣੀ ਮਿੱਟੀ ਭਰੀ ਹੋਈ ਹੈ ਟਿੱਪਰਾਂ ਦੇ ਵਿੱਚ ਤਾਂ ਜੋ ਟਿੱਪਰ ਭਾਰੇ ਹੋ ਜਾਣ। ਮਤਲਬ ਤੁਸੀਂ ਸੋਚ ਸਕਦੇ ਹੋ ਸਰਕਾਰਾਂ ਦੀਆਂ ਗੰਦੀਆਂ ਰਣਨੀਤੀਆਂ, ਗੰਦੀਆਂ ਨੀਤੀਆਂ ਜਿਹੜੇ ਕਿ ਧੱਕਾ ਨਾ ਲਾ ਸਕਣ ਕਿਸਾਨ ਟਿੱਪਰ ਨਾ ਹਿਲਾ ਸਕਣ, ਇਸ ਦੇ ਚੱਲਦਿਆਂ ਟਿੱਪਰ ਭਰ ਕੇ ਮਿੱਟੀ ਨਾਲ, ਚੀਕਣੀ ਮਿੱਟੀ ਨਾਲ ਖੜੇ ਕੀਤੇ ਗਏ ਨੇ। ਨੌਜਵਾਨ ਕਿਸਾਨ ਟਿੱਪਰਾਂ ਦੇ ਵਿੱਚ ਚੜੇ ਹੋਏ ਨੇ ਤੇ ਟਿੱਪਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨਾਂ ਨੂੰ ਕਿ ਕਿਸੇ ਤਰੀਕੇ ਨਾਲ ਰੋਕਿਆ ਜਾਵੇ। ਟਿੱਪਰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨੌਜਵਾਨ ਟਿੱਪਰ ਦੇ ਵਿੱਚ ਵੜੇ ਹੋਏ ਨੇ, ਚੜੇ ਹੋਏ ਨੇ ਜੋ ਪਿੱਛੇ ਕਰ ਰਹੇ ਨੇ। ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੁਲਿਸ ਵੱਲੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ 10 ਮਿੰਟ ਰੁਕ ਜਾਓ। ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਟਿੱਪਰ ਆਪ ਹਟਾਣਗੇ। ਉਹਨਾਂ ਨੇ ਇਹ ਸਾਡੇ ਸਾਹਮਣੇ ਕਿਹਾ ਹੈ ਕੈਮਰੇ ਦੇ ਉੱਤੇ ਕਿ 10 ਮਿੰਟ ਰੁਕ ਜਾਓ, 10 ਮਿੰਟ ਵੇਟ ਕਰ ਲੈਂਦੇ ਆ। 10 ਮਿੰਟ ਸਾਰੇ ਮੰਨ ਗਏ ਨੇ। 10 ਮਿੰਟ ਵਾਸਤੇ ਸਾਰੇ ਵੇਟ ਕਰਨਗੇ, ਨੌਜਵਾਨ ਵੀ ਵੇਟ ਕਰਨਗੇ, ਕਿਸਾਨ ਵੀ ਵੇਟ ਕਰਨਗੇ। ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾਏਗੀ। 10 ਮਿੰਟ ਤੱਕ ਹਰ ਕੋਈ ਇੰਤਜ਼ਾਰ ਕਰੇਗਾ। 10 ਮਿੰਟ ਤੱਕ ਕਿਹਾ ਗਿਆ ਹੈ ਕਿ ਕੋਈ ਵੀ ਛੇੜਛਾੜ ਨਾ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਜੋ ਗੱਲ ਕੀ ਕਹਿ ਰਹੇ ਨੇ ਪ੍ਰਸ਼ਾਸਨ ਵਾਲੇ। ਹਾਂਜੀ, ਕੀ ਕਹਿ ਰਹੇ ਨੇ ਪ੍ਰਸ਼ਾਸਨ ਵਾਲੇ? 10 ਮਿੰਟ ਉਹਨਾਂ ਨੇ ਪ੍ਰਸ਼ਾਸਨ ਨੇ 10 ਮਿੰਟ ਮੰਗੇ ਆ। 10 ਮਿੰਟ ਮੰਗੇ ਆ। 5 ਮਿੰਟ 1 ਮਿੰਟ ਜੀ, 1 ਮਿੰਟ ਜਹਦਰ ਜੀ, 1 ਮਿੰਟ ਹੋ ਜਾਓ। 5 ਮਿੰਟ ਮੰਗੇ ਉਹਨਾਂ ਨੇ। 5 ਮਿੰਟ ਵਾਸਤੇ ਮੁੰਡੇ ਗੱਡੀ ਤੇ ਚੜੇ ਹੋਏ ਆ। ਜੇ 5 ਮਿੰਟ ਨਾ ਕੀਤਾ ਗੱਡੀਆਂ ਚੁੱਕ ਕੇ ਪਰੇ ਮਾਰੋ। ਸਾਡੇ ਨੌਜਵਾਨਾਂ ਦਾ ਜਿਹੜਾ ਖੂਨ ਆ ਬੜਾ ਗਰਮ ਹੋ ਚੁੱਕਾ ਕਿਉਂਕਿ ਪੰਜਾਬ ਦੇ ਲੋਕ ਆ, ਕਿਸਾਨ ਆ ਔਰ ਕਿਸਾਨਾਂ ਨਾਲ ਮੋਦੀ ਨੇ ਪੰਗਾ ਲਿਆ। ਔਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਵੀ ਕਿਸਾਨਾਂ ਦੇ ਪੁੱਤ ਹੋ, ਤੁਹਾਡੇ ਪੁੱਤ ਵੀ ਕਿਸਾਨ ਨੇ, ਤੁਸੀਂ ਸਾਡਾ ਲੜੋ ਨਾ। ਜੇ ਤੁਸੀਂ ਲੜੋਗੇ ਇਹਦਾ ਜਿਹੜਾ ਹਾਲਾਤ ਬਹੁਤ ਮਾੜੇ ਹੋਣਗੇ। ਤੇ ਇਹਨਾਂ ਸਾਡੇ ਕੋਲ 5 ਤੋਂ 10 ਮਿੰਟ ਮੰਗੇ ਆ। ਜੇ 5 ਤੋਂ 10 ਮਿੰਟ ਇਹਨਾਂ ਦੀ ਵੇਟ ਕਰਾਂਗੇ, ਜੇ ਨਾ ਕੀਤਾ ਫਿਰ ਅਸੀਂ ਪ੍ਰੋਟੈਸਟ ਕਰਕੇ ਲੰਘ ਜਾਵਾਂਗੇ। ਪ੍ਰੋਟੈਸਟ ਕਰਕੇ ਲੰਘ ਜਾਵੇ। 5 ਤੋਂ 10 ਮਿੰਟ ਤੱਕ ਵੇਟ ਕਰਨਗੇ। 5 ਜਾਂ 10 ਮਿੰਟ ਕੀ ਗੱਲ ਆ, ਗੱਲਾਂ ਦੋ ਕਰਨੀਆਂ ਨਾ ਟੁੱਕ ਵਿੱਚ ਦੋ। ਸਿਰਫ ਜਾਂ ਤਾਂ ਅਸੀਂ ਬੈਰੀਅਰ ਪਾਰ ਕਰਨਾ ਜਾਂ ਆਪਣੀ ਗੱਲ ਕਰਨੀ। ਜੋ ਤੁਸੀਂ ਗੋਲੀ ਦਾ ਆਰਡਰ ਮੰਗਿਆ ਵੀ ਗੋਲੀ ਮਾਰਨੀ ਆ, ਕਿਉਂਕਿ ਦੇਖੋ ਅਸੀਂ ਰੁਕਦੇ ਤਾਂ ਹੈ ਨਹੀਂ। ਗੋਲੀ ਦਾ ਆਰਡਰ ਮੰਗਿਆ ਵੀ ਗੋਲੀ ਮਾਰਨੀ ਆ, ਅਸੀਂ ਰੁਕਦੇ ਤਾਂ ਹੈ ਨਹੀਂ। ਬੈਰੀਅਰ ਦਾ ਸਾਨੂੰ ਪਾਰ ਕਰਨਾ ਹੀ ਕਰਨੇ ਆ। ਗੱਲਾਂ ਦੋ ਕਰਨੀ, ਸਾਨੂੰ ਤੀਸਰੀ ਗੱਲ ਨਾ ਕਰੇ ਤੁਸੀਂ ਆਪਣੇ ਅਫਸਰਾਂ ਗੱਲ ਵੀ ਦੇਖੋ ਇੱਕ ਤਾਂ ਯਾਰ ਰੋਕਣੇ ਆ ਜਾਂ ਜਾਣ ਦੇਣੇ ਆ। ਜੇ ਤੁਹਾਨੂੰ ਕਹਾਂਗੇ ਰੋਕਣੇ ਆ ਤਾਂ ਇਹ ਕਹਿ ਦਿਓ ਕਿ ਗੋਲੀ ਦਾ ਆਰਡਰ ਦੇ ਦਿਓ, ਕਿਉਂਕਿ ਰੁਕਣੇ ਅਸੀਂ ਹੈ ਨਹੀਂ। ਇਹ ਬੈਰੀਅਰ ਗੱਡੀਆਂ ਦੀ ਚੱਕੇ ਭਰਾ ਮਾਰਨੀਆਂ। ਜਾਣਾ ਸਾਨੂੰ ਦਿੱਲੀ ਜਾਣਾ ਰੋਕ ਸਾਨੂੰ ਸਕਦੇ ਨਹੀਂ ਹੈ। ਬਾ ਗੱਲਾਂ ਦੋ ਕਰਿਓ ਵੀ ਗੋਲੀ ਦਾ ਆਰਡਰ ਦੇ ਦਿਓ ਜਾਂ ਜਾਣ ਦਿਓ। ਇਹਨੂੰ ਗੋਲੀ ਦਾ ਆਰਡਰ ਦੇ ਦਿਓ ਜਾਂ ਜਾਣ ਦਿਓ। ਸਾਨੂੰ ਕਿਸਾਨਾਂ ਦਾ ਸਿੰਪਲ ਇਹ ਕਹਿਣਾ ਆ। 10 ਮਿੰਟ ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਮੰਗੇ ਨੇ, ਕਿਸਾਨਾਂ ਨੂੰ ਦਿੱਤੇ ਨੇ ਕਿ ਤੁਸੀਂ 10 ਮਿੰਟ ਦਾ ਸਾਨੂੰ ਸਮਾਂ ਦਿਓ। 10 ਮਿੰਟ ਬਾਅਦ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਗੱਡੀਆਂ ਲੈ ਕੇ ਅੱਗੇ ਜਾਣ ਦੀ ਇਜਾਜ਼ਤ ਦਿੱਲੀ ਤੱਕ ਤੁਹਾਨੂੰ ਦਿੱਤੀ ਜਾਂਦੀ ਹੈ ਜਾਂ ਨਹੀਂ ਦਿੱਤੀ ਜਾਂਦੀ। ਤੁਸੀਂ ਕੀ ਕਹੋਗੇ ਬਾਪੂ ਜੀ? ਹਾਂ, ਮਾਨਯੋਗ ਪੱਤਰਕਾਰ ਸਾਹਿਬ, ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਆਈਜੀ ਸਾਹਿਬ ਨੇ ਇਹ ਗੱਲ ਕਹੀ ਹੈ
ਕਿ ਮੈਂ ਲੋਕਾਂ ਨੂੰ ਪੈਦਲ ਜਾਣ ਦਿਆਂਗਾ ਕਿ ਗੱਡੀਆਂ ਨਹੀਂ ਜਾਣ ਦੇਣੀਆਂ। ਸਵਾਲ ਤੇ ਇਹ ਹੈਗਾ ਵੀ ਜੇ ਲੋਕਾਂ ਨੇ ਆਪਣਾ ਐਕਸਰਸਾਈਜ਼ ਕਰਨਾ ਡੈਮੋਕ੍ਰੈਟਿਕ ਰਾਈਟ, ਤੇ ਕੀ ਇਹ ਪੈਦਲ ਤੁਰ ਕੇ ਦਿੱਲੀ ਨੂੰ ਜਾਣ ਕਰਨਗੇ? ਕੀ ਇਹ ਲੌਜਿਕ ਹੈ ਇਹਦੇ ਵਿੱਚ? ਕੀ ਨੌਨਸੈਂਸ ਹੈ? ਲੋਕਾਂ ਨੂੰ ਜਾਣ ਦੇਣਾ ਲੇਕਿਨ ਗੱਡੀਆਂ ਤੇ ਨਹੀਂ ਜਾਣ ਦੇਣਾ। ਪੈਦਲ ਜਾ ਕੇ ਦਿੱਲੀ ਕਰਨਗੇ ਗੱਲ? ਲੋਕਾਂ ਦਾ ਡੈਮੋਕ੍ਰੈਟਿਕ ਰਾਈਟ ਹੈ, ਇਸ ਕਰਕੇ ਰਾਈਟ ਇਹ ਬਹਾਲ ਹੋਣਾ ਚਾਹੀਦਾ। ਅਸਲ ਵਿੱਚ ਇਹ ਸਰਕਾਰ ਡੈਮੋਕ੍ਰੈਟਿਕ ਰਾਈਟ ਤੋਂ ਦੌੜ ਰਹੀ ਹੈ, ਜੁਡੀਸ਼ੀਅਲ ਜਸਟਿਸ ਤੋਂ ਦੌੜ ਰਹੀ ਹੈ, ਜਮਹੂਰੀਅਤ ਤੋਂ ਦੌੜ ਰਹੀ ਹੈ। ਇਹਦੇ ਵਿਰੁੱਧ ਲੋਕ ਲੜਨਗੇ ਹੀ ਆਖਰੀ ਦਮ ਤਾਈਂ ਲੜਨਗੇ। ਔਰ ਬੱਚਾ ਝੋਕ ਦੇਣਗੇ ਆਪਣੀ ਜਮਹੂਰੀਅਤ ਦੀ ਰਾਖੀ ਲਈ, ਜੁਡੀਸ਼ਰੀ ਦੀ ਰਾਖੀ ਲਈ ਲਾਏ ਇਹਦੇ ਵਾਸਤੇ ਜਿਹੜੇ ਕਾਨੂੰਨ ਇਹਨਾਂ ਨੇ ਬਣਾਏ ਆ, ਇਹ ਖੁਦ ਤੋੜ ਰਹੇ ਆ। ਇਹਨਾਂ ਦੇ ਬਣਾਏ ਹੋਏ ਕਾਨੂੰਨ ਇਹ ਖੁਦ ਤੋੜ ਰਹੇ ਆ। ਅਸੀਂ ਰਾਖੀ ਕਰਨ ਲਈ ਉਠਾਂਗੇ ਇਹਨਾਂ ਦੀ ਜਮਹੂਰੀਅਤ ਦੀ। ਬਿਲਕੁਲ ਜੀ ਬਿਲਕੁਲ, ਅਸੀਂ ਰਾਖੀ ਕਰਨ ਵਾਸਤੇ ਉਠਾਂਗੇ, ਪਰ ਹੁਣ 10 ਮਿੰਟ ਦਾ ਸਮਾਂ ਮੰਗਿਆ ਹੈ। ਪਰ ਪਿੱਛੇ ਠੀਕ ਹੈ, ਵੈਲਕਮ। ਅਸੀਂ ਦੇਖਦੇ ਹਾਂ ਕਿ ਹਜ਼ੂਮ ਧੱਕਾ ਲਾਣਾ ਸ਼ੁਰੂ ਕਰ ਰਿਹਾ ਹੈ, ਟਿੱਪਰ ਨੂੰ ਪਿੱਛੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਤਕਰੀਬਨ 10 ਮਿੰਟ ਹੋ ਚੁੱਕੇ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਗੱਲਬਾਤ ਕਰਦਿਆਂ, ਤੇ ਹੁਣ ਕਿਸਾਨਾਂ ਦੇ ਸਬਰ ਦਾ ਬੰਨ੍ਹ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿਸਾਨ ਆਪ ਲੱਗ ਗਏ ਨੇ ਟਿੱਪਰ ਪਿੱਛੇ ਕਰਨ ਵਾਸਤੇ। ਤੁਸੀਂ ਦੇਖ ਸਕਦੇ ਹੋ ਕਿ ਟਿੱਪਰ ਨੂੰ ਅੱਗੇ ਪਿੱਛੇ ਕਰਕੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਟਿੱਪਰ ਨੂੰ ਅੱਗੇ ਪਿੱਛੇ ਕਰਕੇ ਕਿਸਾਨਾਂ ਵੱਲੋਂ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਆਈਜੀ ਸਾਹਿਬ ਵੱਲੋਂ 10 ਮਿੰਟ ਦਾ ਸਮਾਂ ਮੰਗਿਆ ਗਿਆ ਸੀਗਾ ਤੇ 10 ਮਿੰਟ ਤੋਂ ਉੱਤੇ ਹੋ ਗਿਆ ਹੈ ਤੇ ਹੁਣ ਕਿਸਾਨਾਂ ਦੇ ਸਬਰ ਦਾ ਬੰਨ੍ਹ ਸਾਨੂੰ ਟੁੱਟਦਾ ਹੋਇਆ ਨਜ਼ਰ ਆ ਰਿਹਾ ਹੈ। ਤੁਸੀਂ ਦੇਖ ਸਕਦੇ ਹੋ ਕਿੰਨਾ ਜੋਸ਼ ਹੈ ਕਿਸਾਨਾਂ ਦੇ ਅੰਦਰ, ਨੌਜਵਾਨਾਂ ਦੇ ਅੰਦਰ, ਤੇ ਟਿੱਪਰ ਨੂੰ ਅੱਗੇ ਪਿੱਛੇ ਕਰਕੇ ਸਾਈਡ ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਇਆ ਪਿੱਛੇ ਇਹ ਵਾਲਾ ਟਿੱਪਰ ਕਰਨੇ ਹੁਣ ਪਿੱਛੇ 1 ਬਾय 1 ਟਿੱਪਰ ਅੱਗੇ ਪਿੱਛੇ ਕਰਕੇ ਜਗ੍ਹਾ ਬਣਾਈ ਜਾ ਰਹੀ ਹੈ। ਟਿੱਪਰਾਂ ਨੂੰ ਕੱਢਣ ਦੀ। ਹਾਂਜੀ ਵਧੀਆ ਕਿਸ ਤਰ੍ਹਾਂ ਬਾਬਾ ਮੈਂ ਸ਼ੂਟ ਤੇ ਆਣਾ ਓਕੇ ਟਿੱਪਰ ਲਗਾਤਾਰ ਪਹਿਲਾ ਇੱਕ ਟਿੱਪਰ ਅੱਗੇ ਕਰ ਦਿੱਤਾ ਗਿਆ ਹੈ, ਹੁਣ ਦੂਸਰਾ ਟਿੱਪਰ ਪਿੱਛੇ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰਾਹ ਬਣਾਇਆ ਜਾ ਰਿਹਾ ਹੈ ਦਿੱਲੀ ਨੂੰ ਜਾਣ ਦੀ ਚਾਲਾਂ ਪਾਉਣ ਵਾਸਤੇ। ਰਾਹ ਸਿੱਧਾ ਕੀਤਾ ਜਾ ਰਿਹਾ ਹੈ ਕਿਸਾਨਾਂ ਵੱਲੋਂ ਤੇ ਪੁਲਿਸ ਦੇ ਪ੍ਰਸ਼ਾਸਨ ਮੁੱਖ ਦਰਸ਼ਕ ਬਣ ਕੇ ਪਿੱਛੇ ਸਿਰਫ ਤਮਾਸ਼ਬੀਨ ਬਣਿਆ ਦੇਖ ਰਿਹਾ ਹੈ ਕਿ ਆਖਿਰ ਕਿਸ ਤਰੀਕੇ ਦੇ ਨਾਲ ਕਿਸਾਨਾਂ ਦਾ ਤਮਾਸ਼ਾ ਬਣਾਇਆ ਜਾ ਰਿਹਾ ਹੈ, ਕਿਉਂਕਿ ਕਿਤੇ ਨਾ ਕਿਤੇ ਕਿਸਾਨ ਹੋਣ, ਨੌਜਵਾਨ ਹੋਣ, ਇਹ ਪੰਜਾਬ ਦੇ ਉਹ ਕਾਮੇ ਨੇ ਜਿਹੜੇ ਪੂਰੇ ਭਾਰਤ ਦਾ ਢਿੱਡ ਭਰਨਾ ਜਾਣਦੇ ਨੇ। ਤੇ ਹੁਣ ਤੁਸੀਂ ਜੋਸ਼ ਵੇਖ ਸਕਦੇ ਹੋ, ਜੋਸ਼ ਦੇਖ ਸਕਦੇ ਹੋ, ਜੋਸ਼ ਵੇਖ ਸਕਦੇ ਹੋ ਨੌਜਵਾਨਾਂ ਦਾ ਕਿ ਕਿਸ ਤਰੀਕੇ ਦੇ ਨਾਲ ਟਿੱਪਰ ਅੱਗੇ ਕਰਕੇ ਜਗ੍ਹਾ ਬਣਾਈ ਜਾ ਰਹੀ ਹੈ, ਰਸਤਾ ਬਣਾਇਆ ਜਾ ਰਿਹਾ ਹੈ ਟਰਾਲੀਆਂ ਦੇ ਲੰਘਣ ਵਾਸਤੇ। ਟਰਾਲੀਆਂ ਦੇ ਲੰਘਣ ਵਾਸਤੇ ਰਸਤਾ ਬਣਾਇਆ ਜਾ ਰਿਹਾ ਹੈ ਤੇ ਟਿੱਪਰ ਅੱਗੇ ਪਿੱਛੇ ਕਰਕੇ ਰਾਹ ਖੋਲ੍ਹਿਆ ਜਾ ਰਿਹਾ ਹੈ। ਤੇ ਹੁਣ ਇਧਰਲੇ ਪਾਸੇ ਰੋਡ ਰੋਲਰ ਖੜਿਆ ਸੀ, ਉਹ ਰੋਡ ਰੋਲਰ ਨੂੰ ਧੱਕਾ ਮਾਰ ਕੇ ਅੱਗੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਸ ਨੂੰ ਵੀ ਸਾਈਡ ਕੀਤਾ ਜਾਵੇ। ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦਾ ਹਜ਼ੂਮ ਕਿੰਨੀ ਜ਼ਿਆਦਾ ਗਿਣਤੀ ਦੇ ਵਿੱਚ ਇਸ ਵੇਲੇ ਇਸ ਸ਼ੰਭੂ ਬੈਰੀਅਰ ਤੇ ਪਹੁੰਚਿਆ ਹੋਇਆ ਹੈ ਤੇ ਰਾਹ ਖੋਲ੍ਹਿਆ ਜਾ ਰਿਹਾ ਹੈ ਤਾਂ ਜੋ ਦਿੱਲੀ ਨੂੰ ਚਾਲੇ ਪਾਏ ਜਾਣ। CRPF ਹੋਵੇ ਜਾਂ ਹਰਿਆਣਾ ਪੁਲਿਸ ਹੋਵੇ, ਉਹ ਮੁੱਖ ਦਰਸ਼ਕ ਬਣੀ ਹੋਈ ਸਿਰਫ ਦੇਖ ਰਹੀ ਹੈ। ਕਿਸਾਨਾਂ ਦੇ, ਨੌਜਵਾਨਾਂ ਦੇ ਇਸ ਜੋਸ਼ ਦੇ ਅੱਗੇ ਉਹ ਕੁਝ ਨਹੀਂ ਕਰ ਸਕਦੇ, ਉਹ ਸਿਰਫ ਦੇਖ ਰਹੇ ਨੇ ਤੇ ਉਹ ਸਿਰਫ ਦੇਖ ਸਕਦੇ ਨੇ।
ਟਰਾਲੀ ਨਿਕਲ ਆਈ ਹੈ, ਤੁਹਾਨੂੰ ਦਿਖਾਉਂਦੇ ਹਾਂ ਟਰਾਲੀ ਨਿਕਲ ਆਈ ਹੈ। ਟਰਾਲੀ ਲੈ ਆਏ ਨੇ ਨੌਜਵਾਨਾਂ ਨੇ, ਰਾਹ ਬਣਾ ਲਿਆ ਹੈ। ਟਰਾਲੀ ਲੈ ਆਏ ਨੇ ਨੌਜਵਾਨ, ਟਰਾਲੀ ਲੈ ਆਏ ਨੇ ਨੌਜਵਾਨ। ਸਤਿ ਸ੍ਰੀ ਅਕਾਲ। ਕਹਿੰਦੇ ਨੇ ਚਾਹੇ ਜਿੰਨਾ ਮਰਜ਼ੀ ਪੱਥਰ ਦੇ ਤੁਸੀਂ ਬੈਰੀਅਰ ਲਗਾ ਲਓ, ਜਿੰਨੇ ਮਰਜ਼ੀ ਬੈਰੀਕੇਡ ਲਗਾ ਲਓ, ਜੋ ਮਰਜ਼ੀ ਕਰ ਲਓ, ਕਿਸਾਨਾਂ ਨੇ ਰਾਹ ਖੋਲ ਲਏ ਨੇ। ਕਿਸਾਨ ਬੈਰੀਕੇਡ ਤੋੜ ਕੇ ਅੱਗੇ ਵਧ ਗਏ ਨੇ। ਕਿਸਾਨ ਬੈਰੀਕੇਡ ਤੋੜ ਕੇ ਅੱਗੇ ਲੰਘ ਆਏ ਨੇ। ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦਾ ਹਜ਼ੂਮ। ਕੀ ਕਹੋਗੇ ਬਾਬਾ ਜੀ? ਅਸੀਂ ਜੀ ਇਹੀ ਕਹਾਂਗੇ, ਜਿਹੜਾ ਆਪਣਾ ਬਾਰਡਰ ਵਾਲਾ ਮੋਰਚਾ ਸਾਡਾ ਫਤਿਹ ਹੋ ਗਿਆ, ਅਸੀਂ ਇਸ ਮੋਰਚੇ ਨੂੰ ਤੋੜ ਕੇ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਜੀ। ਇਨਕਲਾਬ ਜ਼ਿੰਦਾਬਾਦ ਦੇ ਨਾਰੇ ਗੂੰਜ ਰਹੇ ਨੇ ਤੇ ਬੈਰੀਕੇਡ ਤੋੜ ਕੇ ਜਿੰਨੇ ਵੀ ਡੰਪਰ ਲੱਗੇ ਹੋਏ ਸੀ ਉਹਨੂੰ ਪਿੱਛੇ ਕਰਦਿਆਂ ਹੋਇਆਂ ਕਿਸਾਨ ਟਰਾਲੀਆਂ ਲੈ ਕੇ ਅੱਗੇ ਆ ਚੁੱਕੇ ਨੇ। ਤੁਹਾਨੂੰ ਦੱਸ ਦਈਏ ਕਿ ਟਰਾਲੀਆਂ ਲੈ ਕੇ ਕਿਸਾਨ ਅੱਗੇ ਆ ਚੁੱਕੇ ਨੇ। ਡਰੋਨ ਦੀ ਨਜ਼ਰ ਦੇ ਨਾਲ ਪੁਲਿਸ ਦੇਖ ਰਹੀ ਹੈ ਕਿਸਾਨਾਂ ਨੂੰ, ਪਰ ਸਿਰਫ ਤੇ ਸਿਰਫ ਦੇਖ ਰਹੇ ਨੇ ਉਹ, ਤੇ ਉਹ ਸਿਰਫ ਹੁਣ ਮੁੱਖ ਦਰਸ਼ਕ ਬਣ ਕੇ ਦੇਖ ਹੀ ਸਕਦੇ ਨੇ। ਇਸ ਤੋਂ ਵੱਧ ਪੁਲਿਸ ਅਤੇ ਪ੍ਰਸ਼ਾਸਨ ਕੁਝ ਵੀ ਕਰਨ ਦੇ ਕਾਬਿਲ ਨਹੀਂ ਹੈ। ਪੁਲਿਸ ਅਤੇ ਪ੍ਰਸ਼ਾਸਨ ਨੇ ਆਪਣਾ ਬਹੁਤ ਜ਼ੋਰ ਲਾਇਆ ਸੀ। 10 ਮਿੰਟ ਦਾ ਆਈਜੀ ਸਾਹਿਬ ਦੇ ਨਾਲ ਮੈਂ ਵੀ ਗੱਲ ਕੀਤੀ ਸੀ। ਹਰਿਆਣਾ ਆਈਜੀ ਸਾਹਿਬ ਨੇ 10 ਮਿੰਟ ਦਾ ਸਮਾਂ ਮੰਗਿਆ ਸੀ ਕਿ 10 ਮਿੰਟ ਦੇ ਵਿੱਚ ਸੀਨੀਅਰ ਅਧਿਕਾਰੀਆਂ ਦੇ ਨਾਲ ਕੀ ਕਰ ਰਹੇ ਹੋ ਤੁਸੀਂ ਦੇਖ ਸਕਦੇ ਹੋ। ਸ਼ੰਭੂ ਬੈਰੀਅਰ ਕ੍ਰਾਸ ਕਰਨ ਲੱਗੇ ਆ, ਨੌਜਵਾਨ ਤੁਰ ਪਏ ਨੇ, ਟਰਾਲੀਆਂ ਆ ਗਈਆਂ ਨੇ, ਰਸਤਾ ਖੋਲ ਲਿਆ ਆ। ਨੌਜਵਾਨਾਂ ਦਾ ਜੋਸ਼ ਤੇ ਜਨੂਨ ਦੇਖ ਕੇ ਤੁਹਾਨੂੰ ਆਪ ਅੰਦਾਜ਼ਾ ਹੋ ਗਿਆ ਹੋਵੇਗਾ ਕਿ ਆਖਿਰ ਕਿੰਨੇ ਜੋਸ਼ ਵਿੱਚ ਇਹ ਕਿਸਾਨ ਅਤੇ ਨੌਜਵਾਨ ਦਿੱਲੀ ਵੱਲ ਕੂਚ ਕਰ ਰਹੇ ਨੇ, ਦਿੱਲੀ ਵੱਲ ਵੱਧ ਰਹੇ ਨੇ, ਤਾਂ ਜੋ ਦਿੱਲੀ ਨੂੰ ਦੱਸਿਆ ਜਾ ਸਕੇ ਕਿ ਆਖਿਰ ਕਿਸਾਨਾਂ ਦੇ ਜੇਕਰ ਹੱਕ ਮਾਰੋਗੇ, ਪੰਜਾਬ ਦੇ ਜੇਕਰ ਹੱਕ ਮਾਰੋਗੇ, ਪੰਜਾਬੀਆਂ ਦੇ ਜੇਕਰ ਹੱਕ ਮਾਰੋਗੇ, ਤਾਂ ਇਹ ਹੱਕ ਉਹ ਕਦੇ ਮਰਨ ਨਹੀਂ ਦੇਣਗੇ। ਆਪਣੇ ਹੱਕਾਂ ਵਾਸਤੇ ਇਹ ਹਮੇਸ਼ਾ ਲੜਦੇ ਆਏ ਨੇ ਤੇ ਲੜਦੇ ਰਹਿਣਗੇ। ਅੱਗੇ ਵੀ ਪੁਲਿਸ ਵੱਲੋਂ ਸ਼ਾਇਦ ਡੰਪਰ ਲਾਏ ਗਏ ਨੇ, ਅੱਗੇ ਵੀ ਪੁਲਿਸ ਵੱਲੋਂ ਸ਼ਾਇਦ ਬੈਰੀਕੇਡਿੰਗ ਕੀਤੀ ਗਈ ਹੋਵੇ, ਪਰ ਦੇਖਣਾ ਹੋਵੇਗਾ ਕਿ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਹ ਬੈਰੀਕੇਡਿੰਗ ਕਿੰਨੀ ਕੁ ਮਜ਼ਬੂਤ ਰਹਿੰਦੀ ਹੈ। ਆਖਿਰ ਸਰਕਾਰਾਂ ਕਿੰਨਾ ਕੀ ਜੋਸ਼ ਆਪਣਾ ਵਿਖਾਉਂਦੀਆਂ ਨੇ ਜਾਂ ਕਿਸਾਨਾਂ ਦੇ ਇਸ ਜੋਸ਼ ਦੇ ਸਾਹਮਣੇ ਆਪਣੇ ਗੋਡੇ ਲਾਉਂਦੀਆਂ ਨੇ। ਦੇਖਣਾ ਇਹ ਹੋਵੇਗਾ ਕਿ ਆਖਿਰ ਕਿਸਾਨ ਜੋ ਜ਼ੋਰ ਲਾਣਾ ਸੀ ਲਾ ਲਿਆ। ਹੁਣ ਕੀ ਕਹੋਗੇ? ਹੁਣ ਤਾਂ ਤੋੜਿਆ ਆ ਬੈਰੀਅਰ। ਹੁਣ ਕੁਰੂਕਸ਼ੇਤਰ ਦੀ ਜੰਗ ਜਿੱਤ ਰਹੀ ਹੈ, ਹੁਣ ਕੁਰੂਕਸ਼ੇਤਰ ਦੀ ਜੰਗ ਜਿੱਤ ਰਹੀ ਹੈ। ਹੁਣ ਦਿੱਲੀ ਪਹੁੰਚਣਾ ਬਾਕੀ ਹੈ, ਗੱਡੀਆਂ ਸਾਡੀਆਂ ਆ ਰਹੀਆਂ, ਇਹ ਜੰਗ ਜਿੱਤਾਂਗੇ। ਕੁਰੂਕਸ਼ੇਤਰ ਜੰਗ ਜਿੱਤਾਂਗੇ ਲਾਜ਼ਮੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਆਸ ਆ ਵੀ ਅੱਧੀ ਜਿਹੜੀ ਜੰਗ ਅਸੀਂ ਜਿੱਤੀ ਆ। ਪਰਮੇਸ਼ਰ ਅੱਗੇ ਬੇਨਤੀ ਕਰਦੀ ਆ, ਸਾਨੂੰ ਆਸ ਆ ਵੀ ਮਹਾਰਾਜ ਕਿਰਪਾ ਕਰੂਗਾ। ਇਹ ਤੋਂ ਹੁਣ ਮਨ ਬਣਾ ਕੇ ਲੋਕ ਤੁਰੇ ਆ, ਉਹ ਪਛਾਣ ਤੇ ਬਿਲਕੁਲ ਨਹੀਂ ਹਟਦੇ। ਵੇਖੋ ਤੁਹਾਡੇ ਨਾਕੇ ਲੱਗੇ ਜਿਹੜੇ ਵੇਖ ਹੀ ਲਏ ਆ। ਇਹੋ ਜਿਹੀਆਂ ਜਿਹੜੀਆਂ ਸ਼ਰਾਰਤੀ ਪਾਰਟੀਆਂ ਦੇ ਕੰਮ ਹੁੰਦੇ ਆ। ਹੁਣ ਪਰਮੇਸ਼ਰ ਅੱਗੇ ਅਸੀਂ ਬੇਨਤੀ ਵੀ ਕੀਤੀ ਆ, ਸਾਨੂੰ ਪਤਾ ਵੀ ਉਹਦਾ ਸਾਨੂੰ ਵੋਟ ਆਸਰਾ ਪੂਰਾ ਸਾਨੂੰ ਮਿਲੂਗਾ, ਕਿਉਂ ਉਹਦਾ ਹੱਥ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟਰਾਲੀਆਂ ਟਰੈਕਟਰ ਲੱਗੇ ਹੋਏ ਨੇ, ਪਿੱਛੇ ਹਜ਼ੂਮ ਆ ਰਿਹਾ ਹੈ ਤੇ ਅੱਗਿਓਂ ਫੇਰ ਤੋਂ ਗੱਡੀਆਂ ਟੇਡੀਆਂ ਕਰਕੇ ਲਾਈਆਂ। ਕੀ ਕਹੋਗੇ? ਸਾਡਾ ਹਲੇ ਮਿਸ਼ਨ ਖਤਮ ਨਹੀਂ ਹੋਇਆ। ਅਸੀਂ ਹੁਣ ਹੋਰ ਵੀ ਨਾਕੇ ਲੱਗੇ ਹੋਏ ਨੇ ਅੱਗੇ। ਅਸੀਂ ਦਿੱਲੀ ਜਾ ਕੇ, ਇਹ ਨਹੀਂ ਕੋਈ ਸਾਡਾ ਕੋਈ ਇਹ ਤਾਂ ਵੀ ਇੱਥੇ ਟਕਰਾਓ ਕਰਕੇ ਸਾਨੂੰ ਅਸੀਂ ਫੇਮਸ ਹੋਣਾ ਜਾਂ ਕੋਈ ਹੋਰ ਗੱਲ। ਅਸੀਂ ਤਾਂ ਸਾਨੂੰ ਦਿੱਲੀ ਜਾਣਾ, ਦਿੱਲੀ ਜਾ ਕੇ ਅਸੀਂ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਤੇ ਕਾਲੇ ਕਾਨੂੰਨ ਰੱਦ ਕਰਾਣੇ। ਸਾਡਾ ਇਹ ਬੇਨਤੀ ਹੈ ਕਿ ਇਹਨਾਂ ਕਾਨੂੰਨਾਂ ਤੇ ਦੁਬਾਰਾ ਗੌਰ ਕੀਤੀ ਜਾਵੇ। ਇਹਨਾਂ ਕਾਨੂੰਨਾਂ ਤੇ ਦੁਬਾਰਾ ਤੋਂ ਗੌਰ ਕੀਤੀ ਜਾਵੇ। ਨੌਜਵਾਨ ਆ ਰਹੇ ਨੇ, ਟਰੱਕ ਪਿੱਛੇ ਹੋ ਰਿਹਾ, ਟਰੱਕ ਪਿੱਛੇ ਹੋ ਰਿਹਾ।
ਨੌਜਵਾਨ ਅੱਗੇ ਵਧ ਰਹੇ ਨੇ। ਗੱਡੀਆਂ ਜਿਹੜੀਆਂ ਵਿੱਚ ਲਾਈਆਂ ਹੋਈਆਂ ਸੀਗੀਆਂ ਉਹ ਵੀ ਸਾਈਡ ਕੀਤੀਆਂ ਜਾ ਰਹੀਆਂ ਨੇ। ਟਰੱਕ ਸਾਰੇ ਸਾਈਡ ਕੀਤੇ ਜਾ ਰਹੇ ਨੇ ਤਾਂ ਜੋ ਟਰਾਲੀਆਂ ਲੰਘਣ ਨੂੰ ਰਾਹ ਹੋਵੇ, ਕਿਉਂਕਿ ਹੁਣ ਖੱਟੜ ਦੀ ਪੁਲਿਸ ਵੀ ਸਮਝ ਗਈ ਹੈ ਤੇ ਸ਼ਾਇਦ ਖੱਟੜ ਵੀ ਸਮਝ ਗਿਆ ਹੈ ਕਿ ਕਿਸਾਨਾਂ ਨੇ ਰੁਕਣਾ ਨਹੀਂ ਹੈ। ਕਿਸਾਨ ਰੁਕਣ ਵਾਲੇ ਨਹੀਂ ਨੇ। ਕਿਸਾਨਾਂ ਨੂੰ ਅਗਰ ਹੁਣ ਰੋਕਿਆ ਤਾਂ ਇਹ ਹੜ੍ਹ ਆਪਣੇ ਨਾਲ ਸਭ ਕੁਝ ਰੋੜਦਾ ਹੋਇਆ ਲੈ ਜਾਵੇਗਾ ਤੇ ਜਾ ਕੇ ਇਹਨੇ ਦਿੱਲੀ 'ਚ ਹੀ ਥੰਮਣਾ ਹੈ। ਜਿਹੜੇ ਪਿਆਰ ਦੇ ਨਾਲ ਆਪਣੀਆਂ ਗੱਡੀਆਂ ਆਪ ਸਾਈਡ ਕਰ ਰਹੇ ਨੇ ਉਹ ਤਾਂ ਠੀਕ ਹੈ, ਤੇ ਜੇਕਰ ਕਿਸੇ ਨੇ ਗੱਡੀਆਂ ਅੜਾ ਕੇ ਖੜੀਆਂ ਕੀਤੀਆਂ ਜਿੱਦਾਂ ਟਿੱਪਰ ਖੜਿਆ ਹੈ ਤਾਂ ਫਿਰ ਕਿਸਾਨ ਇਹਨਾਂ ਨੂੰ ਆਪ ਸਾਈਡ ਕਰ ਰਹੇ ਨੇ। ਹੁਣ ਉਰੇ ਵੀ ਟਿੱਪਰ ਲਾਏ ਹੋਏ ਨੇ, ਦੇਖ ਸਕਦੇ ਹੋ ਤੁਸੀਂ। ਕਿਸਾਨ ਲੱਗੇ ਹੋਏ ਨੇ ਧੱਕਾ ਮਾਰ ਕੇ ਟਿੱਪਰ ਪਿੱਛੇ ਕਰਨ ਵਾਸਤੇ। ਨਿਊਟਰਲ ਕਰੋ ਭਾਈ, ਪਿੱਛੇ ਵੀ ਗੱਡੀ ਆ ਯਾਰ। ਪਿੱਛੇ ਵੀ ਇਹਦੇ ਗੱਡੀਆਂ ਲੱਗੀਆਂ ਹੋਈਆਂ ਨੇ। ਇਹ ਹੋ ਜਾਣੀ ਅੱਗੇ। ਹਾਂ ਵੀ ਟਿੱਪਰ ਪਿੱਛੇ ਕਰ ਦਿੱਤਾ ਗਿਆ ਆ, ਰਾਹ ਖੋਲ ਦਿੱਤਾ ਗਿਆ ਆ। ਟਿੱਪਰ ਪਿੱਛੇ ਆ ਕੇ ਰਾਹ ਬਣ ਗਿਆ ਆ ਟਰਾਲੀਆਂ ਦੇ ਨਿਕਲਣ ਜੋਗਾ। ਜਿੰਨੇ ਵੀ ਟਿੱਪਰ ਲੱਗੇ ਹੋਏ ਨੇ ਸਾਰੇ ਟਿੱਪਰ ਪਿੱਛੇ ਕਰ ਦਿੱਤੇ ਗਏ ਨੇ। ਕਰੀਬਨ ਤੁਹਾਨੂੰ ਦਿਖਾ ਦਿੱਤਾ ਹੈ 1.5 ਕਿਲੋਮੀਟਰ ਤੋਂ ਲਗਾਤਾਰ ਕਿਸਾਨ ਅੱਗੇ ਵਧਦੇ ਜਾ ਰਹੇ ਨੇ। ਜਿੰਨੀਆਂ ਵੀ ਅੜਚਣਾ ਖੱਟੜ ਸਰਕਾਰ ਵੱਲੋਂ ਪਾਈਆਂ ਗਈਆਂ ਨੇ, ਜਿੰਨੇ ਟਿੱਪਰ ਲਾਏ ਗਏ ਸੀ, ਜਿੰਨੇ ਟਰਾਲੇ ਖੜੇ ਕੀਤੇ ਗਏ ਸੀ, ਸਾਰੇ ਖੂੰਜੇ ਲਾ ਦਿੱਤੇ ਨੇ ਕਿਸਾਨਾਂ ਨੇ ਤੇ ਦਿੱਲੀ ਵੱਲੋਂ ਚਾਲੇ ਪਾ ਦਿੱਤੇ ਨੇ ਕਿਸਾਨਾਂ ਨੇ। ਰਾਹ ਖੁੱਲ ਗਏ ਨੇ ਤੇ ਹੁਣ ਕਿਸਾਨ ਜਥੇਬੰਦੀਆਂ ਤੁਰ ਪਈਆਂ ਨੇ ਆਪਣੇ ਰਾਹ ਦਿੱਲੀ ਨੂੰ, ਜਿੱਥੇ ਜਾ ਕੇ ਉਹਨਾਂ ਨੇ ਆਪਣੇ ਇਹ ਆਰਡੀਨੈਂਸ ਰੱਦ ਕਰਵਾਉਣੇ ਨੇ ਤੇ ਇਹ ਲੱਗੇ ਹੋਏ ਪੂਰੇ ਪੰਜਾਬ ਵਿੱਚ ਮੋਰਚੇ ਜਿੱਤਣੇ ਨੇ। ਕੀ ਕਹੋਗੇ ਭਾਜੀ, ਤੁਸੀਂ ਆ ਗਏ ਆ? ਓਕੇ, ਦੇਖ ਸਕਦੇ ਹਾਂ ਅਸੀਂ ਪੂਰੇ ਜੋਸ਼ ਦੇ ਵਿੱਚ ਕਿਸਾਨ ਅੱਗੇ ਵਧ ਰਹੇ ਨੇ। ਹਰ ਕੋਈ ਅੱਗੇ ਜਾ ਰਿਹਾ ਹੈ ਪੂਰੇ ਜੋਸ਼ ਦੇ ਵਿੱਚ ਅੱਗੇ ਵਧਦੇ ਹੋਏ। ਕਿਸਾਨ ਮੋਦੀ ਮੁਰਦਾਬਾਦ ਦੇ ਨਾਰੇ ਲੱਗਦੇ ਹੋਏ, ਖੱਟੜ ਮੁਰਦਾਬਾਦ ਦੇ ਨਾਰੇ ਲੱਗਦੇ ਹੋਏ। ਕੀ ਹਾਲ ਹੈ? ਵਧੀਆ ਜੀ ਵਧੀਆ। ਕੀ ਕਹੋਗੇ ਜੀ? ਅਸੀਂ ਕਹਾਂਗੇ ਮੋਦੀ ਸਾਤੋਂ ਡਰ ਗਿਆ। ਮੋਦੀ ਸਾਡੇ ਅੱਗੇ ਅੱਗੇ ਆ, ਅਸੀਂ ਮੋਦੀ ਦੇ ਪਿੱਛੇ ਪਿੱਛੇ ਆ। ਮੋਦੀਆ ਤੈਨੂੰ ਗੁਜਰਾਤ ਛੱਡ ਕੇ ਆਵਾਂਗੇ, ਗੁਜਰਾਤ ਤੋਰਾ ਨਹੀਂ ਛੱਡਦੇ। ਮੋਦੀ ਅੱਜ ਗੁਜਰਾਤ ਤੋਰਾ ਨਹੀਂ ਛੱਡਣਾ। ਮੋਦੀ ਨੂੰ ਘੇਰਾ ਪਾ ਲਿਆ, ਮੋਦੀ ਚਲਾ ਗਿਆ। ਅਸੀਂ ਖੱਟੜ ਨੂੰ ਵੀ ਹਰਾਦਾ, ਖੱਟੜ ਭੱਜ ਗਿਆ, ਖੱਟੜ ਆਪਣੇ ਬਿੱਲ 'ਚ ਲੁਕ ਗਿਆ। ਕਹਿੰਦਾ 144 ਧਾਰਾ ਲਾਈ ਆ, ਉਹਦੀ ਤੋੜਤੀ ਅਸੀਂ 144 ਧਾਰਾ। ਕੋਈ 144 ਧਾਰਾ ਨਹੀਂ, ਕੁਛ ਨਹੀਂ ਰਿਹਾ। ਮੋਦੀ ਮਰ ਗਿਆ, ਹਾਏ ਹਾਏ ਬਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਤਾਂ ਕਿਸਾਨਾਂ ਦਾ ਇਹ ਜੋਸ਼ ਤੁਸੀਂ ਦੇਖ ਸਕਦੇ ਹੋ, ਕਿਸਾਨ ਜਥੇਬੰਦੀਆਂ ਦਾ ਇਹ ਜੋਸ਼ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਅੱਗੇ ਆ ਚੁੱਕੇ ਨੇ। ਨੌਜਵਾਨ ਲੰਘ ਆਏ ਨੇ ਅੱਗੇ, ਨੌਜਵਾਨ ਬੈਰੀਅਰ ਪਾਰ ਕਰ ਚੁੱਕੇ ਨੇ। ਬੈਰੀਅਰ ਪਾਰ ਕਰਕੇ ਟਰਾਲੀਆਂ ਇੱਕ ਤੋਂ ਬਾਅਦ ਇੱਕ ਹੁਣ ਨਿਕਲ ਆਈਆਂ ਨੇ ਤੇ ਹੁਣ ਦਿੱਲੀ ਨੂੰ ਪੈ ਗਏ ਨੇ ਚਾਲੇ। ਤੁਹਾਨੂੰ ਦੱਸ ਦਈਏ ਕਿ ਟਰਾਲੀ ਦੇ ਅੰਦਰ ਬੀਬੀਆਂ ਭੈਣਾਂ ਵੀ ਨੇ, ਰਾਸ਼ਨ ਵੀ ਹੈ ਟਰਾਲੀਆਂ ਦੇ ਅੰਦਰ। ਤੇ ਹੁਣ ਪੁਲਿਸ ਆਪਣੇ ਕੰਨ ਝਾੜਦੀ ਹੋਈ ਤੁਰ ਪਈ ਹੈ, ਕਿਉਂਕਿ ਪੁਲਿਸ ਨੇ ਲੱਖ ਆਪਣਾ ਜ਼ੋਰ ਲਾ ਕੇ ਦੇਖ ਲਿਆ। ਆਈਜੀ ਸਾਹਿਬ ਦੇ ਨਾਲ ਵੀ ਜੋ ਗੱਲਬਾਤ ਹੋਈ ਤੁਸੀਂ ਸਾਰਿਆਂ ਨੇ ਸੁਣੀ। ਆਈਜੀ ਸਾਹਿਬ ਨੇ ਵੀ ਆਪਣੇ ਵੱਲੋਂ ਜ਼ੋਰ ਲਾ ਕੇ ਦੇਖ ਲਿਆ, ਪਰ ਕਿਸਾਨਾਂ ਦੇ ਇਸ ਵੱਡੇ ਹਜ਼ੂਮ ਦੇ ਸਾਹਮਣੇ, ਇਸ ਹੜ੍ਹ ਦੇ ਸਾਹਮਣੇ ਕਿਸੇ ਦਾ ਕੋਈ ਵੀ ਜ਼ੋਰ ਨਹੀਂ ਚੱਲਿਆ। ਕਿਸਾਨੀ ਦੀ ਇਹ ਜੰਗ ਹੈ, ਨੌਜਵਾਨੀ ਦੀ ਇਹ ਜੰਗ ਹੈ, ਕਿਸਾਨਾਂ ਦੀ ਇਹ ਜੰਗ ਅਸੀਂ ਜ਼ਰੂਰ ਕਿਸਾਨਾਂ ਦੀ ਇਹ ਜੰਗ ਅਸੀਂ ਜ਼ਰੂਰ ਜਿੱਤ ਕੇ ਰਹਾਂਗੇ। ਹੌਲੀ ਚਲਾਓ ਥੋੜਾ ਜਿਹਾ। ਕੀ ਕਹੋਗੇ ਕਿ ਹੁਣ ਅਸੀਂ ਬੈਰੀਅਰ ਵੀ ਤੋੜਤੇ, ਸਭ ਕੁਝ ਤੋੜਤਾ? ਹਾਂਜੀ ਭਾਜੀ, ਤੋੜਦਾ ਬੈਰੀਅਰ। ਅਸੀਂ ਬਹੁਤ ਮੁਸ਼ਕਲ ਆਈ ਆ। ਸਾਡੀਆਂ ਕਿਸਾਨ ਜਥੇਬੰਦੀਆਂ ਦਬਾਬਾ ਸੰਘਰਸ਼ ਕੀਤਾ। ਹਰਿਆਣੇ ਭਰਾ ਸਾਡੇ ਨਾਲ ਸੀ, ਹਰਿਆਣੇ ਦੀ ਜ਼ਿਮੀਂਦਾਰ ਭਰਾ ਸਾਡੇ ਨਾਲ ਸੀ। ਅਸੀਂ ਹੁਣ ਦਿੱਲੀ ਨੂੰ ਚੱਲੇ ਆ। ਬੈਰੀਅਰ ਅਸੀਂ ਤੋੜ ਦਿੱਤੇ ਆ ਜੀ, ਹੁਣ ਦਿੱਲੀ ਚੱਲੇ ਆ।
ਬੈਰੀਅਰ ਤੋੜ ਦਿੱਤੇ ਨੇ ਤੇ ਹੁਣ ਅਸੀਂ ਦਿੱਲੀ ਚੱਲੇ ਆ ਤੇ ਦਿੱਲੀ ਅਸੀਂ ਜਿੱਤ ਕੇ ਹੀ ਆਵਾਂਗੇ। ਜਿੰਨਾ ਮਰਜ਼ੀ ਖੱਟੜ ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਮੋਦੀ ਜ਼ੋਰ ਲਾ ਲਵੇ, ਅਸੀਂ ਕਿਸੇ ਦੀ ਨਹੀਂ ਚੱਲਣ ਦੇਵਾਂਗੇ। ਕਿਸਾਨਾਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ, ਨੌਜਵਾਨਾਂ ਦੇ ਅੰਦਰ, ਕਿਸਾਨਾਂ ਦੇ ਅੰਦਰ ਤੁਸੀਂ ਜੋਸ਼ ਵੇਖਿਆ ਕਿ ਕਿੱਦਾਂ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਜਾ ਰਹੀਆਂ ਨੇ ਤੇ ਹੁਣ ਦਿੱਲੀ ਫਤਿਹ ਕਰਨੀ ਹੈ। ਤੇ ਦਿੱਲੀ ਫਤਿਹ ਕਰਨ ਵਾਸਤੇ ਨੀਟਾ ਜੀ ਇੱਧਰ ਬਾਪੂ ਨਾਲ ਗੱਲ ਕਰਦੇ ਹਾਂ। ਦਿੱਲੀ ਫਤਿਹ ਕਰਨ ਵਾਸਤੇ ਸਾਡੇ ਨਾਲ ਬਜ਼ੁਰਗ ਵੀ ਨੇ। ਬਾਪੂ ਜੀ ਮੈਂ ਬਹਿ ਜਾ, ਕੀ ਕਹੋਗੇ? ਦਿੱਲੀ ਨੂੰ ਚੱਲੇ ਆ। ਅਸੀਂ ਤਾਂ ਦਿੱਲੀ ਜਾਣਾ ਜਾਵਾਂਗੇ ਲਾਜ਼ਮੀ। ਖੱਟੜ ਨੂੰ ਮੋਦੀ ਨੂੰ ਕੀ ਕਹਿਣਾ? ਮੋਦੀ ਮਰ ਗਿਆ, ਮਕਾਨ ਦੇਣੀ ਉਹਦੀ, ਮਕਾਨ ਦੇਣੀ ਹੈ। ਮਕਾਨ ਦੇ ਮੋਦੀ ਮਰ ਗਿਆ, ਮਕਾਨ ਦੇਣੀ ਹੈ ਉਹਦੀ। ਹਾਂਜੀ। ਤੁਸੀਂ ਕਹੋਗੇ ਮੋਦੀ ਨੂੰ? ਮੋਦੀ ਅਸੀਂ ਕਹਿੰਦੇ ਮੋਦੀ ਮਰ ਗਿਆ ਜੀ, ਮੋਦੀ ਦੀ ਮਕਾਨ ਦੇਣ ਚੱਲੇ ਆ। ਉਸ ਕੁੱਤੇ ਦੀ ਧੀ ਵੀ ਚੱਕਣ ਚੱਲੇ ਆ। ਅਸੀਂ ਪਿੱਛੇ ਨਹੀਂ ਹਟਣ ਵਾਲੇ। ਕਿਸਾਨ ਯੂਨੀਅਨ ਬਹੁਤ ਦੂਰ ਪਾਰਟੀ ਆ। ਬਿਲਕੁਲ ਜੀ ਬਿਲਕੁਲ। ਕਿਸਾਨਾਂ ਦੀ ਜੋ ਪਾਰਟੀ ਹੈ ਉਹ ਕਿਸਾਨਾਂ ਦੀ ਹੈ ਤੇ ਕਿਸਾਨਾਂ ਦੀ ਪਾਰਟੀ ਤੋਂ ਵੱਡੀ ਕੋਈ ਪਾਰਟੀ ਨਹੀਂ। ਤੇ ਕਿਸਾਨ ਜਥੇਬੰਦੀਆਂ ਨੇ ਇਹ ਤੈਅ ਕਰ ਲਿਆ ਆ ਕਿ ਉਹ ਹਾਰ ਨਹੀਂ ਮੰਨਣਗੀਆਂ ਤੇ ਜਿੱਤ ਕੇ ਹੀ ਸਾਹ ਲੈਣਗੀਆਂ ਤੇ ਜਿੱਤ ਕੇ ਹੀ ਅੱਗੇ ਜਾਣਗੀਆਂ। ਉੱਤੇ ਵੀ ਨੌਜਵਾਨ ਖੜੇ ਨੇ, ਉਹ ਵੀ ਇਸ਼ਾਰਾ ਕਰ ਰਹੇ ਨੇ, ਬਾਈ ਜੀ 2 ਮਿੰਟ ਦੇ ਦਿਓ ਜੀ, ਆਖਰੀ ਟਰਾਲੀ ਹੈ, ਕੋਈ ਗੱਲ ਨਹੀਂ ਜੀ, ਬਾਕੀ ਪਿੱਛੋਂ ਆਣਗੇ, ਪਿੱਛੋਂ ਆਣਗੇ। ਕੀ ਕਹੋਗੇ? ਹੁਣ ਤਾਂ ਖੱਟੜ ਨੂੰ ਵੀ ਰਾਹ ਲਾਤਾ, ਖੂੰਜੇ ਲਾਤਾ, ਕਿਉਂਕਿ ਜਿੰਨੇ ਬੈਰੀਅਰ ਲੱਗੇ ਸੀ, ਬੈਰੀਕੇਡ ਲੱਗੇ ਸੀ, ਤੋੜਤੇ ਆ। ਹੁਣ ਮੋਦੀ ਨੂੰ ਵੀ ਖੁੰਝੇ ਲਾ ਕੇ ਹੀ ਆਉਣਾ ਜੀ। ਅਸੀਂ ਹੁਣ ਤੋਰ ਜਾ ਕੇ ਆਉਣਾ। ਖੱਟੜ ਨੂੰ ਖੁੰਝੇ ਲਾਤਾ, ਮੋਦੀ ਨੂੰ ਵੀ ਖੁੰਝੇ ਲਾ ਕੇ ਹੀ ਆਉਣਾ ਜੀ। ਖੁੰਝੇ ਲਾ ਕੇ ਥੱਲੇ ਲਾ ਕੇ ਆਉਣਾ ਜੀ। ਇਹ ਤਾਂ ਇੱਕ ਸਿਰਫ ਪੰਜਾਬ ਸਟੇਟ ਸੀ, ਉਹਨੇ ਖੱਟੜ ਨੂੰ ਲਾਇਆ ਖੁੰਝੇ। ਉੱਥੇ ਸਾਰੀਆਂ ਸਟੇਟਾਂ ਦੇ ਬੰਦੇ ਆ ਰਹੇ ਆ ਇਕੱਠੇ ਹੋ ਕੇ, ਉਹ ਕੁਛ ਨਾ ਕੁਛ ਕਰਕੇ ਆਉਣਗੇ ਹੁਣ। ਤੇ ਜੇਕਰ ਫੇਰ ਵੀ ਇਹ ਆਪਣੇ ਤਾਨਾਸ਼ਾਹੀ ਰਵਈਆ, ਕਿਉਂਕਿ ਇੱਕ ਪਾਸੇ 3 ਤਰੀਕ ਨੂੰ ਕਿਸਾਨਾਂ ਨੂੰ ਬੁਲਾ ਰਹੇ ਨੇ, ਦੂਜੇ ਪਾਸੇ ਧਰਨਿਆਂ ਤੋਂ ਰੋਕ ਰਹੇ ਨੇ, ਮੁਜ਼ਾਹਰਿਆਂ ਤੋਂ ਰੋਕ ਰਹੇ, ਕਹਿੰਦੇ ਦਿੱਲੀ ਨਾ ਆਓ। ਦੋਹਰੀ ਰਣਨੀਤੀ ਨਹੀਂ ਲੱਗ ਰਹੀ ਤੁਹਾਨੂੰ? ਉਹ ਵੀਰ ਜੀ ਇਦਾਂ ਆਪਿਆ ਗੋਲੇ ਸੱਟ ਕੇ ਰੋਕ ਲੈਣਗੇ। ਸਾਡਾ ਦੇਖੋ ਸਾਰਿਆਂ ਦਾ ਕਿੰਨਾ ਬੁਰਾ ਹਾਲ ਆ। ਉਹ ਵੀਰੇ ਦੱਸੋ ਪਿੱਛੇ ਟਰਾਲੀਆਂ ਰੁਕੀਆਂ ਕਿਉਂ ਰੋਕੀਆਂ? ਉਹ ਪਿੱਛੇ ਟਰਾਲੀਆਂ ਰੋਕਦੀਆਂ ਉਹਨਾਂ ਨੇ। ਨਾ ਮਤਲਬ ਕਿ ਪਿੱਛੇ ਤੱਕ ਆਵਾਜ਼ ਜਾਏ ਕਿ ਆਪਣੀਆਂ ਟਰਾਲੀਆਂ ਪਿੱਛੇ ਰੁਕ ਗਈਆਂ, ਉਹ ਆਣੀਆਂ ਚਾਹੀਦੀਆਂ ਅੱਗੇ। ਪੁਲਿਸ ਵਾਲਿਆਂ ਨੇ ਥੋੜੀਆਂ ਟਰਾਲੀਆਂ ਕੱਢੇ, ਉਹ ਜਨਤਾ ਫਿਰ ਦੁਬਾਰਾ ਵਾਪਸ ਜਾਏਗੀ ਉੱਥੇ। ਪਾਗਲ ਕੋਈ ਗੱਲ ਨਹੀਂ ਜੀ, ਜਿੱਥੇ ਆ ਨਿਕਲੇਗੀਆਂ ਉੱਥੋਂ ਉਹ ਵੀ ਨਿਕਲ ਆਣਗੀਆਂ। ਫੇਰ ਵਾਪਸ ਆ ਗਏ ਆ। ਤੁਹਾਨੂੰ ਦੱਸ ਦਈਏ ਕਿ ਕੁਝ ਟਰਾਲੀਆਂ ਪਿੱਛੇ ਰੋਕ ਦਿੱਤੀਆਂ ਗਈਆਂ ਸੀਗੀਆਂ। ਨੌਜਵਾਨ ਸਾਰੇ ਵਾਪਸ ਆ ਰਹੇ ਨੇ ਤਾਂ ਕਿ ਬਾਕੀ ਜਿਹੜੀਆਂ ਰੋਕੀਆਂ ਹੋਈਆਂ ਟਰਾਲੀਆਂ ਨੇ ਉਹ ਵੀ ਕੱਢੀਆਂ ਜਾਣ। ਤੁਸੀਂ ਦੇਖ ਸਕਦੇ ਹੋ ਹਜ਼ੂਮ ਜਿਹੜਾ ਅੱਗੇ ਤੁਰਿਆ ਸੀ ਵਾਪਸ ਆ ਰਿਹਾ ਹੈ ਸਾਰਾ ਹਜ਼ੂਮ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਟਰਾਲੀਆਂ ਪਿੱਛੇ ਰੋਕ ਦਿੱਤੀਆਂ ਨੇ ਅੱਧੀਆਂ। ਉਹ ਅੱਧੀਆਂ ਟਰਾਲੀਆਂ ਜਿਹੜੀਆਂ ਰੋਕੀਆਂ ਨੇ ਉਹ ਟਰਾਲੀਆਂ ਕਢਾਉਣ ਵਾਸਤੇ ਨੌਜਵਾਨ ਫਿਰ ਵਾਪਸ ਤੁਰ ਪਏ ਨੇ ਕਿ ਜਿਹੜੀਆਂ ਟਰਾਲੀਆਂ ਰੋਕੀਆਂ ਨੇ ਉਹ ਵੀ ਲੈ ਕੇ ਆਣੀਆਂ ਨੇ। ਬਾਕੀ ਟਰਾਲੀਆਂ ਲਾਈਨ ਤੇ ਲਾ ਦਿੱਤੀਆਂ ਗਈਆਂ ਨੇ। ਹੁਣ ਦੇਖਦੇ ਹਾਂ ਉੱਥੇ ਦਾ ਮੰਜ਼ਰ ਕੀ ਹੁੰਦਾ, ਕਿਉਂਕਿ ਟਰਾਲੀਆਂ ਅੱਗੇ ਜਾਣਗੀਆਂ ਤਾਂ ਸਾਰੀਆਂ ਇਕੱਠੀਆਂ ਜਾਣਗੀਆਂ। ਕਿਸਾਨਾਂ ਦਾ ਇਹ ਕਹਿਣਾ ਹੈ, ਨਹੀਂ ਤਾਂ ਨਹੀਂ। ਸਾਰੇ ਕਿਸਾਨ ਚਲੋ ਕੱਟ ਮਾਰ ਦੋ, ਰੋਲ ਰੱਖ। ਦੇਖ ਸਕਦੇ ਹਾਂ ਨੌਜਵਾਨਾਂ ਦੇ ਅੰਦਰ ਕਿੰਨਾ ਜਨੂਨ ਹੈ, ਕਿੰਨਾ ਜੋਸ਼ ਹੈ। ਇੱਕ ਵਾਰ ਮੁੜ ਬੈਰੀਕੇਡਿੰਗ ਤੋੜ ਕੇ ਖੱਟੜ ਸਰਕਾਰ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ। ਕੀ ਕਹੋਗੇ? ਅਸੀਂ ਆਪਣੀ ਗੱਡੀ ਲੈ ਕੱਢ ਗਏ। ਇਹ ਜਿਹੜੀ ਸਰਕਾਰ ਆ, ਇਹ ਗੁੰਡਿਆਂ ਦੀ ਸਰਕਾਰ ਆ। ਇਹ ਸਾਡੇ ਹੱਕ ਖੋ ਰਹੀ ਆ। ਇਹ ਸਾਨੂੰ ਮਾਰਨਾ ਚਾਹੁੰਦੀ ਆ, ਪੰਜਾਬੀਆਂ ਨੂੰ, ਇਹ ਕਿਸਾਨਾਂ ਨੂੰ। ਅਸੀਂ ਇਹਦਾ ਵਿਰੋਧਤਾ ਕਰਦੇ ਆ। ਖੱਚਰ ਸਰਕਾਰ ਮੁਰਦਾਬਾਦ, ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਖੁਸਰੇ ਮੋਦੀ ਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਆਪਣੇ ਹੱਕ ਲੈ ਕੇ ਰਹਾਂਗੇ, ਲੈ ਕੇ ਰਹਾਂਗੇ। ਮੋਦੀ ਸਰਕਾਰ ਮੁਰਦਾਬਾਦ, ਮੁਰਦਾਬਾਦ। ਮੋਦੀ ਦਾ ਨਾ ਕੋਈ ਪੁੱਤ ਨਾ ਧੀਓ, ਤੈਨੂੰ ਕੰਜਰਾ ਕਿਸੇ ਨਾਲ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਹਜ਼ੂਮ ਇਧਰੋਂ ਮੁੜ ਤੋਂ ਤੁਰ ਕੇ ਆ ਰਿਹਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ, ਕਿਉਂਕਿ ਨੌਜਵਾਨ ਪਹਿਲਾਂ ਨਿਕਲ ਗਏ ਸੀ। ਬਹੁਤ ਵੱਡੀ ਭੀੜ ਨੌਜਵਾਨਾਂ ਦੀ ਸਿੱਧੀ ਲੰਘ ਗਈ ਸੀ, ਪਰ ਉਹਨਾਂ ਨੌਜਵਾਨਾਂ ਦੀ ਭੀੜ ਨੂੰ ਜਦੋਂ ਪਤਾ ਲੱਗਿਆ ਕਿ ਪਿੱਛੇ ਮੁੜ ਤੋਂ ਗੱਡੀਆਂ ਰੋਕ ਦਿੱਤੀਆਂ ਗਈਆਂ ਨੇ, ਬੈਰੀਕੇਡਿੰਗ ਮੁੜ ਤੋਂ ਕਰ ਦਿੱਤੀ ਗਈ ਹੈ, ਤੇ ਫਿਰ ਵਾਪਸ ਆਏ ਨੇ ਉਹ, ਤਾਂ ਜੋ ਇਹ ਬੈਰੀਕੇਡਿੰਗ ਤੋੜੀ ਜਾਵੇ ਤੇ ਬੈਰੀਕੇਡਿੰਗ ਤੋੜ ਕੇ
ਅੱਗੇ ਚਾਲੇ ਪਾਏ ਜਾਣ। ਅਸੀਂ ਅੱਗੇ ਜਾਵਾਂ। ਕੀ ਕਹੋਗੇ ਤੁਸੀਂ? ਬੈਰੀਕੇਡਿੰਗ ਤੋੜ ਦਿੱਤੀ ਹੈ ਦੁਬਾਰਾ ਤੋਂ, ਕਿਉਂਕਿ ਪਹਿਲਾਂ 7 ਕਿ 8 ਟਰਾਲੀਆਂ ਕੱਢ ਦਿੱਤੀਆਂ, ਉਸ ਤੋਂ ਬਾਅਦ ਫਿਰ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਹ ਪੰਜਾਬ ਦੇ ਲੋਕ ਹੈ, ਇਹ ਸਿੱਖ ਕੌਮ ਹੈ, ਇਹਦਾ ਇਤਿਹਾਸ ਨਰਿੰਦਰ ਮੋਦੀ ਨੂੰ ਪੜ੍ਹ ਲੈਣਾ ਚਾਹੀਦਾ ਹੈ। ਇਹ ਜਿਹੜੀ ਤੂੰ ਜ਼ਬਰਦਸਤੀ ਕਰਦਾ ਹੈ, ਇੱਥੋਂ ਅਬਦਾਲੀ ਵਰਗੇ ਤੁਰ ਗਏ, ਜ਼ਕਰੀਆ ਖਾਨ ਵਰਗੇ ਤੁਰ ਗਏ ਜਿਹੜੇ ਜ਼ਬਰ ਕਰਦੇ ਸੀ। ਮੋਦੀ ਸਾਹਿਬ ਇਹ ਕਿਸਾਨਾਂ ਦੇ ਉੱਤੇ ਜ਼ਬਰਦਸਤੀ ਕਾਨੂੰਨ ਨਾ ਥੋਪ। ਆ ਪੰਜਾਬ ਦਾ ਕਿਸਾਨ ਆ ਜਿਹੜਾ ਅੱਜ ਸੜਕਾਂ ਦੇ ਉੱਤੇ, ਅੱਜ ਤੇਰੀ ਜਿਹੜੀ ਪੁਲਿਸ ਨੂੰ ਧੱਕ ਕੇ ਪਰੇ ਹਰਿਆਣੇ ਦੇ ਵਿੱਚ ਇਹ ਵੜ ਚੁੱਕਾ ਹੈ, ਤੇ ਤੇਰੇ ਦਿੱਲੀ ਪਾਰਲੀਮੈਂਟ ਦੇ ਮੂਹਰੇ ਜਿਵੇਂ ਅੱਗੇ ਜਾ ਕੇ ਅਸੀਂ ਕਿਸਾਨਾਂ ਦੀ ਗੱਲ ਕੀਤੀ ਸ਼ਾਂਤਮਈ, ਉਵੇਂ ਅਸੀਂ ਗੱਲ ਕਰਨ ਜਾ ਰਹੇ ਹਾਂ। ਪੁਲਿਸ ਅਤੇ ਪ੍ਰਸ਼ਾਸਨ ਵੀ ਪਿੱਛੇ ਲਗਾਤਾਰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਕਿਸਾਨ ਜਥੇਬੰਦੀਆਂ ਦੇ ਅੱਗੇ ਆਖਰ ਖੱਟੜ ਦੀ ਪੁਲਿਸ ਨੂੰ ਗੋਡੇ ਲਾਣੇ ਹੀ ਪਏ, ਕਿਉਂਕਿ ਸਾਰੀਆਂ ਟਰਾਲੀਆਂ, ਸਾਰੀਆਂ ਗੱਡੀਆਂ ਆ ਰਹੀਆਂ ਨੇ ਤੇ ਪੁਲਿਸ ਨੂੰ ਕਿਤੇ ਨਾ ਕਿਤੇ ਖੂੰਜੇ ਲਾ ਦਿੱਤਾ ਗਿਆ ਹੈ। ਸਾਰੇ ਨੌਜਵਾਨ ਅੱਗੇ ਵਧ ਰਹੇ ਨੇ, ਕਿਉਂਕਿ ਪਹਿਲਾਂ ਨੌਜਵਾਨਾਂ ਨੂੰ ਪਤਾ ਲੱਗਿਆ ਸੀ ਕਿ ਪਿੱਛੇ ਟਰਾਲੀਆਂ ਗੱਡੀਆਂ ਮੁੜ ਤੋਂ ਰੋਕ ਦਿੱਤੀਆਂ ਨੇ ਪੁਲਿਸ ਨੇ। ਕਿਸਾਨਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪੁਲਿਸ ਦੇ ਵੱਲੋਂ। 7-8 ਟਰਾਲੀਆਂ ਛੱਡ ਕੇ ਮੁੜ ਬੈਰੀਕੇਡਿੰਗ ਕੀਤੀ ਗਈ ਸੀ, ਪਰ ਹੁਣ ਸਾਰੀਆਂ ਟਰਾਲੀਆਂ, ਸਾਰੀਆਂ ਗੱਡੀਆਂ ਤੁਰ ਪਈਆਂ ਨੇ ਤੇ ਹੁਣ ਇਹ ਦਿੱਲੀ ਦੀ ਹਿੱਕ ਤੇ ਜਾ ਕੇ ਹੀ ਰੁਕਣਗੀਆਂ, ਦਿੱਲੀ ਪਹੁੰਚ ਕੇ ਹੀ ਰੁਕਣਗੀਆਂ। ਤੁਸੀਂ ਦੇਖ ਸਕਦੇ ਹੋ ਜਥੇਬੰਦੀਆਂ ਦੀਆਂ ਗੱਡੀਆਂ ਵੀ ਅੱਗੇ ਵਧ ਰਹੀਆਂ ਨੇ, ਇੱਕ ਤੋਂ ਬਾਅਦ ਇੱਕ ਗੱਡੀਆਂ ਲਗਾਤਾਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਦਿੱਲੀ ਵੱਲ ਕੂਚ ਕਰ ਰਹੀਆਂ ਨੇ। ਤੇ ਇਹ ਸਿਰਫ ਸ਼ੰਭੂ ਬਾਰਡਰ ਦੀ ਹੀ ਨਹੀਂ, ਪੰਜਾਬ ਨਾਲ ਜਿੰਨੇ ਵੀ ਹਰਿਆਣਾ ਦੇ ਬਾਰਡਰ ਲੱਗਦੇ ਨੇ, ਹਰ ਬਾਰਡਰ ਦੇ ਉੱਤੇ ਇਹੀ ਨਜ਼ਾਰਾ ਵੇਖਣ ਨੂੰ ਮਿਲ ਰਿਹਾ ਹੈ। ਇਸੇ ਤਰ੍ਹਾਂ ਦਾ ਨਜ਼ਾਰਾ ਤੁਹਾਨੂੰ ਪੂਰੇ ਪੰਜਾਬ ਦੇ ਹਰ ਬਾਰਡਰ ਉੱਤੇ ਦੇਖਣ ਨੂੰ ਮਿਲੇਗਾ, ਕਿਉਂਕਿ ਇਸ ਵਾਰ ਚਾਹੇ ਨੌਜਵਾਨ ਹੋਵੇ, ਚਾਹੇ ਕਿਸਾਨ ਹੋਵੇ, ਚਾਹੇ ਗਾਇਕ ਹੋਣ, ਚਾਹੇ ਐਕਟਰ ਹੋਣ, ਚਾਹੇ ਧੀਆਂ ਹੋਣ, ਚਾਹੇ ਪੁੱਤ ਹੋਣ, ਚਾਹੇ ਛੋਟੀਆਂ ਬੱਚੀਆਂ ਹੋਣ, ਹਰ ਕੋਈ ਇਸ ਜੰਗ ਵਿੱਚ ਉਤਰ ਗਿਆ ਹੈ ਤੇ ਹਰ ਕੋਈ ਆਪਣੀ ਜੰਗ ਲੜ ਰਿਹਾ ਹੈ। ਹਰ ਕੋਈ ਇਹੀ ਚਾਹੁੰਦਾ ਹੈ ਕਿ ਜੋ ਤਾਨਾਸ਼ਾਹੀ ਫੈਸਲੇ, ਜੋ ਗੰਦੇ ਫੈਸਲੇ ਮੋਦੀ ਸਰਕਾਰ ਨੇ ਲਏ ਨੇ, ਆਰਡੀਨੈਂਸ ਵੀ ਵਾਪਸ ਕੀਤੇ ਜਾਣਗੇ ਤੇ ਪੰਜਾਬ ਨੂੰ ਆਪਣੀ ਖੁਦ ਮੁਖਤਿਆਰੀ ਵੀ ਮਿਲੇਗੀ। ਪੰਜਾਬ ਹੁਣ ਖੁਦ ਮੁਖਤਿਆਰੀ ਲਏ ਬਿਨਾ ਨਹੀਂ ਰੁਕਣ ਵਾਲਾ। ਬਾਪੂ ਜੀ ਦੇਖ ਕੇ ਪਿੱਛੇ ਕਿਸਾਨਾਂ ਦੇ ਅੰਦਰ ਬਹੁਤ ਜੋਸ਼ ਹੈ, ਜੋਸ਼ ਦੇ ਨਾਲ ਗੱਡੀਆਂ ਅੱਗੇ ਲਿਜਾਈਆਂ ਜਾ ਰਹੀਆਂ ਨੇ, ਟਰਾਲੀ ਦੇ ਪਿੱਛੇ ਟਰਾਲੀ ਲੱਗ ਰਹੀ ਹੈ ਤੇ ਦੇਖਦੇ ਹਾਂ ਅਸੀਂ ਕੀ ਕਹਿੰਦੇ ਨੇ ਨੌਜਵਾਨ। ਟਰਾਲੀਆਂ ਹੌਲੀ ਹੌਲੀ, ਕੀ ਕਹੋਗੇ? ਦੁਆਰ ਤੋਂ ਰੋਕ ਲਿਆ ਸੀਗਾ ਬੈਰੀਅਰ ਤੋੜ ਕੇ, ਬੈਰੀਅਰ ਤੋੜ ਕੇ ਜੀ ਦਿੱਲੀ ਪਹੁੰਚਣਾ ਜੀ, ਗੱਡੀ ਪਿੱਛੇ ਨਾ ਰਹਿ ਜਾਵੇ, ਰੁਕ ਜੀ। ਹਾਂਜੀ, ਕੋਈ ਮੈਸੇਜ ਮੋਦੀ ਨੂੰ ਕੀ ਕਹਿਣਾ? ਮੋਦੀ ਕੇ ਘਰ ਪਹੁੰਚਣ ਵਾਲਾ ਹੀ ਹੈ ਬਸ ਜੀ, ਸ਼ਾਮ ਨੂੰ ਪਹੁੰਚ ਜਾਣਾ ਜੀ, ਉੱਥੇ ਜਾ ਕੇ ਮਿਲਾਂਗੇ। ਮੋਦੀ ਕੁੱਤਾ ਨਹੀਂ ਜੀ ਬਾਦਾ ਸਾਡੀ ਮਾਂ ਨੂੰ, ਹੁਣ ਤਾਂ ਮਾਂ ਤੇ ਗੱਲ ਆ ਗਈ ਜੀ ਸਾਡੀ ਤੇ। ਪਹੁੰਚਣ ਵਾਲਾ ਹੀ ਹੈ ਜੀ ਮੋਦੀ ਦੇ ਘਰ, ਬਕੇਰਾ ਪੈ ਚੁੱਕਿਆ ਮੋਦੀ ਨੂੰ ਜੀ। ਧੰਨਵਾਦ ਜੀ, ਧੰਨਵਾਦ। ਕਹਿੰਦੇ ਕਿ ਪਹੁੰਚਣ ਵਾਲੇ ਨੇ ਬਸ ਮੋਦੀ ਕੋਲ। ਤੁਸੀਂ ਬਾਪੂ ਜੀ ਕੁਝ ਕਹਿਣਾ? ਹੋ ਗਿਆ ਜੀ, ਮੋਦੀ ਦਾ ਬੇੜਾ ਗਰਕ ਹੋ ਚੁੱਕਾ ਆ, ਉਹਦੇ ਦਿਨ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਆ। ਮੋਦੀ ਦਾ ਬੇੜਾ ਗਰਕ ਹੋ ਚੁੱਕਿਆ ਆ। ਕਿਸਾਨ ਤੁਸੀਂ ਦੇਖ ਸਕਦੇ ਹੋ ਕਿੰਨੇ ਜੋਸ਼ ਵਿੱਚ ਨੇ, ਕਿਸਾਨ, ਨੌਜਵਾਨ, ਹਰ ਕੋਈ ਅੱਗੇ ਵਧ ਰਿਹਾ ਹੈ ਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਟਰਾਲੀਆਂ, ਗੱਡੀਆਂ, ਕਾਰਾਂ ਜਾ ਰਹੀਆਂ ਨੇ ਤੇ ਹੁਣ ਹਰ ਕਿਸੇ ਦਾ ਇਹੀ ਕਹਿਣਾ ਹੈ ਕਿ ਮੋਦੀ ਨੂੰ ਦਿਖਾਣਾ ਹੈ ਕਿ ਅਸੀਂ ਕਿੱਦਾਂ ਜਿੱਤ ਨੂੰ ਆਪਣੇ ਹਿੱਸੇ ਲਿਆਉਣਾ ਹੈ, ਕਿਉਂਕਿ ਜੋ ਤਾਨਾਸ਼ਾਹੀ ਰਵੱਈਆ ਇਸ ਸਰਕਾਰ ਨੇ ਅਪਣਾਇਆ ਹੈ, ਉਸ ਤਾਨਾਸ਼ਾਹੀ ਰਵੱਈਏ ਨੂੰ ਪੰਜਾਬ ਦੀ ਆਵਾਮ, ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਸਾਨੀ ਕਦੇ ਹੀ ਬਰਦਾਸ਼ਤ ਨਹੀਂ ਕਰਦੀ ਤੇ ਇਸ ਲਈ ਹੁਣ ਟਰਾਲੀ ਤੇ ਟਰਾਲੀ ਲਗਾਤਾਰ ਨਿਕਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਨੌਜਵਾਨ ਭੱਜ ਰਹੇ ਨੇ, ਨੌਜਵਾਨ ਇੱਕ ਤੋਂ ਬਾਅਦ ਇੱਕ ਭੱਜ ਰਹੇ ਨੇ ਤੇ ਦਿੱਲੀ ਵੱਲ ਨੂੰ ਕੂਚ ਕਰਨ ਦੀ ਤਿਆਰੀ ਪੂਰੀ ਹੋ ਚੁੱਕੀ ਹੈ। ਕਈ ਟਰਾਲੀਆਂ ਅੱਗੇ ਲੰਘ ਚੁੱਕੀਆਂ ਨੇ ਤੇ ਪਿੱਛੋਂ ਲਗਾਤਾਰ ਪ੍ਰਾਈਵੇਟ ਗੱਡੀਆਂ ਅੱਗੇ ਆਉਣ ਲੱਗ ਪਈਆਂ ਨੇ। ਪੁਲਿਸ ਅਤੇ ਪ੍ਰਸ਼ਾਸਨ ਵੀ ਆਪਣੀ ਪੂਰੀ ਹਿੰਮਤ, ਪੂਰਾ ਜ਼ੋਰ ਲਾ ਚੁੱਕਿਆ ਹੈ, ਪਰ ਕਿਸੇ ਦੀ ਕੁਝ ਨਹੀਂ ਚੱਲ ਸਕਦੀ। ਨਹੀਂ ਨਿਕਲੇ ਨਹੀਂ ਹੁਣੇ ਆਇਆ ਦੀਪ, ਹਾਂ ਦੀਪ ਭਾਈ, ਆ ਜਾ ਉੱਧਰ ਹੀ ਆ ਜਾ। ਮੈਂ ਤਾਂ ਲੱਭਦਾ ਪਿਆ ਆ ਸਵੇਰ ਹੁਣੇ ਆਇਆ।
ਵੀ ਸਾਰੇ ਦੇ ਸਾਰੇ ਦੀਪ ਦੇ ਨਾਲ ਵੀ ਜਿੰਨਾ ਵੀ ਹਜ਼ੂਮ ਹੈਗਾ ਆ ਸਾਰਿਆਂ ਨੇ ਦਿਲ ਨੂੰ ਚਾਲੇ ਪਾਤੇ ਨੇ। ਤੇ ਇਸ ਵੇਲੇ ਅਸੀਂ ਅੰਬਾਲਾ ਕ੍ਰਾਸ ਕਰ ਰਹੇ ਹਾਂ ਤੇ ਅੰਬਾਲਾ ਕ੍ਰਾਸ ਕਰਦੇ ਹੋਏ ਦਿੱਲੀ ਵੱਲ ਨੂੰ ਜਾ ਰਹੇ ਹਾਂ। ਦੀਪ ਭਾਈ ਵੀ ਬਾਹਰੀ ਆ ਗੱਡੀ ਦੇ, ਤਾਂ ਦਿਖਾਉਂਦੇ ਹਾਂ ਪਿੱਛੇ ਤੱਕ ਦਾ ਜੋ ਹਜ਼ੂਮ ਹੈ। ਦੇਖ ਸਕਦੇ ਹੋ
ਸਵਾਲ ਕਰਦਾ ਮੈਂ ਦੀਪ ਨੂੰ ਸੰਘਰਸ਼ੀ ਯੋਧਿਓ ਨਹੀਂ ਰੀਸਾਂ ਹੋਡੀਆਂ ਬੈਰੀਅਰ ਤੋੜ ਕੇ ਜਿਹੜੇ ਹਿਸਾਬ ਨਾਲ ਨਿਕਲ ਆਏ ਆ ਹੁਣ ਦਿੱਲੀ ਨੂੰ ਜਿੱਤਣ ਵਾਸਤੇ ਤੁਰ ਪਏ ਆ। ਹੁਣ ਗਾਂ ਦਿੱਲੀ ਜਾ ਰਹੇ ਹਾਂ ਸੰਘਰਸ਼ ਦੀ ਹਜੇ ਤਾਂ ਸ਼ੁਰੂਆਤ ਆ ਅਸਲ ਮਾਇਨਿਆਂ 'ਚ ਹੁਣ ਸੰਘਰਸ਼ ਸ਼ੁਰੂ ਹੋਇਆ ਸਰਕਾਰ ਦੇਖਿਓ ਹੁਣ ਜਿਹੜਾ ਇਹ ਅੰਦੋਲਨ ਆ ਰੈਵੋਲੂਸ਼ਨ ਆ ਇਨਕਲਾਬ ਆ ਸਰਕਾਰ ਵੇਖਿਓ ਕਿਵੇਂ ਔਰ ਆਹ ਦੇਖੋ ਦੇਸ਼ ਬਾਬਰ ਮੋਹੇ ਹੈ ਸ਼ੁਭ ਕਰਮਣ ਤੇ ਸਰਸੋਂ ਜਬ ਜਾਏ ਲਰੂਨੇ ਜੀਤ ਕਰੂੰ ਜਦੋਂ ਭਰੋਸਾ ਉਸ ਗੁਰੂ ਤੇ ਹੋਵੇ ਫਿਰ ਜਿੱਤ ਤਾਂ ਹੋਣੀ ਹੋਣੀ ਹੈ ਗੱਲ ਤਾਂ ਭਰੋਸੇ 'ਚ ਪਈ ਹੈ ਜਿੱਤ ਵੀ ਉੱਥੇ ਹੀ ਪਈ ਆ ਬਖਸ਼ਿਸ਼ ਉਹਨਾਂ ਨੇ ਕਰਨੀ ਤੇ ਜਿੰਨੀਆਂ ਵੀ ਗੋਲਡਨ ਜਬ ਬਣਿਆ ਹੋਇਆ ਐਂਟਰੀ ਗੇਟ 10 ਤੋਂ 15 ਕਿਲੋਮੀਟਰ ਹੋਣਾ ਦੇਖੋ ਇੱਕ ਮਿੰਟ ਅੱਜ ਪੰਜਾਬ ਦਾ ਹਰਿਆਣੇ ਦਾ ਕਿਸਾਨਾਂ ਦਾ ਓਵਰਆਲ ਤੁਸੀਂ ਇੱਕਾ ਦੇਖੋ ਦਿੱਲੀ ਦੀ ਦੇਖੋ ਡਰੀ ਕਿਵੇਂ ਜਾਂਦੇ ਆ ਇਹ ਤਾਂ ਸਾਨੂੰ ਹਰਿਆਣੇ ਨਾਲ ਹੀ ਨਹੀਂ ਇਕੱਠਾ ਹੋਣ ਦੇ ਰਹੇ ਪਿੱਛੇ ਲੱਖਾਂ ਬੰਦੇ ਖੜੇ ਆ ਸੋ ਸਰਕਾਰ ਇਹਨਾਂ 'ਚ ਕਿੱਡਾ ਵੱਡਾ ਡਰ ਆ ਜੇ ਤੁਸੀਂ ਇਹ ਦੇਖੋ ਲੋਕਤੰਤਰ ਸਾਨੂੰ ਸਿੱਧੇ ਰੂਪ 'ਚ ਅੱਜ ਸਪਸ਼ਟ ਰੂਪ 'ਚ ਇਹਨਾਂ ਦਾ ਲੋਕਤੰਤਰ ਹੈ ਕੀ ਉਹਦੀ ਜਿਹੜੀ ਫਾਊਂਡੇਸ਼ਨ ਹੀ ਸਮਝ 'ਚ ਆ ਗਈ ਵੀ ਇਹ ਲੋਕਤੰਤਰ ਨਹੀਂ ਹੈ ਤਾਂ ਆਪ ਬਣਾ ਕੇ ਉੱਥੇ ਰੂਲ ਕਹਿੰਦੇ ਆਪ ਮੰਨਣੇ ਪੈਣਗੇ ਤੇ ਅੱਜ ਕਿਸਾਨ ਜਾਂ ਪੰਜਾਬ ਦੇ ਜਿਹੜੇ ਸੰਘਰਸ਼ੀ ਯੋਧੇ ਆ ਉਹ ਕਹਿੰਦੇ ਅਸੀਂ ਟਿੱਚ ਜਾਣਦੇ ਆ ਸਰਕਾਰ ਦੇ ਰੂਲਾਂ ਨੂੰ ਤੇ ਸਰਕਾਰ ਸਾਨੂੰ ਆਪਦੇ ਹੱਕ ਚਾਹੀਦੇ ਆ ਸੋ ਲੜਾਈ ਹੱਕਾਂ ਦੀ ਆ ਹੁਣ ਰਿਆਇਤਾਂ ਸੌਦਾਂ ਦੀ ਲੜਾਈ ਨਹੀਂ ਆ ਸਰਕਾਰ ਤਾਂ ਅਜੇ ਵੀ ਕਹੀ ਜਾਂਦੀ ਹੈ ਕਿ ਦਿਨ ਆ ਕੇ ਸਾਡੇ ਨਾਲ ਮੀਟਿੰਗ ਕਰ ਲਓ ਉਸ ਤੋਂ ਬਾਅਦ ਦੇਖਦੇ ਹਾਂ ਅੱਗੇ ਦੀ ਰਣਨੀਤੀ ਕੀ ਬਣਦੀ। ਸਰਕਾਰ ਨੇ ਤਾਂ ਟਾਈਮ ਪਾਸ ਕਰਨਾ ਜੀ ਸਰਕਾਰ ਨੇ ਸੰਘਰਸ਼ ਨੂੰ ਕਮਜ਼ੋਰ ਕਰਨਾ ਸਰਕਾਰ ਦੀ ਕੋਈ ਸੀਰੀਅਸਨੈਸ ਨਹੀਂ ਆ ਤੁਸੀਂ ਦੇਖੋ ਅੱਜ ਅੰਦੋਲਨ ਸ਼ਿਖਰ ਤੇ ਆ ਫਿਰ ਜੀ ਹਨਾ ਹੋਰ ਇਹਦਾ ਰੂਪ ਤੁਹਾਨੂੰ ਹਜੇ ਹੋਰ ਦਿਖੂਗਾ ਤੇ ਸਰਕਾਰ ਕਹਿ ਰਹੀ ਹੈ 3 ਤਰੀਕ ਨੂੰ ਆਓ ਤੁਸੀਂ ਅੱਜ ਮੁਖਾਤਮ ਹੋ ਨਾ ਅੱਜ ਐਡਰੈਸ ਕਰੋ ਅੱਜ ਆ ਕੇ ਮੀਟਿੰਗ ਕਰੋ ਲਓ ਅਸੀਂ ਚੱਲੇ ਆ ਦਿੱਲੀ ਨੂੰ ਬੈਠਣ ਕਿਸਾਨ ਆਗੂਆਂ ਨਾਲ ਉੱਥੇ ਜੀ ਸੋ ਪਰ ਉਹਨਾਂ ਦੀ ਸੀਰੀਅਸਨੈਸ ਹੈ ਹੀ ਨਹੀਂ ਉਹ ਤਾਂ ਜਿੱਦ ਫੜੀ ਬੈਠੇ ਆ ਪਰ ਲੋਕਾਂ ਨੇ ਝੁਕਾ ਲੈਣਾ ਦਿੱਲੀ ਪਹੁੰਚ ਕੇ ਅਸੀਂ ਹੁਣ ਅੱਗੇ ਦਿੱਲੀ ਪਹੁੰਚ ਕੇ ਝੰਡਾ ਗੱਡਤਾ ਸੀ ਮੋਰਚਾ ਲੱਗ ਗਿਆ ਕੇਬਲ ਟਾਊਨ ਤੇ ਜਦੋਂ ਦਿੱਲੀ ਜਾ ਕੇ ਮੋਰਚੇ ਕੱਢੇ ਫਿਰ ਆਉਣਗੇ ਕੇਬਲ ਟਾਊਨ ਤੇ ਉਹਨਾਂ ਨੂੰ ਪਤਾ ਲੱਗੂ ਸੀਰੀਅਸਨੈਸ ਸਿਚੁਏਸ਼ਨ ਦੀ ਇੰਟੈਂਸਿਟੀ ਕੀ ਹੈ ਇਸ ਲੋਕ ਅੰਦੋਲਨ ਦੀ ਇਸ ਲੋਕ ਅੰਦੋਲਨ ਦੀ ਇੰਟੈਂਸਿਟੀ ਕੀ ਹੈ ਇਹ ਤਾਂ ਹੁਣ ਟੇਬਲ ਟਾਕ ਕਰਕੇ ਹੀ ਪਤਾ ਲੱਗੇਗਾ ਤੇ ਇੱਕ ਸੀਨੀਅਰ ਪੱਤਰਕਾਰ ਵੀ ਮੈਨੂੰ ਨਜ਼ਰ ਆ ਰਹੇ ਨੇ ਸਿਮਰਨਜੋਤ ਮੱਕੜ ਨਾਲ ਕਹਿੰਦੇ ਹੋ ਕਿ ਪੰਜਾਬ ਇਸ ਵੇਲੇ ਕਿਹੜੇ ਪਾਸੇ ਨੇ ਪੰਜਾਬ ਜੀ ਇਹ ਜਿਹੜੇ ਸਾਡੇ ਹੱਕ ਆ ਇਹ ਲੈਣ ਤੁਰੇ ਆ ਦਿੱਲੀ ਤੋਂ ਤੇ ਅਸੀਂ ਲੈ ਕੇ ਮੁੜਾਂਗੇ ਤੇ ਜੋ ਇਹ ਮੋਦੀ ਸਰਕਾਰ ਕਰ ਰਹੀ ਹੈ ਤੇ ਅਸੀਂ ਇਹਨੂੰ ਤੁਰ ਕੇ ਜਾ ਰਹੇ ਹੱਲ ਪਾਵਾਂਗੇ ਕੋਈ ਨਹੀਂ ਜਾਣਦੇ ਤੇ ਆਪਣੇ ਹੱਕ ਲਈ ਮੁੜਾਂਗੇ। ਮੀਡੀਆ ਦੀ ਗੱਲ ਕਰੀਏ ਤੁਸੀਂ ਮੀਡੀਆ ਦੇ ਨਾਲ ਜੁੜੇ ਹੋਏ ਹੋ ਪੀਲੀ ਪੱਤਰਕਾਰੀ ਵਾਲੇ ਬਹੁਤ ਸਾਰੇ ਚੈਨਲਸ ਨੇ ਬਹੁਤ ਸਾਰੇ ਪੱਤਰਕਾਰ ਨੇ ਜਿਹੜੇ ਸਿਰਫ ਤੇ ਸਿਰਫ ਅਸੀਂ ਕਹਿ ਸਕਦੇ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ ਹੈ ਉਹਨਾਂ ਬਾਰੇ ਕੀ ਖਿਆਲ ਹੈ ਕਿਉਂਕਿ ਨੈਸ਼ਨਲ ਚੈਨਲਸ ਦੇ ਉੱਤੇ ਕੋਈ ਵੀ ਕਿਸਾਨਾਂ ਦੀ ਕਵਰੇਜ ਪ੍ਰੋਪਰਲੀ ਨਹੀਂ ਦਿਖਾਈ ਇਹੀ ਮਾੜੀ ਗੱਲ ਹੈ ਜੀ ਇਹ ਮਾੜੀ ਗੱਲ ਹੈ ਇਹ ਦਿਖਾ ਨਹੀਂ ਰਹੇ ਉੱਥੇ ਦਿੱਲੀ ਦੇ ਨੈਸ਼ਨਲ ਚੈਨਲ ਜੇ ਉਹ ਦਿੱਲੀ ਦੇ ਲੋਕਾਂ ਨੂੰ ਦੱਸਣ ਵੀ ਕਿਸਾਨ ਵੀ ਉਰੇ ਆ ਰਹੇ ਆ ਦਿੱਲੀ ਉਹਨਾਂ ਨੂੰ ਪਤਾ ਲੱਗੇ ਵੀ ਕਿਸਾਨ ਦਾ ਦਰਦ ਕੀ ਹੁੰਦਾ ਉਹਦੀ ਜ਼ਮੀਨ ਕੀ ਹੁੰਦੀ ਆ ਉਹਨਾਂ ਨੂੰ ਪਤਾ ਲੱਗੇ ਤਾਂ ਦਿੱਲੀ ਵਾਲੇ ਸਮਝਣ ਉਹ ਸਾਰੇ ਚੈਨਲ ਤਾਂ ਮੇਰੀ ਕਿਰਪਾ ਕਰਕੇ ਉਹਨਾਂ ਨੂੰ ਬੇਨਤੀ ਆ ਵੀ ਉਹ ਉੱਥੇ ਆਪਣੇ ਚੈਨਲਾਂ 'ਤੇ ਸਾਡਾ ਦਿਖਾਣ ਤੇ ਉਹਨਾਂ ਨੂੰ ਪਤਾ ਲੱਗੇ ਵੀ ਕਿਸਾਨ ਕਿਉਂ ਇੰਨਾ ਤੜਪ ਰਿਹਾ ਏ ਕਿਉਂ ਦਿੱਲੀ ਪਹੁੰਚਣ ਤੱਕ ਮਜਬੂਰ ਹੋਇਆ ਏ ਤੇ ਉਹਨੂੰ ਪਤਾ ਲੱਗੇ ਤੇ ਸਾਡੇ ਅਸੀਂ ਆਪਣੇ ਹੱਕ ਲੈਣ ਗਏ ਆ ਤੇ ਅਸੀਂ ਹੱਕ ਲੈ ਕੇ ਮੁੜਾਂਗੇ ਨਹੀਂ ਉੱਥੇ ਰਹਾਂਗੇ ਜਿੰਨੇ ਚਿਰ ਸੰਘਰਸ਼ ਚੱਲਦਾ ਰਹੂਗਾ। ਤੁਸੀਂ ਇੱਕ ਨਵੇਂ ਅਦਾਰੇ ਦੇ ਨਾਲ ਜੁੜਨ ਲੱਗੇ ਹੋ ਤੇ ਹੁਣ ਕੀ ਉਮੀਦ ਕਰੀਏ ਕਿ ਤੁਸੀਂ ਵੀ ਹੱਕ ਸੱਚ ਦੀ ਆਵਾਜ਼ ਵੀ ਬੁਲੰਦ ਕਰੋਗੇ? ਹਾਂਜੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰਾਂਗੇ ਹਮੇਸ਼ਾ ਹੱਕ ਸੱਚ ਨਾਲੇ ਖੜੇ ਆ ਖੜਦੇ ਰਹਾਂਗੇ ਜੀ ਬੋਲੇ ਸੋਨੇਹਾਲ ਸਤਿ ਸ਼੍ਰੀ ਅਕਾਲ। ਚੰਗੇ ਪੱਤਰਕਾਰਾਂ ਦਾ ਕੰਮ ਇਹ ਹੁੰਦਾ ਹੈ ਕਿ ਅਸੀਂ ਹਮੇਸ਼ਾ ਹੱਕ ਸੱਚ ਦੇ ਨਾਲ ਖੜੀਏ ਹੱਕ ਸੱਚ ਦੀ ਆਵਾਜ਼ ਬੁਲੰਦ ਕਰੀਏ। ਮੈਂ ਪਹਿਲਾਂ ਵੀ ਕਿਹਾ ਹੈ ਕਿ ਗੁਰਬਾਣੀ ਅਖੰਡ ਬਾਣੀ ਦੇ ਉੱਤੇ ਜਿੰਨੇ ਵੀ ਸ਼ੰਭੂ ਮੋਰਚੇ ਦੀ ਕਵਰੇਜ ਪਈ ਹੈ ਆ ਮੋਰਚੇ ਨਾਲ ਰਿਲੇਟਡ ਜੋ ਵੀ ਫੁਟੇਜ ਪਈ ਹੈ ਕੋਈ ਵੀ ਚੈਨਲ ਇਸਤੇਮਾਲ ਕਰ ਸਕਦਾ ਕੋਈ ਯੂਟਿਊਬਰ ਹੈਗਾ ਕੋਈ ਨਵਾਂ ਬੱਚਾ ਹੈਗਾ ਕੁਝ ਵੀ ਕਿਤੋਂ ਵੀ ਚੱਕ ਕੇ ਤੁਸੀਂ ਪਾ ਲਓ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕਾਪੀਰਾਈਟ ਕਲੇਮ ਨਹੀਂ ਮਾਰਿਆ ਜਾਏਗਾ ਸਾਡੇ ਅਦਾਰੇ ਵੱਲੋਂ ਕਿਉਂਕਿ ਇਹ ਮੂਵਮੈਂਟ ਉਹ ਹੈ
ਜਿਹਦੇ ਵਿੱਚ ਜਿੱਦਾਂ ਕਿਸਾਨ ਜਥੇਬੰਦੀਆਂ ਨਾਲ ਸਿਰ ਜੋੜਿਆ ਹੈ ਉੱਦਾਂ ਹੀ ਮੀਡੀਆ ਨੂੰ ਵੀ ਸਿਰ ਨਾਲ ਸਿਰ ਜੋੜਨਾ ਪੈਣਾ, ਪਰ ਉਹੀ ਮੀਡੀਆ ਜੁੜੇਗਾ ਜਿਹਨਾਂ ਦੀਆਂ ਜ਼ਮੀਰਾਂ ਜਾਗਦੀਆਂ ਹੋਣਗੀਆਂ, ਜਿਹਨਾਂ ਨੂੰ ਵਿਊਜ਼ ਜਾਂ ਪੈਸਾ ਨਹੀਂ ਦਿਖਦਾ ਹੋਊਗਾ, ਜਿਹਨਾਂ ਨੂੰ ਇਹ ਦਿਖਦਾ ਹੋਊਗਾ ਕਿ ਅਸੀਂ ਪੰਜਾਬੀ ਹਾਂ, ਅਸੀਂ ਪੰਜਾਬ ਦੀ ਧਰਤੀ ਦੇ ਨਾਲ ਜੁੜੇ ਹੋਏ ਹਾਂ। ਤੇ ਜੇਕਰ ਤੁਸੀਂ ਵੀ ਜੁੜੇ ਹੋ ਤਾਂ ਆਪਣੇ ਜ਼ਮੀਰ ਜਗਾਓ ਤੇ ਅਜਿਹੇ ਮੋਰਚਿਆਂ ਦੇ ਨਾਲ ਦਿੱਲੀ ਪਹੁੰਚੋ ਤਾਂ ਕਿ ਦਿੱਲੀ ਦੀ ਹਿੱਕ ਤੇ ਅਸੀਂ ਨੀਚਾ ਕੱਢ ਸਕੀਏ ਤੇ ਆਪਣੇ ਹੱਕ ਲੈ ਸਕੀਏ। ਜਿੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ, ਪ੍ਰੋਗਰਾਮ ਚੰਗਾ ਲੱਗਿਆ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ व्यक्त कर सकते हो। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਨੂੰ ਚਾਲੇ ਪਾ ਦਿੱਤੇ ਨੇ ਸ਼ੰਭੂ ਮੋਰਚੇ ਦਾ ਬਹੁਤ ਲੰਬੇ ਸਮੇਂ ਤੋਂ ਜੋ ਧਿਆਨ ਰੱਖ ਰਹੇ ਨੇ ਹਰਪ੍ਰੀਤ ਦੇਵਗਨ ਸਾਡੇ ਨਾਲ ਨੇ, ਉਹਨਾਂ ਨੂੰ ਪੁੱਛਦੇ ਆ ਕਿ ਕਿੰਨਾ ਜੋਸ਼ ਦੇਖਣ 'ਚ ਮਿਲ ਰਿਹਾ ਹੈ ਨੌਜਵਾਨਾਂ ਦੇ ਵਿੱਚ ਤੁਹਾਨੂੰ। ਜੋਸ਼ ਤਾਂ ਤੁਸੀਂ ਦੇਖ ਹੀ ਲਓ। ਮੈਂ ਅੱਜ ਸੋਚ ਰਿਹਾ ਸੀ ਕਿ 1,13,000 ਪਿੰਡ ਨੇ ਤੇ ਜੇ ਇੱਕ ਪਿੰਡ ਦੇ ਵਿੱਚੋਂ 5 ਟਰਾਲੀਆਂ ਵੀ ਹੋਣੀਆਂ ਤਾਂ 5 ਲੱਖ ਟਰਾਲੀ ਦਿੱਲੀ ਨੂੰ ਖੜਾਉਣ ਨੂੰ ਜਗ੍ਹਾ ਨਹੀਂ ਹੈਗੀ। ਦਿੱਲੀ ਨੱਪੀ ਜਾਣੀ ਸਿਰਫ ਟਰਾਲੀਆਂ ਨਾਲ ਹੀ, ਸਿਰਫ ਟਰਾਲੀਆਂ ਨਾਲ। ਹਜੇ ਤਾਂ ਬਾਕੀ ਤਾਂ ਨਿਕਲੇ ਨਹੀਂ, ਸਿਰਫ 5 ਬੰਦੇ ਨਿਕਲ ਰਹੇ ਨੇ ਪਰ ਹੈਡ। ਦੇਖ ਕੇ ਭਾਜੀ ਸਾਈਡ ਤੇ ਆ ਜਾ ਸਾਈਡ ਤੇ। ਇਹਨਾਂ ਨੇ ਕੰਧ ਕੱਢ ਕੇ ਆਪ ਹੀ ਕੋਸ਼ਿਸ਼ ਕਰਤੀ ਹੈ, ਜਿਹੜੀ ਅਸੀਂ ਮੰਗਦੇ ਸੀ ਉਹ ਇਹਨਾਂ ਨੇ ਆਪ ਹੀ ਕੰਧ ਕੱਢ ਕੇ ਕਰ ਦਿੱਤੀ ਹੈ। ਮੈਨੂੰ ਲੱਗਦਾ ਹੁਣ ਆਪਾਂ ਨੂੰ ਅੱਡ ਹੋ ਹੀ ਜਾਣਾ ਚਾਹੀਦਾ, ਨਿਬੜ ਜਾਣਾ ਚਾਹੀਦਾ ਕੰਮ ਇਹ ਵੀ ਬਹਿ ਕੇ। ਬਿਲਕੁਲ ਬਿਲਕੁਲ, ਕਿਉਂਕਿ ਖੁਦ ਮੁਖਤਿਆਰੀ ਦੀ ਗੱਲ ਦੀਪ ਸਿੱਧੂ ਵੀ ਹਮੇਸ਼ਾ ਕਰਦਾ ਆਇਆ ਹੈ ਕਿ ਇਹ ਸਿਰਫ ਆਰਡੀਨੈਂਸ ਦੀ ਗੱਲ ਨਹੀਂ ਹੈ, MSP ਦਾ ਲੜਾਈ ਨਹੀਂ ਹੈ ਜਾਂ ਝਗੜਾ ਨਹੀਂ ਹੈ। ਇਹ ਜਿਹੜੀ ਲੜਾਈ ਹੈ, ਇਹ ਜੋ ਜੰਗ ਹੈ, ਇਹ ਸਾਡੀ ਖੁਦ ਮੁਖਤਿਆਰੀ ਦੀ ਹੈ, ਸਾਡੀ ਹੋਂਦ ਦੀ ਹੈ। ਹੁਣ ਇਸ ਨੂੰ ਕਿੱਦਾਂ ਦੇਖਦੇ ਹੋ, ਕਿਉਂਕਿ ਹਜ਼ੂਮ ਸਿਰਫ ਸ਼ੰਭੂ ਤੋਂ ਨਹੀਂ, ਜਿਹੜੇ ਵੀ ਬਾਰਡਰ ਹਰਿਆਣੇ ਨਾਲ ਲੱਗਦੇ ਨੇ, ਦਿੱਲੀ ਨਾਲ ਲੱਗਦੇ ਨੇ, ਹਰਿਆਣੇ ਦੇ ਵੀ ਨੌਜਵਾਨਾਂ ਨੇ, ਕਿਸਾਨਾਂ ਨੇ ਚਾਲੇ ਦਿੱਲੀ ਨੂੰ ਪਾ ਦਿੱਤੇ ਨੇ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਦਿੱਲੀ ਅੱਗੇ ਕੀ ਕਰੂਗੀ? ਸਟੇਟ ਆਪਦੀ ਪਾਵਰ ਦਾ ਇਸਤੇਮਾਲ ਕਰੂਗੀ, ਹੋਰ ਤਾਂ ਕੀ ਕਰ ਸਕਦੀ ਹੈ। ਜੇ ਉਹ ਸਿਆਣੇ ਹੁੰਦੇ ਤਾਂ ਗੱਲ ਇੱਥੋਂ ਤੱਕ ਪਹੁੰਚਣੀ ਨਹੀਂ ਸੀ। ਇੰਨੇ ਦਿਨਾਂ ਦਾ ਆਪਾਂ ਬੈਠੇ ਹੀ ਹਾਂ, ਦੇਖੋ ਅੱਜ 53 ਦਿਨ ਸਾਨੂੰ ਮੋਰਚਾ ਲਾਏ ਨੂੰ ਹੋ ਗਏ। ਅਗਰ ਸਟੇਟ ਦੇ ਵਿੱਚ ਅਕਲ ਹੁੰਦੀ ਜਾਂ ਉਹਨਾਂ ਦੇ ਵਿੱਚ ਸਮਝ ਹੁੰਦੀ ਤਾਂ ਉਹਨਾਂ ਦਾ ਕਿਸਾਨ ਸੜਕਾਂ ਤੇ ਰੋ ਰਿਹਾ, ਉਹ ਆਪਣਾ ਧੱਕੇ ਨਾਲ ਸਾਡੇ ਬਿੱਲ ਥੋਪਣ ਲੱਗੇ ਹੋਏ ਨੇ। ਇਸ ਕਰਕੇ ਉਹ ਆਪਦੀ ਪਾਵਰ ਇਸਤੇਮਾਲ ਕਰੂਗੀ। ਉਹ ਹਮੇਸ਼ਾ ਦੇਖੋ ਮਜ਼ਲੂਮਾਂ ਨੂੰ ਦਬਾ ਕੇ ਕੁਚਲਾ ਕੇ ਹੀ ਆਪਦਾ ਕੰਮ ਕਰਦੀ ਹੈ, ਠੀਕ ਹੈ। ਤੇ ਇਸ ਵਾਰ ਵੀ ਉਹੀ ਹੋਏਗਾ, ਪਰ ਕੋਈ ਨਹੀਂ, ਇਸ ਵਾਰ ਹਜੂਮ ਸੜਕਾਂ ਤੇ ਹੈ ਤੇ 100% ਅਸੀਂ ਆਪਣੇ ਹੱਕ ਲੈ ਬਿਨਾਂ ਮੁੜਾਂਗੇ ਨਹੀਂ, ਆਪਣੇ ਹੱਕ ਲੈ ਵੀ ਨਾ ਮੁੜਾਂਗੇ ਨਹੀਂ। ਪਰ ਅਜੇ ਵੀ ਬਹੁਤ ਸਾਰੇ ਲੋਕ ਅਜਿਹੇ ਹੋਣਗੇ ਜਿਹੜੇ ਘਰਾਂ 'ਚ ਬੈਠ ਕੇ ਇਸ ਪ੍ਰੋਗਰਾਮ ਨੂੰ ਵੀ ਲਾਈਵ ਦੇਖ ਰਹੇ ਹੋਣਗੇ, ਜਿਹਨਾਂ ਦੇ ਘਰ ਦੇ ਵਿੱਚੋਂ ਕਿਸੇ ਵੀ ਜੀ ਨੇ ਸ਼ਿਰਕਤ ਨਹੀਂ ਕੀਤੀ। ਅਜਿਹੇ ਲੋਕਾਂ ਨੂੰ ਕੀ ਕਹੋਗੇ? NRI ਵੀਰਾਂ ਨੂੰ ਕੀ ਮੈਸੇਜ ਦਵੋਗੇ ਤੁਸੀਂ? NRI ਵੀਰ ਸਾਰੇ ਨਾਲ ਨੇ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਕਿ ਤਰਾਸਦੀ ਹੈ ਕਿ ਹਰ ਮੂਵਮੈਂਟ ਨੂੰ ਨਾ ਸਿੱਖ ਮੂਵਮੈਂਟ ਬਣਾ ਦਿੱਤਾ ਜਾਂਦਾ, ਜਦ ਕਿ ਜਿਹੜੀ ਕਿਸਾਨ ਮੂਵਮੈਂਟ ਹੈ ਉਹ ਸਾਰੇ ਪਰਿਵਾਰਾਂ ਦੀ ਹੈ। ਜਿਹੜਾ ਬੰਦਾ ਰੋਟੀ ਖਾਂਦਾ ਉਸ ਬੰਦੇ ਦੀ ਮੂਵਮੈਂਟ ਹੈ। ਤੁਸੀਂ ਇਹ ਗੱਲ ਸਮਝੋ, ਜਿਸ ਬੰਦੇ ਨੇ ਸਾਡੇ ਥਾਲੀਆਂ ਤੱਕ ਰੋਟੀ ਪਹੁੰਚਾਈ, ਅੱਜ ਉਹ ਆਪਦੀ ਰੋਟੀ ਲਈ ਲੜ ਰਿਹਾ, ਆਪਦੇ ਹੱਕਾਂ ਲਈ ਲੜ ਰਿਹਾ, ਤਾਂ ਸਾਨੂੰ ਸ਼ਰਮ ਮਹਿਸੂਸ ਕਰਕੇ ਹਰ ਹਾਲਾਤ ਵਿੱਚ ਇਹਨਾਂ ਦਾ ਸਾਥ ਦੇਣਾ ਚਾਹੀਦਾ। ਨਾ ਕਿ ਇਹ ਗੱਲ ਕਹਿਣੀ ਚਾਹੀਦੀ ਕਿ ਇਹ ਤਾਂ ਸਿੱਖਾਂ ਦਾ ਅੰਦੋਲਨ ਆ, ਇਹ ਹਰ ਪੰਜਾਬੀ ਦਾ ਅੰਦੋਲਨ ਹੈ ਜਿਹੜਾ ਪੰਜਾਬੀ ਬੰਦਾ ਰੋਟੀ ਖਾਂਦਾ। ਬਿਲਕੁਲ, ਹਿੰਦੂ ਹੋਵੇ, ਮੁਸਲਮਾਨ ਹੋਵੇ, ਬੋਧੀ ਹੋਵੇ, ਜੈਨੀ ਹੋਵੇ, ਈਸਾਈ ਹੋਵੇ, ਇਹ ਹਰ ਉਸ ਇਨਸਾਨ ਦਾ ਅੰਦੋਲਨ ਹੈ ਜੋ ਪੰਜਾਬ ਦੀ ਮਿੱਟੀ ਨਾਲ ਜੁੜਿਆ ਹੈ। ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਅੰਦੋਲਨ ਦਾ ਸਾਥ ਦਈਏ, ਵੱਧ ਚੜ ਕੇ ਇਸ ਦੇ ਵਿੱਚ ਸ਼ਿਰਕਤ ਕਰੀਏ। ਤੇ ਹੁਣ ਦਿੱਲੀ ਦੀ ਹਿੱਕ ਤੇ ਜੇ ਝੰਡਾ ਗੱਡਣ ਚੱਲੇ ਆ ਅਸੀਂ ਆਪਣੇ ਹੱਕਾਂ ਦਾ, ਤੇ ਉਹ ਗੱਡ ਕੇ ਆਈਏ। ਬਣੇ ਰਹੋ ਤੁਸੀਂ ਗੁਰਬਾਣੀ ਅਖੰਡ ਬਾਣੀ ਦੇ ਨਾਲ, ਹਰ ਅਪਡੇਟ ਨਾਲ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਡੀਆਂ ਜਿਹੜੀਆਂ ਪਹਿਲਾਂ ਲੰਮੀਆਂ ਨਾ, ਉਹ ਫਲਾਈਓਵਰ ਦੇ ਥੱਲੇ ਰੋਕ ਉੱਥੇ ਰੋਕ ਕੇ ਆਏ ਆ ਵਾਪਸ। ਉਹਨਾਂ ਟ੍ਰੇਨ 'ਚ ਬੈਠਾ ਸੀ। आज तक आया से रुपये खाने लगे, आज तक वाला ਤੁਸੀਂ ਦੇਖ ਸਕਦੇ ਹੋ ਹੁਣ ਪੰਜਾਬ ਤੋਂ ਹਰਿਆਣਾ ਦੇ ਵਿੱਚ ਬੱਸਾਂ ਵੀ ਇੰਟਰ ਹੋ ਰਹੀਆਂ ਨੇ। ਨੀਟਾ ਜੀ ਸਾਈਡ ਤੇ ਹੋ ਜਾਓ। ਭਰ ਕੇ ਬੱਸਾਂ ਵੀ ਜਾਣ ਲੱਗ ਪਈਆਂ ਨੇ ਹੁਣ ਹਰਿਆਣਾ ਦੇ ਵਿੱਚ। ਦੇਖਦੇ ਹਾਂ, ਜਿਹੜੀ ਸਰਕਾਰ ਕਹਿੰਦੀ ਸੀ ਕਿ ਦਿੱਲੀ ਤੱਕ ਨਹੀਂ ਆਪੜਨ ਦੇਣਾ, ਬਹਾਨੇ ਲਗਾਏ ਜਾਂਦੇ ਸੀ ਕਿ ਕੋਵਿਡ ਹੈ। ਤੇ ਦੇਖਦੇ ਹਾਂ ਕਿ ਆਖਿਰ ਕੋਵਿਡ ਦਾ ਬਹਾਨਾ ਲਾ ਕੇ ਕਿੰਨਾ ਕੀ ਇਹ ਰੋਕਦੇ ਨੇ। ਨੀੜਾ ਜੀ ਪਿੱਛੇ ਆ ਜਾਓ। ਕੀ ਕਹਿੰਦੇ ਨੇ, ਕੀ ਨਹੀਂ ਕਹਿੰਦੇ। ਨੌਜਵਾਨ ਬਹੁਤ ਜੋਸ਼ ਦੇ ਵਿੱਚ ਨੇ, ਅੱਗੇ ਵੱਧ ਰਹੇ ਨੇ। ਕੀ ਕਹੋਗੇ ਮੋਰਚੇ ਬਾਰੇ? ਬਿਲਕੁਲ ਜੀ, ਮੋਰਚਾ ਹੁਣ ਤਾਂ ਚਾਲੇ ਪਾਤੇ ਨੇ। ਮਹਾਰਾਜ ਦੀ ਕਿਰਪਾ ਨਾਲ ਹੁਣ ਫਤਿਹ ਕਰਕੇ ਹੀ ਮੁੜਾਂਗੇ ਪਿਛਾ ਨੂੰ ਜੀ। ਬਿਲਕੁਲ ਖੱਟੜ ਸਰਕਾਰ ਨੇ ਆਪਣੇ ਵੱਲੋਂ ਬੜਾ ਜ਼ੋਰ ਲਾਇਆ ਸੀ, ਬੈਰੀਅਰ ਪਹਿਲਾਂ ਤੋੜ ਤੇ 7 ਟਰਾਲੀਆਂ ਪਹਿਲਾਂ ਕੱਢ ਕੇ ਬਾਕੀ ਦੀਆਂ ਫੇਰ ਰੋਕਤੀਆਂ ਸੀਗੀਆਂ।
ਇਹ ਤਾਂ ਉਹਨਾਂ ਦੀ ਵੇਖੋ ਜੀ ਨੀਤੀ ਹੈ, ਉਹ ਆਪਣੇ ਹਿਸਾਬ ਨਾਲ ਜਿਵੇਂ ਕਰੀ ਜਾਂਦੇ ਨੇ। ਅਸੀਂ ਆਪਣਾ ਜਿਹੜਾ ਜ਼ੋਰ ਆਪਣਾ ਲਾਈ ਜਾਣ, ਉਹ ਆਪਦਾ ਵਿਖਾਈ ਜਾਣਗੇ। ਹੁਣ ਵੇਖਾਂਗੇ ਤੇ ਕੁੰਡੀਆਂ ਦੇ ਸਿੰਘ ਜਿਵੇਂ ਫਸਣ ਵਾਲੀ ਗੱਲ ਹੈ, ਹੁਣ ਨਿਕਲੇਗੀ ਤਾਂ ਵਡੇਵੇਂ ਖਾਣੀ। ਹੁਣ ਉਹ ਅੱਧੀਆਂ ਨਿਕਲ ਗਈਆਂ ਨੇ, ਬਾਕੀ ਜਿਹੜੀ ਰਹਿ ਗਈ ਉਹ ਵੀ ਨਿਕਲ ਜਾਣੀਆਂ। ਹੁਣ ਕੱਢ ਕੇ ਦਮ ਲਾਂਗੇ ਤੇ ਦਿੱਲੀ ਨੱਪ ਕੇ ਦਮ ਲਵਾਂਗੇ। ਦਿੱਲੀ ਨੱਪ ਕੇ ਦਮ ਲਵਾਂਗੇ। ਤੇ ਚਲੋ ਆਪਾਂ ਵੀ ਦਿੱਲੀ ਵੱਲ ਨੂੰ ਚਾਲੇ ਪਾਉਂਦੇ ਹਾਂ ਤੇ ਦਿੱਲੀ ਨੱਪਣ ਵਿੱਚ ਕਿਸਾਨਾਂ ਦੇ ਨਾਲ ਹੁੰਨੇ ਆ, ਕਿਉਂਕਿ ਕਿਤੇ ਨਾ ਕਿਤੇ ਅਸੀਂ ਵੀ ਇਸੇ ਮਿੱਟੀ ਨਾਲ ਜੁੜੇ ਹਾਂ। ਸਾਡੀ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਪਿੱਛੇ ਨਾ ਹਟੀਏ। ਅਸੀਂ ਵੀ ਪੰਜਾਬੀ ਹੋਣ ਦਾ ਫਰਜ਼ ਨਿਭਾਈਏ। ਬਣਨੋ ਗੁਰਬਾਣੀ ਅਖੰਡ ਬਾਣੀ ਦੇ ਨਾਲ ਪਲ ਪਲ ਦੇ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾ ਰਹੇ ਹਾਂ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨਾ ਜੋਸ਼ ਹੈ ਨੌਜਵਾਨਾਂ ਦੇ ਵਿੱਚ, ਪੰਜਾਬੀਆਂ ਦੇ ਵਿੱਚ, ਜੋ ਦਿੱਲੀ ਵੱਲ ਨੂੰ ਹੁਣ ਕੂਚ ਕਰ ਚੁੱਕੇ ਨੇ, ਦਿੱਲੀ ਵੱਲ ਨੂੰ ਚਾਲੇ ਜੋ ਪਾ ਚੁੱਕੇ ਨੇ, ਜੋ ਦਿੱਲੀ ਦੀ ਹਿੱਕ ਤੇ ਨੀਚਾ ਕੱਢਣ ਵਾਸਤੇ ਜਾ ਚੁੱਕੇ ਨੇ। ਤੇ ਬੇਸ਼ੱਕ ਖੱਟੜ ਸਰਕਾਰ ਹੋਵੇ ਜਾਂ ਮੋਦੀ ਸਰਕਾਰ ਹੋਵੇ, ਉਹ ਜਿੰਨਾ ਮਰਜ਼ੀ ਜ਼ੋਰ ਲਗਾਵੇ, ਇਹ ਕਦੇ ਵੀ ਮੁਮਕਿਨ ਹੁਣ ਨਹੀਂ ਹੋਵੇਗਾ ਕਿ ਕਿਸਾਨ ਰੁਕ ਜਾਣ। ਕਿਸਾਨਾਂ ਨੂੰ ਹੁਣ ਕੋਈ ਵੀ ਨਹੀਂ ਰੋਕ ਸਕਦਾ, ਨੌਜਵਾਨਾਂ ਨੂੰ ਹੁਣ ਕੋਈ ਵੀ ਨਹੀਂ ਰੋਕ ਸਕਦਾ। ਨੌਜਵਾਨ ਅਤੇ ਕਿਸਾਨ ਪਰਿਵਾਰ ਰਾਸ਼ਨ ਸਣੇ ਟਰਾਲੀਆਂ ਭਰ ਭਰ ਕੇ ਦਿੱਲੀ ਕੂਚ ਕਰ ਚੁੱਕੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿੱਲੀ ਨੂੰ ਚਾਲੇ ਪੈ ਚੁੱਕੇ ਨੇ, ਅੰਬਾਲੇ ਪਹੁੰਚ ਗਏ ਹਾਂ ਅਸੀਂ। ਦੀਪ, ਕੀ ਸੁਨੇਹਾ ਦੋਗੇ, ਕਿਉਂਕਿ ਤੁਸੀਂ ਬਾਰ-ਬਾਰ ਇਹੀ ਅਪੀਲ ਕਰ ਰਹੇ ਕਿ ਜੋ ਘਰਾਂ 'ਚ ਬੈਠੇ ਨੇ ਉਹ ਮੋਰਚਿਆਂ ਤੇ ਪਹੁੰਚਣ? ਹਾਂਜੀ, ਹੁਣ ਤਾਂ ਦਿੱਲੀ ਪਹੁੰਚਣ। ਹੁਣ ਜਾ ਕੇ ਮੋਰਚੇ ਦਿੱਲੀ ਕੱਢਣੇ ਆ ਜੀ। ਤੇ ਪੰਜਾਬ ਦੀ ਤਿਆਰੀ ਆ, ਪੰਜਾਬ ਸਾਰਾ ਹੀ ਸੰਘਰਸ਼ 'ਚ ਹੈ ਇਸ ਵੇਲੇ। ਤੇ ਇਸ ਕਰਕੇ ਮੈਨੂੰ ਐਂ ਲੱਗਦਾ ਵੀ ਸਰਕਾਰ ਜਿਹੜੀ ਹਜੇ ਤੱਕ ਆਪਦੀ ਐਰੋਗੈਂਸ ਦਿਖਾ ਰਹੀ ਸੀ, ਇਸ ਤੋਂ ਬਾਅਦ ਸਰਕਾਰ ਨੂੰ ਜਿਹੜਾ ਸੰਘਰਸ਼ ਦਾ ਜਾਂ ਇਸ ਅੰਦੋਲਨ ਦਾ ਸੀਰੀਅਸਨੈਸ ਆ, ਇੰਟੈਂਸਿਟੀ ਆ, ਤਿੱਖਾਪਣਾ ਹੁਣ ਪਤਾ ਲੱਗੂ। ਤੇ ਜੇ ਕਿਤੇ ਆਹ ਪੰਜਾਬ, ਹਰਿਆਣਾ, ਯੂਪੀ ਵਾਲੇ, ਰਾਜਸਥਾਨ ਵਾਲੇ ਕਿਸਾਨ ਜਾਂ ਹੋਰ ਪਾਸਿਓਂ ਕਿਸਾਨ ਦਿੱਲੀ ਆ ਗਏ, ਉੱਥੇ ਲੱਖਾਂ ਬੰਦਿਆਂ ਨੇ ਇਕੱਠੇ ਹੋ ਜਾਣਾ। ਦਿੱਲੀ ਇੱਕ ਵਾਰੀ ਤਾਂ ਰੋਕ ਦੇਣਗੇ। ਸੋ ਹੁਣ ਦੇਖਦੇ ਹਾਂ ਸਰਕਾਰ ਕਿੱਥੋਂ ਤਾਈਂ ਜਾਂਦੀ ਹੈ ਜੀ। ਸਾਡੇ ਤਾਂ ਨਹੀਂ ਰੁਕ ਰਹੇ, ਸਾਡੇ ਵਾਲੇ ਤਾਂ ਹੀ ਰੁਕ ਰਹੇ, ਪਰ ਸਰਕਾਰ ਜਿਹੜੇ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਨੇ, ਸਰਕਾਰ ਜਿੱਦਾਂ ਬਾਰ-ਬਾਰ ਕਹਿ ਰਹੀ ਹੈ ਕਿ ਉਹਦੀ ਜੋਸ਼ ਹੀ ਨੌਜਵਾਨਾਂ 'ਚ ਇੰਨਾ ਆ, ਸਲੋ ਕੀ ਕਰਵਾਈਏ, ਉਹ ਸਲੋ ਹੋ ਹੀ ਨਹੀਂ ਰਿਹਾ। ਤੇ ਕੀ ਕਹੋਗੇ, ਸਰਕਾਰ ਜਿਹੜੇ ਤਰੀਕੇ ਦੇ ਨਾਲ ਹੁਣ ਲੱਗੀ ਹੋਈ ਹੈ ਕਿ 3 ਤਰੀਕ ਨੂੰ ਆ ਜਾਓ ਮੀਟਿੰਗ ਵਾਸਤੇ ਜਾਂ 6 ਤਰੀਕ ਨੂੰ ਆ ਜਾਓ? ਸਰਕਾਰ ਦੇਖੋ, ਮੀਟਿੰਗ ਤਾਂ ਹੁਣ ਚਾਹੀਦੀ ਸੀ ਨਾ ਜੀ। ਜੇ 3 ਤਰੀਕ ਨੂੰ ਮੀਟਿੰਗ ਕਰਨੀ ਆ, ਕੋਈ ਨਹੀਂ, ਬੈਠੇ ਆ ਫਿਰ ਦਿੱਲੀ, 3 ਤਰੀਕ ਨੂੰ ਮੀਟਿੰਗ ਕਰ ਲੈਣ। ਹੁਣ ਤਾਂ ਤੁਸੀਂ ਦੇਖੋ ਵੀ ਰੌਲਾ ਪਾਉਂਦੇ ਜਾ ਰਹੇ ਆ ਜੀ। ਜਜ਼ਬਾ ਦੇਖੋ ਲੋਕਾਂ 'ਚ, ਲੋਕਾਂ ਨੂੰ ਹੁਣ ਪਰਵਾਹ ਨਹੀਂ ਆ। ਜਦੋਂ ਘਰੇ ਹੀ ਤੁਰ ਪਏ, ਹੁਣ ਤੁਸੀਂ ਜੋ ਮਰਜ਼ੀ ਕਰ ਲਓ। ਹੁਣ ਦੇਖਦੇ ਆਂ ਵੀ ਕਿੱਧਰ ਨੂੰ ਗੱਲ ਜਾਂ ਵਹਿਣ ਕਿੱਧਰ ਨੂੰ ਵਹਿੰਦਾ। ਸੋ ਗੱਲ ਇਹ ਹੈ ਜੀ, ਇਸ ਟਾਈਮ ਮੈਂ ਹਮੇਸ਼ਾ ਕਹਿ ਰਿਹਾ ਸੀ ਵੀ ਇਸ ਅੰਦੋਲਨ ਨੇ ਸਾਰੀ ਜੀਓਪੋਲਿਟਿਕਸ ਨੂੰ ਬਦਲ ਦੇਣਾ, ਔਰ ਉਹ ਸਿਚੁਏਸ਼ਨ ਬਣਦੀ ਨਜ਼ਰ ਆ ਰਹੀ ਹੈ ਕਿ ਨਹੀਂ ਆ ਰਹੀ? ਤੁਹਾਡੇ ਸਾਹਮਣੇ ਆ। ਸਾਰੀ ਇਸ ਪੋਲੀਟੀਕਲ ਸਟਰਕਚਰ ਨੂੰ ਬਦਲ ਦੇਣਾ ਇਸ ਅੰਦੋਲਨ ਨੇ। ਔਰ ਇਹਦੇ ਤੁਹਾਨੂੰ ਹਜੇ ਜਿਹੜੇ ਅਸਲ ਸਿੱਟੇ ਆ ਉਹ ਤੁਰੰਤ ਸ਼ਾਇਦ ਨਾ ਦਿਖਣ, ਪਰ ਜਿਹੜੀ ਇਹ ਧੁਖੂਗੀ ਨਾ ਅੱਗ ਅੰਦਰ, ਪਾਥੀ ਵਾਂਗੂ, ਜਿਵੇਂ ਪਾਥੀ ਅੰਦਰੋਂ ਧੁਖਦੀ ਰਹਿੰਦੀ ਆ, ਇਹਨੇ ਫੇਰ ਭਾਂਬੜ ਮਚਾਉਣਾ ਹੀ ਮਚਾਉਣਾ ਜੀ। ਤੇ ਹੁਣ ਜਿੱਦਾਂ ਪੰਜਾਬ ਦੇ ਹਰ ਖੂੰਜੇ ਤੋਂ ਸੰਗਤ ਤੁਰ ਪਈ ਹੈ, ਕਿਸਾਨ, ਨੌਜਵਾਨ, ਬੱਚੇ, ਕਿਉਂਕਿ ਮੈਂ ਦੇਖਿਆ ਜਿੱਦਾਂ ਬੈਰੀਅਰ ਦੇ ਉੱਤੇ ਬੱਚਿਆਂ ਤੋਂ ਲੈ ਕੇ ਔਰਤਾਂ ਤੋਂ ਲੈ ਕੇ ਹਰ ਕੋਈ ਸੀ। ਜਿੰਨਾ ਜੋਸ਼ ਉਹਨਾਂ 'ਚ ਦੇਖਣ ਨੂੰ ਮਿਲਿਆ, ਬੈਰੀਅਰ ਚੱਕ ਕੇ ਉਹਨਾਂ ਨੇ ਥੱਲੇ ਦਰਿਆ 'ਚ ਮਾਰੇ, ਪੱਥਰ ਦੀਆਂ ਸਲੈਬਾਂ ਆਪ ਚੱਕ ਕੇ ਸਾਈਡ 'ਤੇ ਕੀਤੇ, ਟਿੱਪਰ ਸਾਈਡ ਕੀਤੇ। ਤੇ IG ਸਾਹਿਬ ਨਾਲ ਮੈਂ ਆਪ ਗੱਲ ਕੀਤੀ, ਉਹਨਾਂ ਨੇ 10 ਮਿੰਟ ਦਾ ਸਮਾਂ ਮੰਗਿਆ ਸੀ, ਮੈਂ ਪਰਸਨਲੀ ਗੱਲ ਕੀਤੀ ਸੀ। ਤੇ 10 ਮਿੰਟ ਤੱਕ ਜਦੋਂ ਉਹਨਾਂ ਦਾ ਕੋਈ ਰਿਪਲਾਈ ਨਹੀਂ ਆਇਆ, ਉਸ ਤੋਂ ਬਾਅਦ ਫਿਰ ਕਿਸਾਨਾਂ ਨੇ ਆਪਣਾ ਜੋਸ਼ ਦਿਖਾਇਆ, ਪਰ ਆਸੂ ਗੈਸ ਵੀ ਉੱਥੇ ਵਰਤੀ ਗਈ, ਕਿਸਾਨਾਂ ਦੇ ਨਾਲ ਧੱਕਾ ਮੁੱਕੀ ਵੀ ਹੋਈ। ਕੀ ਕਹੋਗੇ? ਦੇਖੋ, ਹੁਣ ਇਹਦੇ ਤਾਂ ਇਹੀ ਕਹਾਂਗੇ ਵੀ ਜਿਹੜੇ ਸੂਬਾ ਸਰਕਾਰਾਂ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਵੀ ਲੋਕ ਆਪਦੇ ਹੱਕਾਂ ਖਾਤਰ ਲੜ ਰਹੇ ਆ। ਤੁਸੀਂ ਤਾਂ ਸਾਥ ਦਿਓ। ਸਾਡੀ ਲੜਾਈ ਤਾਂ ਸੈਂਟਰ ਨਾਲ ਆ, ਤੁਹਾਡੇ ਨਾਲ ਤਾਂ ਕੋਈ ਲੜਾਈ ਨਹੀਂ ਆ। ਤੇ ਤੁਸੀਂ ਸਾਡੇ ਤੇ ਟੀਅਰ ਗੈਸ ਯੂਜ਼ ਕਰ ਰਹੇ ਹੋ, ਵਾਟਰ ਕੈਨਨਸ ਯੂਜ਼ ਕਰ ਰਹੇ ਹੋ। ਸੋ ਜਾਂ ਤਾਂ ਇਹਨਾਂ ਨੂੰ ਹੁਕਮ ਉੱਪਰੋਂ ਹੀ ਆਇਆ ਹੋਣਾ, ਗੱਲ ਤਾਂ ਹੀ ਆ। ਤੇ ਜੇ ਉੱਪਰੋਂ ਨਹੀਂ ਆਇਆ, ਜੇ ਆਪ ਕਰ ਰਹੇ ਆ, ਤਾਂ ਫਿਰ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਨਾ ਤੰਗ ਕਰੋ। ਲੋਕ ਕੋਈ ਇਹ
ਮਤਲਬ ਕੋਈ ਟੈਰਰਿਸਟ ਥੋੜੀ ਆ, ਕਿਸਾਨ ਆ ਆਮ। ਆ ਦੇਖ ਲਓ ਜਿਹੜੇ ਤੁਰੇ ਫਿਰਦੇ ਆ ਆਮ ਘਰਾਂ ਦੇ ਸਾਰੇ ਮੁੰਡੇ ਆ, ਹਨਾ, ਬਜ਼ੁਰਗ। ਤੁਸੀਂ ਉਹਨਾਂ ਤੇ ਇਹੋ ਜਿਹਾ ਕੁਝ ਕਰ ਰਹੇ ਹੋ ਯਾਰ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਸਭ ਕਰਦੇ ਹੋ। ਜਿੱਦਾਂ ਦਾ ਸਲੂਕ ਸਰਕਾਰਾਂ ਦਾ ਹੈਗਾ ਆ, ਉਹ ਸਲੂਕ ਕਹਿ ਸਕਦੇ ਹਾਂ ਕਿ ਇਦਾਂ ਜਾਪਦਾ ਹੈ ਕਿ ਜਿੱਦਾਂ ਕਿਸਾਨ ਬਹੁਤ ਵੱਡੇ ਗੁਨੇਗਾਰ ਹੋਣ ਜਾਂ ਜਿਨ੍ਹਾਂ ਨੇ ਬਹੁਤ ਵੱਡਾ ਜ਼ੁਲਮ ਕੀਤਾ ਹੋਵੇ, ਤੇ ਸਰਕਾਰਾਂ ਆਪਣਾ ਕੰਮ ਬਹੁਤ ਵਧੀਆ ਨਿਭਾ ਰਹੀਆਂ ਨੇ, ਕਰ ਰਹੀਆਂ ਨੇ। ਬੇਸ਼ੱਕ ਆਸੂ ਗੈਸ ਨਾਲ ਤੰਗ ਕੀਤਾ ਜਾਵੇ, ਬੈਰੀਅਰ ਲਾਏ ਜਾਣ, ਕਿਉਂਕਿ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਸਾਨੂੰ ਹੱਕ ਦਿੰਦੀ ਹੈ ਸਾਡੇ ਭਾਰਤ ਦਾ ਸੰਵਿਧਾਨ। ਬਿਲਕੁਲ ਜੀ, ਪਰ ਉਹ ਸੰਵਿਧਾਨ ਦੀ ਇਹਨਾਂ ਨੂੰ ਪ੍ਰਵਾਹ ਤਾਂ ਸਰਕਾਰ ਨੂੰ ਹੀ ਨਹੀਂ ਹੈ ਨਾ। ਅਸੀਂ ਤਾਂ ਸੰਵਿਧਾਨਕ ਢੰਗ ਨਾਲ ਹੀ ਕਰ ਰਹੇ ਹਾਂ, ਅੱਜ ਤੱਕ ਸ਼ਾਂਤਮਈ ਚੱਲ ਰਹੇ ਹਾਂ। ਪਰ ਉਹਦੀ ਜਿਹੜੀ ਸੰਵਿਧਾਨ ਦਾ ਘਾਣ ਆ ਉਹ ਤਾਂ ਸਰਕਾਰ ਕਰੀ ਜਾਂਦੀ ਆ, ਤਾਂ ਹੀ ਤਾਂ ਲੋਕ ਤੰਗ ਆ। ਲੋਕਾਂ ਕੋਲੇ ਫੰਡਾਮੈਂਟਲ ਰਾਈਟਸ ਨਹੀਂ ਆ। ਅੱਜ ਜੇ ਤੁਹਾਡੇ ਸਿਵਲ ਰਾਈਟਸ ਹੀ ਖੋਲੇ ਜਾਣ ਫਿਰ ਲੋਕਾਂ ਨੇ ਨਹੀਂ ਟਿਕਣਾ। ਸੋ ਇਹ ਗੱਲ ਆ ਜਿਹੜੀ ਸਰਕਾਰ ਨੂੰ ਸਮਝਣੀ ਚਾਹੀਦੀ ਆ। ਸਰਕਾਰ ਨੇ ਜਿਸ ਤਰ੍ਹਾਂ ਇਸ ਅੰਦੋਲਨ ਨੂੰ ਹਜੇ ਤੱਕ ਹੈਂਡਲ ਕੀਤਾ, ਉਹ ਮੇਰੇ ਖਿਆਲ 'ਚ ਉਦੋਂ ਜਦੋਂ ਆਪਾਂ ਜਿਹੜਾ ਮੈਂ ਲਫ਼ਜ਼ ਯੂਜ਼ ਕਰਾਂ ਵੀ ਉਦੋਂ ਜ਼ਿਆਦਾ ਤਰਾਸ ਦੀ ਜੇ ਡੈਮੋਕ੍ਰੇਸੀ ਦੀ ਜਿਹੜੀ ਸਰਕਾਰ ਆ ਉਹਦੇ ਲਈ ਨਹੀਂ ਹੋ ਸਕਦੀ। ਉਹਨਾਂ ਨੇ ਅੰਦੋਲਨ ਨੂੰ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਹੈਂਡਲ ਕੀਤਾ ਜੀ। ਹਜੇ ਤੱਕ ਅੰਦੋਲਨ ਨੂੰ ਬਹੁਤ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਹੈਂਡਲ ਕੀਤਾ। ਦੀਪ ਸਿੱਧੂ ਮੋਰਚੇ ਤੋਂ ਬਾਅਦ ਅੱਜ ਦਿੱਲੀ ਨੂੰ ਚਾਲੇ ਪਾ ਲਏ ਨੇ, ਜੋ ਕਿਹਾ ਸੀ ਉਹ ਅਸੀਂ ਕਰ ਰਹੇ ਹਾਂ। ਪਰ ਬਹੁਤ ਸਾਰੀਆਂ ਜਥੇਬੰਦੀਆਂ ਹੋਰ ਨੇ, ਬਹੁਤ ਸਾਰੇ ਆਗੂ ਅਜਿਹੇ ਨੇ ਜਿਨ੍ਹਾਂ ਨੂੰ ਕਿਹਾ ਸੀ ਅਸੀਂ ਕਿ ਉਹ ਵੀ ਸਿਰ ਜੋੜਨ ਤੇ ਦਿੱਲੀ ਨਾਲ ਚੱਲਣ, ਪਰ ਉਹਨਾਂ ਵਿੱਚੋਂ ਅੱਜ ਕੋਈ ਆਗੂ ਸਾਨੂੰ ਨਜ਼ਰ ਨਹੀਂ ਆ ਰਿਹਾ ਨਾਲ। ਨਹੀਂ ਜੀ, ਆਉਣਗੇ, ਸਾਰੇ ਆਉਣਗੇ। ਅਸੀਂ ਤਾਂ ਜੋ ਅਸੀਂ ਆਪ ਕਰ ਸਕਦੇ ਹਾਂ। ਸ਼ੰਭੂ ਮੋਰਚੇ ਦੀ ਸਾਰੀ ਟੀਮ ਆ, ਬਾਈ ਹਰਪ੍ਰੀਤ ਆ, ਪਿੱਛੇ ਬਰਾੜ ਸਾਹਿਬ ਆ ਰਹੇ ਆ, ਜੋਗਾ ਸਿੰਘ ਜੀ ਆ ਰਹੇ ਆ, ਅਸੀਂ ਤਾਂ ਸਾਰੇ ਤੁਰ ਪਏ ਆ ਜੀ, ਹਨਾ। ਸੋ ਬਾਕੀ ਜਿੱਥੇ ਕੋਈ ਮੋਰਚਾ, ਜਿੱਥੇ ਕੋਈ ਧਰਨਾ, ਜਿਹੜੇ ਆਗੂ ਆ ਉਹ ਆਪਦੇ ਜੱਥਿਆਂ 'ਚ ਤੁਰ ਪਿਆ। ਅਸੀਂ ਵੱਖਰੇ ਜੱਥੇ ਬਣਾ ਕੇ ਤੁਰੇ ਆ, ਕਿਉਂਕਿ ਇੱਕ ਰਣਨੀਤੀ ਵੀ ਹੁੰਦੀ ਆ ਵੀ ਤੁਸੀਂ ਇੱਕ ਜੱਥੇ 'ਚ ਨਾ ਤੁਰੋ। ਜੱਥੇ ਵੱਖਰੇ ਹੋਣੇ ਚਾਹੀਦੇ ਆ ਤਾਂ ਕਿ ਇੱਕ ਜੱਥਾ ਇੱਕ ਸਿਚੁਏਸ਼ਨ ਨੂੰ ਹੈਂਡਲ ਕਰੇ, ਦੂਜਾ ਜੱਥਾ ਉਹਦੀ ਪਿੱਛੇ ਇੱਕ ਇਨਫੋਰਸਮੈਂਟ ਦੀ ਤਰ੍ਹਾਂ ਕੰਮ ਕਰੇ। ਸੋ ਐਂ 2-3 ਜੱਥਿਆਂ 'ਚ ਅਸੀਂ ਤੁਰੇ ਆ ਤੇ ਬਸ ਤੁਰ ਪਏ ਆ ਫਿਰ ਦਿੱਲੀ ਨੂੰ। ਸ਼ੰਭੂ ਮੋਰਚੇ ਦਾ ਜੱਥਾ ਤਾਂ ਪੂਰਾ ਤੁਰ ਪਿਆ, ਉਹ ਤਾਂ ਪਤਾ ਹੈ। ਪਰ ਜਿਹੜੇ ਹਾਜ਼ਰੀਆਂ ਲਵਾ ਕੇ ਸ਼ੰਭੂ ਮੋਰਚੇ ਤੇ ਗਏ ਨੇ, ਬੇਸ਼ੱਕ ਸੁਖਪਾਲ ਸਿੰਘ ਖਹਿਰਾ ਹੋਣ, ਬੈਂਸ ਬ੍ਰਦਰ ਹੋਣ, ਜਾਂ ਹੋਰ XY ਜਿਹੜੇ ਲੀਡਰਸ ਨੇ ਸਾਡੇ, ਉਹਨਾਂ ਦੇ ਬਾਰੇ ਤੁਸੀਂ ਕੀ ਕਹੋਗੇ ਕਿ ਉਹ ਜੋ ਗੱਲਾਂ ਕਰਕੇ ਗਏ, ਤੁਹਾਨੂੰ ਲੱਗਦਾ ਹੈ ਵੀ ਉਹ ਵੀ ਦਿੱਲੀ ਜਾ ਕੇ ਤੁਹਾਡੇ ਨਾਲ ਬਰਾਬਰੀ ਤੇ ਬੈਠਣਗੇ ਜਿੰਨੀਆਂ ਗੱਲਾਂ ਕਰਕੇ ਗਏ? ਹਾਂਜੀ, ਅਸੀਂ ਤਾਂ ਆਸ ਇਹੀ ਕਰਦੇ ਹਾਂ। ਸਾਡੀ ਸਾਰੀ ਪੋਲੀਟੀਕਲ ਕਲਾਸ ਆ ਜਿਹੜੀ ਪੰਜਾਬ ਦੀ, ਉਹਨਾਂ ਤੋਂ ਆਸ ਇਹੀ ਕਰਦੇ ਹਾਂ ਵੀ ਆਓ ਦਿੱਲੀ ਨੂੰ, ਉੱਥੇ ਆਓ, ਬੈਠੋ ਸਾਡੇ ਨਾਲ, ਆਪਾਂ ਦਿੱਲੀ ਮੋਰਚਾ ਕੱਢੀਏ। ਹੁਣ ਕਦੋਂ ਤੱਕ ਪੰਜਾਬ ਬੈਠੇ ਰਹਾਂਗੇ? ਹੁਣ ਪ੍ਰੈਸ਼ਰ ਪੁਆਇੰਟਸ ਸਾਨੂੰ ਚੇਂਜ ਕਰਨੇ ਪੈਣੇ ਆ, ਨਵੀਂ ਰਣਨੀਤੀ ਡਿਫਾਈਨ ਕਰਕੇ ਨਵੇਂ ਢੰਗ ਅਪਣਾਉਣੇ ਪੈਣੇ ਆ, ਕਿਉਂਕਿ ਜਿਹੜੀ ਸਰਕਾਰ ਨਾਲ ਲੜ ਰਹੇ ਆ ਉੱਥੇ ਲਿਟਰਲੀ ਇਹ ਜਜ਼ਬਾ ਜ਼ਰੂਰੀ ਆ। ਉਹ ਸਰਕਾਰ ਨੇ ਅਦਰਵਾਈਜ਼ ਮੰਨਣਾ ਨਹੀਂ। ਅੰਤ ਦੇ ਵਿੱਚ ਦੇਸ਼ ਵਿਦੇਸ਼ ਦੀ ਜਿਹੜੀ ਸੰਗਤ ਇਸ ਵੇਲੇ ਦੇਖ ਰਹੀ, ਕਿਉਂਕਿ ਦੀਪ ਸਿੱਧੂ ਪੈਦਲ ਹੀ ਜਾ ਰਹੇ ਨੇ। ਅਸੀਂ ਅੰਬਾਲਾ ਆਲਮੋਸਟ ਪਹੁੰਚ ਚੁੱਕੇ ਹਾਂ ਤੇ ਅੰਬਾਲਾ ਰੇਲਵੇ ਸਟੇਸ਼ਨ ਸਾਹਮਣੇ, ਅੰਬਾਲਾ ਕ੍ਰਾਸ ਕਰ ਚੁੱਕੇ ਹਾਂ, ਰੇਲਵੇ ਸਟੇਸ਼ਨ ਸਾਹਮਣੇ ਸਾਨੂੰ ਨਜ਼ਰ ਆ ਰਿਹਾ ਹੈ। ਤੇ ਸੰਗਤ ਨੂੰ ਤੁਸੀਂ ਕੀ ਕਹਿਣਾ ਚਾਹੋਗੇ, ਜਿਹੜੀ ਆਵਾਮ ਅਜੇ ਵੀ ਘਰਾਂ 'ਚ ਬੈਠੀ ਹੈ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਸੰਗਤ ਨੂੰ ਤਾਂ ਮੈਂ ਇਹੀ ਕਹਿਣਾ ਜੀ, ਸਾਨੂੰ ਜਿਵੇਂ ਕੌਮਾਂਤਰੀ ਸਪੋਰਟ ਵੀ ਚਾਹੀਦੀ ਆ, ਹਨਾ। ਉਹਨਾਂ ਨੇ ਸਾਡੀ ਇੰਟਰਨੈਸ਼ਨਲ ਮੀਡੀਆ ਦੇ ਥਰੂ ਉੱਥੇ ਆਵਾਜ਼ ਬੁਲੰਦ ਕਰਨੀ ਆ, ਤੇ ਨਾਲ ਜਿਹੜੀ ਇੱਥੇ ਉਹਨਾਂ ਦੇ ਸਾਰੇ ਰਿਸ਼ਤੇਦਾਰ ਬੈਠੇ ਆ, ਉਹਨਾਂ ਨੂੰ ਕਹੋ ਇਸ ਅੰਦੋਲਨ 'ਚ ਆ ਕੇ ਇਹਦਾ ਹਿੱਸਾ ਬਣ। ਸਾਨੂੰ ਇੱਕ ਬੰਦਾ ਕੀਮਤੀ ਆ ਸਾਡੇ ਲਈ, ਇੱਕ ਬੰਦਾ ਜ਼ਰੂਰੀ ਆ ਸਾਡੇ ਲਈ। ਸੋ ਮੇਰੀ ਤਾਂ ਅਪੀਲ ਇਹੀ ਹੈ ਜੀ ਵੀ ਸਾਡੇ ਪੰਜਾਬ ਦੀ ਹੋਂਦ ਦੀ ਲੜਾਈ ਆ, ਤੇ ਜੇ ਆਪਾਂ ਆਲ ਇੰਡੀਆ ਲੈਵਲ ਤੇ ਦੇਖੀਏ ਤਾਂ ਕਿਸਾਨਾਂ ਦੇ ਲਈ ਉਹਨਾਂ ਦੀ ਜ਼ਮੀਨਾਂ ਦੀ ਲੜਾਈ ਆ, ਉਹਨਾਂ ਦੀ ਧਰਤੀ ਦੀ ਲੜਾਈ ਆ। ਸੋ ਇਸ ਕਰਕੇ ਇਸ ਲੜਾਈ ਨੂੰ ਲੜਨ ਲਈ ਔਖ ਤਾਂ ਝੱਲਣੀ ਪਊ, ਤੇ ਜਜ਼ਬਾ ਬੜਾ ਚਾਹੀਦਾ ਸਾਡੇ ਅੰਦਰ। ਜੇ ਉਹ ਨਹੀਂ ਹੋਊਗਾ ਫਿਰ ਇਹ ਲੜਾਈ ਲੜਨੀ ਬੜੀ ਔਖੀ ਆ। ਤੇ ਹਰਪ੍ਰੀਤ ਦੇਵਗਨ ਵੀ ਸਾਡੇ ਨਾਲ ਨੇ, ਕਿਉਂਕਿ ਬਹੁਤ ਚਿਰ ਇਹਨਾਂ ਨੇ ਸੇਵਾ ਨਿਭਾਈ ਹੈ ਸ਼ੰਭੂ ਮੋਰਚੇ ਦੇ ਉੱਤੇ। ਤੇ ਜਦੋਂ ਦਾ ਸ਼ੰਭੂ ਮੋਰਚਾ ਲੱਗਿਆ, ਤੁਹਾਨੂੰ ਦੱਸ ਦਈਏ ਕਿ ਦਿਨ ਰਾਤ ਇਹ ਸ਼ੰਭੂ ਮੋਰਚੇ ਦੇ ਉੱਤੇ ਹਾਜ਼ਰ ਰਹੇ ਨੇ, ਤਨ ਮਨ ਧਨ ਤੋਂ ਇਹ ਸ਼ੰਭੂ ਮੋਰਚੇ ਦੇ ਨਾਲ ਜੁੜੇ ਹੋਏ ਨੇ, ਤੇ ਦੀਪ ਦੇ ਨਾਲ ਵੀ ਹਮੇਸ਼ਾ ਇਹ ਰਹਿੰਦੇ ਨੇ। ਤੇ ਤੁਸੀਂ ਹੁਣ ਪੈਦਲ ਹੀ ਤੁਰ ਪਏ ਆ ਆਪਾਂ ਦਿੱਲੀ ਨੂੰ, ਤੇ ਕੀ ਸੁਨੇਹਾ ਦਵੋਗੇ ਸੰਗਤ ਨੂੰ? ਅਸੀਂ ਤਾਂ ਚੱਲ ਪਏ ਹਾਂ ਜੀ, ਜਿਹੜੇ ਘਰੇ ਬੈਠੇ ਦੇਖ ਰਹੇ ਨੇ ਉਹ ਵੀ ਆ ਜਾਣ, ਤੇ ਜੋਸ਼ ਵੱਜੇਗਾ, ਸਾਥ ਵੱਜੇਗਾ, ਪ੍ਰੈਸ਼ਰ ਵੱਜੇਗਾ ਸਰਕਾਰ ਤੇ। ਜਿਹਨੇ ਘਰ ਬੈਠੇ ਉਹ ਵੀ ਨਿਕਲੋ, ਆਓ। 2 ਦਿਨ ਜੇ ਔਖ ਚੱਲੋਗੇ ਤੇ ਸਦੀਆਂ ਤੱਕ ਸੌਖੇ ਰਹੋਗੇ। ਆਉਣ ਵਾਲੀ ਪੀੜ੍ਹੀ ਨੂੰ ਘੱਟੋ ਘੱਟ ਇਹ ਕਹਿਣ ਜੋਗੇ ਹੋ ਜਾਊਗਾ ਕਿ ਅਸੀਂ ਆਪਦੀ ਰੋਟੀ ਖਾਤਰ, ਆਪਦੀ ਜ਼ਮੀਨ ਖਾਤਰ ਲੜੇ ਸੀ,
ਜੀ ਜ਼ਮੀਨ ਖਾਤਰ ਲੜੇ ਸੀ। ਤੁਸੀਂ ਦੇਖ ਰਹੇ ਹੋ ਦੀਪ ਵੀ ਪੈਦਲ ਨਿਕਲ ਰਿਹਾ ਹੈ, ਦੇਵਗਨ ਜੀ ਵੀ ਪੈਦਲ ਨੇ ਤੇ ਸੁਨੇਹਾ ਦੇ ਰਹੇ ਨੇ ਉਹਨਾਂ ਲੋਕਾਂ ਨੂੰ, ਉਸ ਆਵਾਮ ਨੂੰ ਜਿਹੜੀ ਘਰਾਂ ਦੇ ਵਿੱਚ ਬੈਠ ਕੇ ਸਿਰਫ ਤੇ ਸਿਰਫ ਟੈਲੀਕਾਸਟ ਦੇਖ ਰਹੀ ਹੈ ਕਿ ਪੈਦਲ ਨਿਕਲ ਗਏ ਨੇ ਦੀਪ ਸਿੱਧੂ, ਹੋਰ ਜਥੇਬੰਦੀਆਂ ਨਿਕਲ ਗਈਆਂ ਨੇ ਪੈਦਲ, ਗੱਡੀਆਂ ਨਿਕਲ ਗਈਆਂ ਨੇ, ਟਰਾਲੀਆਂ ਨਿਕਲ ਗਈਆਂ ਨੇ, ਪਰ ਕਿਤੇ ਨਾ ਕਿਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਗੱਲ ਹੁਣ ਸਾਡੀ ਹੋਣ ਦੀ ਹੈ, ਲੜਾਈ ਸਾਡੀ ਹੋਣ ਦੀ ਹੈ। ਅਗਰ ਅਸੀਂ ਅੱਜ ਵੀ ਘਰਾਂ ਦੇ ਵਿੱਚ ਚੁੱਪ ਕਰਕੇ ਬੈਠੇ ਰਹੇ, ਮੁੱਖ ਦਰਸ਼ਕ ਬਣੇ ਰਹੇ, ਤਾਂ ਕੱਲ ਨੂੰ ਉਹ ਦਿਨ ਦੂਰ ਨਹੀਂ ਹੋਵੇਗਾ ਜਦੋਂ ਅਸੀਂ ਆਪਣੀ ਜ਼ਮੀਨ ਉੱਤੇ ਖੜਨ ਤੋਂ ਪਹਿਲਾਂ ਵੀ 10 ਵਾਰ ਸੋਚਾਂਗੇ। ਦੇਵਗਨ ਜੀ ਕੀ ਕਹੋਗੇ, ਇੰਨਾ ਲੰਬੇ ਸਮੇਂ ਤੋਂ ਮੋਰਚਿਆਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਮੋਰਚਾ ਇਹ ਚੱਲ ਰਿਹਾ ਹੈ, 20 ਤਰ੍ਹਾਂ ਦੇ ਲੋਕ ਆਏ, 20 ਤਰ੍ਹਾਂ ਦੇ ਸਿਆਸੀ ਲੋਕ ਗਏ, ਤੁਹਾਨੂੰ ਲੱਗਦਾ ਜਿੰਨੀਆਂ ਵੱਡੀਆਂ ਵੱਡੀਆਂ ਗੱਲਾਂ ਉਸ ਸ਼ੰਭੂ ਮੋਰਚੇ ਦੇ ਮੰਚ ਤੋਂ ਸਿਆਸੀ ਲੋਕਾਂ ਨੇ ਕੀਤੀਆਂ ਉਹ ਹੁਣ ਦੁੱਧ ਦੀਆਂ ਦੁੱਧ ਪਾਣੀ ਦੀਆਂ ਪਾਣੀ ਹੋਣ ਵਾਲੀਆਂ ਨੇ? ਦੇਖੋ ਇਸ ਤਰ੍ਹਾਂ ਹੈ ਕਿ ਮੇਰੀ ਨਾ ਜ਼ਿੰਦਗੀ ਦਾ ਪਹਿਲਾ ਐਜੀਟੇਸ਼ਨ ਸੀਗੀ ਸ਼ੰਭੂ ਮੋਰਚਾ, ਕਿਉਂਕਿ ਮੈਂ ਇੱਕ ਵਪਾਰਕ ਕੰਮ ਕਿਤੇ ਤੋਂ ਆਉਣਾ ਤੇ ਮੇਰਾ ਕਦੇ ਇੱਦਾਂ ਦਾ ਮਾਹੌਲ ਰਿਹਾ ਨਹੀਂ, ਪਰ ਇਹਨਾਂ 50 ਦਿਨਾਂ ਦੇ ਅੰਦਰ 55 ਦਿਨਾਂ ਦੇ ਅੰਦਰ ਮੇਰੇ ਅੰਦਰ ਬਹੁਤ ਵੱਡਾ ਚੇਂਜ ਆਇਆ। ਕਿਸੇ ਵੀ ਚੀਜ਼ ਨੂੰ ਸਮਝਣ ਦੀ ਜੋ ਮੇਰੇ ਅੰਦਰ ਸਮਝ ਪੈਦਾ ਹੋਈ ਹੈ, ਠੀਕ ਹੈ, ਕਿਸਾਨਾਂ ਦੇ ਦੁੱਖ ਜੋ ਮੈਨੂੰ ਅੱਜ ਸਮਝ ਆ ਰਹੇ ਸ਼ਾਇਦ ਮੈਨੂੰ ਪਹਿਲਾਂ ਸਮਝ ਨਹੀਂ ਆਉਂਦੇ ਸੀ, ਉਹ ਜਦੋਂ ਤੁਸੀਂ ਵਿੱਚ ਹੁੰਦੇ ਹੋ ਤੁਹਾਨੂੰ ਉਦੋਂ ਹੀ ਪਤਾ ਲੱਗਦਾ। ਬਾਕੀ ਗੱਲ ਜਿਹੜੀ ਹੈਗੀ ਲੀਡਰਾਂ ਦੀ ਗੱਲ, ਮੈਂ ਨਾ ਇੱਥੇ ਦੇਖਦਾ ਕਿ ਇਹਨਾਂ ਦੇ ਨਾ ਵਿੱਚ ਬਹੁਤ ਵੱਡੀ ਹਉਮੈ ਆ, ਠੀਕ ਹੈ, ਇਹ ਬਹੁਤ ਆਪਦੇ ਆਪ ਨੂੰ ਸੁਪਰੀਮ ਸਮਝਦੇ ਨੇ, ਐਲੀਟ ਸਮਝਦੇ ਨੇ, ਇਹ ਗੱਲਾਂ ਕਰਦੇ ਨੇ, ਪਰ ਅੱਜ ਤੁਰਦੇ ਕਿੱਥੇ ਨੇ? ਅੱਜ ਆਣ ਤੁਰਨ, ਅੱਜ ਅਗਰ 117 MLA ਇੱਥੇ ਤੁਰਦੇ, ਜੇ 115 ਨੇ ਮਤਾ ਪਾਇਆ ਜੀ, 115 MLA ਇੱਥੇ ਖੜੇ ਹੁੰਦੇ, ਅੱਜ 13 MP ਨਾਲ ਖੜੇ ਹੁੰਦੇ, ਸਾਰਾ ਪੰਜਾਬ ਖੜਾ ਹੁੰਦਾ, ਕੀ ਪ੍ਰੈਸ਼ਰ ਬਿਲਡ ਨਹੀਂ ਹੋ ਸਕਦਾ? ਬਿਲਕੁਲ। ਉਹ ਸਿਆਸੀ ਲੰਚ ਕਰ ਰਹੇ ਨੇ, ਮੈਂ ਕੱਲ ਦੇਖਿਆ ਜੀ ਨਵਜੋਤ ਸਿੰਘ ਸਿੱਧੂ ਜੀ ਕੈਪਟਨ ਸਾਹਿਬ ਨਾਲ ਲੰਚ ਕਰ ਰਹੇ ਨੇ, ਫਿਰ ਉਸ ਤੋਂ ਬਾਅਦ ਜੋਗਰਾਜ ਸਿੰਘ ਜੀ ਨਾਲ ਫੋਟੋਆਂ ਸ਼ੇਅਰ ਹੋ ਰਹੀਆਂ ਨੇ। ਅਸੀਂ ਇੱਥੇ ਆਪਦੀ ਰੋਟੀ ਖਾਤਰ ਲੜ ਰਹੇ ਹਾਂ, ਉੱਥੇ 3600 ਤਰ੍ਹਾਂ ਦੇ ਪਕਵਾਨ ਟੇਬਲ ਦੇ ਉੱਤੇ ਰੱਖ ਕੇ ਉਹ ਸਾਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਨੇ, ਕੀ ਕਹਿਣਾ ਚਾਹੁੰਦੇ ਨੇ? ਉਹ ਕੀ ਸਾਨੂੰ ਆਪਦੀ ਐਲੀਟਨੈਸ ਦਿਖਾ ਰਹੇ ਨੇ ਜਾਂ ਸਾਡੀ ਇਸ ਐਜੀਟੇਸ਼ਨ ਦਾ ਮਜ਼ਾਕ ਉਡਾ ਰਹੇ ਨੇ? ਉਹ ਸਿਰਫ ਇਹ ਦਿਖਾ ਰਹੇ ਨੇ ਵੀ ਤੁਸੀਂ ਆਪਣੇ ਜੋਸ਼ ਦੇ ਨਾਲ ਮੋਰਚੇ ਲਗਾਈ ਜਾਓ ਤੇ ਅਸੀਂ ਤੁਹਾਨੂੰ ਸਹਾਨੁਭੂਤੀ ਦਿੰਦੇ ਰਵਾਂਗੇ, ਆਪਣੇ ਦਫ਼ਤਰਾਂ 'ਚ ਬੈਠ ਕੇ ਕਹਿੰਦੇ ਰਹਾਂਗੇ ਕਿ ਅਸੀਂ ਤੁਹਾਡੇ ਨਾਲ ਆ, ਪਰ ਆ ਕੇ ਸੜਕਾਂ ਉੱਤੇ ਤੁਰ ਨਹੀਂ ਸਕਦੇ, ਖੜ ਨਹੀਂ ਸਕਦੇ, ਜੋ ਕਿ ਸਾਨੂੰ ਸਾਫ਼ ਨਜ਼ਰ ਆ ਰਿਹਾ ਹੈ। ਕਿਉਂਕਿ ਅਗਰ ਕੈਪਟਨ ਸਰਕਾਰ ਵਾਕਈ ਹੀ ਸੀਰੀਅਸ ਹੁੰਦੀ ਹੈ, ਕੈਪਟਨ ਸਾਹਿਬ ਵਾਕਈ ਸੀਰੀਅਸ ਹੁੰਦੇ, ਜਿੱਦਾਂ ਕਹਿੰਦੇ ਨੇ ਕਿ ਬੜਾ ਦਰਦ ਰੱਖਦੇ ਨੇ ਉਹ ਕਿਸਾਨਾਂ ਦਾ, ਤਾਂ ਉਹਨਾਂ ਦਾ ਫਰਜ਼ ਸੀਗਾ ਕਿ ਕਿਸਾਨ ਜਥੇਬੰਦੀਆਂ ਜਦੋਂ ਤੁਰੀਆਂ ਤਾਂ ਉਹਨਾਂ ਦੇ ਅੱਗੇ ਪੰਜਾਬ ਪੁਲਿਸ ਲੱਗੀ ਹੁੰਦੀ ਉਹਨਾਂ ਨੂੰ ਗਾਰਡ ਕਰਨ ਵਾਸਤੇ, ਫੇਰ ਪਤਾ ਲੱਗਦਾ ਕਿ ਹਾਂ ਵਾਕਈ ਹੀ ਕੈਪਟਨ ਸਾਹਿਬ ਪੰਜਾਬ ਦੇ ਹੱਕ ਵਿੱਚ ਨੇ। ਅੰਤ ਵਿੱਚ ਪੰਜਾਬ ਦੀ ਆਵਾਮ ਨੂੰ, ਜੋ ਵੀ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਤੁਹਾਨੂੰ ਦੇਖ ਰਹੀ ਹੈ, ਕੀ ਮੈਸੇਜ ਦਊਂਗੇ? ਮੈਂ ਇੱਕੋ ਗੱਲ ਕਹਿਣਾ ਚਾਹੁੰਦਾ, ਸੱਤਾ ਨਾ ਬੰਦੇ ਨੂੰ ਔਰੰਗਜ਼ੇਬ ਬਣਾ ਦਿੰਦੀ ਹੈ, ਤੇ ਜਿੰਨੇ ਸਾਡੇ ਲੀਡਰ ਨੇ ਔਰੰਗਜ਼ੇਬ ਤੋਂ ਘੱਟ ਹੈ ਨਹੀਂਗੇ, ਠੀਕ ਹੈ। ਜੇ ਇਹਨਾਂ ਦੇ ਅੰਦਰ ਮਾੜੀ ਮੋਟੀ ਵੀ ਸ਼ਰਮ ਹੈਗੀ ਆ, ਮਾੜੀ ਮੋਟੀ ਵੀ ਇਹਨਾਂ ਦੇ ਅੰਦਰ ਇਨਸਾਨੀਅਤ ਹੈਗੀ, ਤਾਂ ਅੱਜ ਉਤਰਨ ਨਾਲ ਤੁਰਨ, ਇਹ ਸੁਨੇਹਾ ਦੇਣ ਕਿ ਅਸੀਂ ਇਹਨਾਂ ਲੱਖਾਂ ਕਿਸਾਨਾਂ ਦੇ ਨਾਲ ਆ ਜਿਹੜੇ ਸੜਕਾਂ ਦੇ ਉੱਤੇ ਆਪਦੀ ਰੋਜੀ ਰੋਟੀ ਲਈ ਲੜ ਰਹੇ ਨੇ, ਠੀਕ ਹੈ। ਤੇ ਬਾਕੀ ਦੇਸ਼ ਵਿਦੇਸ਼ ਦੇ ਜਿਹੜੇ ਦੋਸਤ ਸੱਜਣ ਮਿੱਤਰ ਭਰਾ ਹੈਗੇ ਆ, ਉਹਨਾਂ ਨੂੰ ਮੈਂ ਇਹ ਗੱਲ ਕਹੂੰਗਾ ਜੀ ਕਿ ਮੈਂ ਇੱਕ ਸਧਾਰਨ ਬੰਦਾ, ਮੇਰੇ ਅੰਦਰ ਇੰਨਾ ਚੇਂਜ ਆ ਸਕਦਾ ਜੇ 2 ਮਹੀਨੇ ਦੇ ਵਿੱਚ, ਤਾਂ ਤੁਸੀਂ ਤਾਂ ਇਹਨਾਂ ਵਿੱਚੋਂ ਹੀ ਨਿਕਲ ਕੇ ਗਏ ਹੋਏ ਹੋ। ਤੁਸੀਂ ਸਾਥ ਦਿਓ, ਸਭ ਨਾਲ ਖੜੋ, ਕੋਈ ਪਾਰਟੀਬਾਜ਼ੀ ਨਹੀਂ, ਕੋਈ ਜਥੇਬੰਦੀ ਨਹੀਂ, ਕੋਈ ਕੁਛ ਨਹੀਂ, ਕੋਈ ਸ਼ੰਭੂ ਮੋਰਚਾ ਨਹੀਂ, ਕੋਈ ਕਿਸਾਨ ਜਥੇਬੰਦੀ ਨਹੀਂ, ਸਾਰੇ ਇਕੱਠੇ ਆ ਜੀ। ਪੰਜਾਬ ਤੇ ਹਰਿਆਣੇ ਦੇ ਕਿਸਾਨ ਵੀ ਇਕੱਠੇ ਆ ਅਸੀਂ, ਉਹ ਜਿਹੜੇ ਲੀਡਰ ਉੱਪਰ ਬਹਿ ਕੇ ਆਪਣੀ ਆਕਾਵਾਂ ਦੇ ਹੁਕਮ ਮੰਨ ਰਹੇ ਨੇ, ਪਰ ਅੰਦਰੋਂ ਕਿਸਾਨ ਇਕੱਠੇ ਨੇ, ਤੇ ਬਹੁਤ ਜਲਦੀ ਮੈਨੂੰ ਲੱਗਦਾ ਕਿ ਫਤਿਹ ਪਾ ਕੇ ਹੀ ਮੁੜਾਂਗੇ। ਬਹੁਤ ਜਲਦੀ ਅਸੀਂ ਫਤਿਹ ਪਾ ਕੇ ਹੀ ਦਿੱਲੀ ਤੋਂ ਮੁੜਾਂਗੇ। ਤੇ ਮੈਂ ਅੰਤ ਦੇ ਵਿੱਚ ਇਹੀ ਗੱਲ ਕਹਾਂਗਾ ਕਿ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਬੇਨਤੀ ਕਰ ਰਹੀ ਸੀ, ਮੈਨੂੰ ਰਾਤ ਨੂੰ ਵੀ ਕਾਲਸ ਆਈਆਂ ਨੇ UK ਤੋਂ, ਜਿਹੜੇ ਕਹਿ ਰਹੇ ਸੀ ਕਿ ਭਾਜੀ ਰੇਤਾ ਪੱਟਣ ਵਾਲੇ ਜਿਹੜੇ ਵੱਡੇ ਟਿੱਪਰ ਹੁੰਦੇ ਨੇ, ਮਸ਼ੀਨ ਹੁੰਦੀ ਹੈ, ਉਹ ਲੈ ਕੇ ਤੁਸੀਂ ਜਾਇਓ ਤੇ ਪੈਸਾ ਅਸੀਂ ਭੇਜਾਂਗੇ। ਪਰ ਬਿਨਾਂ ਕਿਸੇ ਜ਼ੋਰ ਤੋਂ ਹੀ ਅਸੀਂ ਮੋਰਚਾ ਫਤਿਹ ਕਰ ਲਿਆ ਹੈ, ਦਿੱਲੀ ਵੱਲ ਨੂੰ ਕੂਚ ਕਰ ਚੁੱਕੇ ਹਾਂ, ਚੜ੍ਹਾਈ ਕਰਨੀ ਦਿੱਲੀ ਤੇ ਸ਼ੁਰੂ ਕਰ ਦਿੱਤੀ ਹੈ। ਬੈਰੀਅਰ ਲੱਗੇ ਹੋਣ, ਚਾਹੇ ਉਹਨਾਂ ਨੇ ਲੋਹੇ ਦੀਆਂ ਗੱਡੀਆਂ ਖੜੀਆਂ ਕੀਤੀਆਂ ਹੋਣ, ਚਾਹੇ ਸਲੈਬਾਂ ਲਾਈਆਂ ਹੋਣ ਪੱਥਰ ਦੀਆਂ, ਸਭ ਕੁਝ ਨੇਸ ਤੋਂ ਨਾਬੂਦ ਕਰਕੇ ਹੁਣ ਕਿਸਾਨ ਜਥੇਬੰਦੀਆਂ ਤੇ ਕਿਸਾਨ ਤੁਰ ਪਏ ਨੇ ਦਿੱਲੀ ਵੱਲ ਨੂੰ। ਹਰ ਅਪਡੇਟ ਤੁਹਾਨੂੰ ਗੁਰਬਾਣੀ ਅਖੰਡ ਬਾਣੀ ਦਿੱਤੀ ਅੱਗੇ ਵੀ ਦੇਵਾਂਗੇ। ਪ੍ਰੋਗਰਾਮ ਤੁਹਾਨੂੰ ਕਿੱਦਾਂ ਲੱਗਿਆ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ। ਬਣੇ ਰਹਿਣਾ ਗੁਰਬਾਣੀ ਅਖੰਡ ਬਾਣੀ ਦੇ ਨਾਲ, ਤੇ ਜਾਗਦੀਆਂ ਜ਼ਮੀਰਾਂ ਵਾਲੇ ਆਪਣੇ ਪਰਿਵਾਰ 'ਚ ਇੱਕ ਮੈਂਬਰ ਜ਼ਰੂਰ ਇਹਨਾਂ ਮੋਰਚਿਆਂ ਵਿੱਚ ਭੇਜੋ, ਦਿੱਲੀ ਭੇਜਦਾ ਕਰੋ, ਤਾਂ ਜੋ ਦਿੱਲੀ ਨੂੰ ਪਤਾ ਲੱਗ ਸਕੇ ਪੰਜਾਬ ਦੀ ਪੰਜਾਬੀਅਤ ਅਜੇ ਤੱਕ ਜਿਉਂਦੀ ਹੈ, ਜਾਗਦੀ ਹੈ, ਕਲਗੀਧਰ ਦੇ ਵਾਰਸ ਅਜੇ ਤੱਕ ਜਿਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਇਹ ਕਦੇ ਨਹੀਂ ਸੋਚਣਾ ਚਾਹੀਦਾ ਕਿ ਕਿਸਾਨ ਨੌਜਵਾਨ ਹੁਣ ਚੁੱਪ ਕਰਕੇ ਬੈਠਣਗੇ, ਕਿਸਾਨਾਂ ਨਾਲ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਹੁਣ ਬਰਦਾਸ਼ਤ ਨਹੀਂ ਕੀਤੀ ਜਾਏਗੀ। ਜਿੱਦਾਂ ਹਜ਼ੂਮ ਦਿੱਲੀ ਵੱਲ ਤੁਰਿਆ ਹੈ, ਟਰਾਲੀਆਂ ਦੀਆਂ ਟਰਾਲੀਆਂ ਦਿੱਲੀ ਵੱਲ ਜਾ ਰਹੀਆਂ ਨੇ, ਉਸ ਤੋਂ ਤੁਹਾਨੂੰ ਆਪ ਅੰਦਾਜ਼ਾ ਹੋ ਜਾਣਾ ਚਾਹੀਦਾ ਹੈ ਕਿ ਹੁਣ
ਦਿੱਲੀ ਗੋਡਿਆਂ ਭਾਰ ਆਏਗੀ ਹੀ ਆਏਗੀ। ਤੇ ਅਸੀਂ ਪੰਜਾਬੀ ਆਪਣੀ ਖੁਦ ਮੁਖਤਿਆਰੀ ਦੀ ਜਿਹੜੀ ਗੱਲ ਕਰਦੇ ਆ ਉਹ ਸਿਰਫ ਆਪਣੇ ਵਾਸਤੇ ਨਹੀਂ, ਸਾਰੇ ਪੰਜਾਬ ਵਾਸਤੇ, ਪੰਜਾਬੀ ਬੋਲਦੇ ਇਲਾਕਿਆਂ ਵਾਸਤੇ ਲੈ ਕੇ ਰਹਾਂਗੇ। ਤੇ ਜੇ ਲੋੜ ਪਈ ਕੱਲ ਨੂੰ ਪੰਜਾਬੀ ਬੋਲਦੇ ਇਲਾਕੇ ਜਿਹੜੇ ਹੈ ਨੇ ਉਹ ਵੀ ਇਕਜੁੱਟ ਇੱਕ ਮੁੱਠ ਕਰਾਂਗੇ। ਜਿਹੜਿਆਂ ਵਿੱਚ ਪਾੜ ਪਾਇਆ ਸੀ ਇਹਨਾਂ ਨੇ ਆਪਣੀ ਗੰਦੀ ਸਿਆਸਤ ਦੇ ਕਰਕੇ ਟਰੱਕਾਂ ਦੇ ਟਰੱਕ ਦੇਖੋ ਭਰੇ ਹੋਏ ਜਾ ਰਹੇ ਨੇ। ਇਹ ਦਿੱਲੀ ਦੀ ਹਿੱਕ ਤੇ ਚੱਲੇ ਨੇ ਝੰਡਾ ਕੱਢਣ ਵਾਸਤੇ, ਨੇਜਾ ਕੱਢਣ ਵਾਸਤੇ, ਜੋ ਹਮੇਸ਼ਾ 10 ਕੁ ਸਾਲਾਂ ਬਾਅਦ ਉਛਲਦੀ ਹੈ, ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ, ਆਪਣਾ ਰੋਬ ਝਾੜਦੀ ਹੈ ਤੇ ਸਾਡੀਆਂ ਜ਼ਮੀਨਾਂ ਜਾਇਦਾਦਾਂ ਹਥਿਆਣ ਨੂੰ ਤੁਰੀ ਹੋਈ ਹੈ। ਬਣੇ ਰਹੋ ਗੁਰਬਾਣੀ ਅਖੰਡ ਬਾਣੀ ਦੇ ਨਾਲ, ਹੋਰ ਵੀ ਨਜ਼ਾਰੇ ਤੁਹਾਨੂੰ ਵਿਖਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਕਦੇ ਹੋ ਟਰਾਲੀਆਂ ਤੇ ਟਰਾਲੀਆਂ ਹੁਣ ਤੋਂ ਇੱਕ ਤੋਂ ਬਾਅਦ ਇੱਕ ਦਿੱਲੀ ਵੱਲ ਨੂੰ ਕੂਚ ਕਰਦੀਆਂ ਹੋਈਆਂ ਤੇ ਮੋਟਰਸਾਈਕਲਾਂ ਉੱਤੇ ਵੀ ਨੌਜਵਾਨ ਦਿੱਲੀ ਵੱਲ ਨੂੰ ਜਾਂਦੇ ਹੋਏ। ਰਾਈਟ ਸਾਈਡ, ਰੌਕ ਸਾਈਡ, ਹਰ ਪਾਸਿਓਂ ਹਜ਼ੂਮ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਚਾਲੇ ਪਾ ਚੁੱਕਿਆ ਹੈ। ਤੇ ਦਿੱਲੀ ਸਰਕਾਰ ਅੱਗੇ, ਮੋਦੀ ਸਰਕਾਰ ਅੱਗੇ ਇਹੀ ਕਹਾਂਗੇ ਕਿ ਤੁਸੀਂ ਆਪਣਾ ਜਾਬਰਾਂ ਵਾਲਾ ਰਵੱਈਆ ਛੱਡ ਦਿਓ, ਕਿਉਂਕਿ ਹੁਣ ਕਿਸਾਨ ਆਪਣੀਆਂ ਮੰਗਾਂ ਦੇ ਨਾਲ ਨਾਲ ਆਪਣੇ ਹੱਕ ਲਏ ਬਿਨਾਂ ਵਾਪਸ ਨਹੀਂ ਆਣਗੇ। ਸਾਡੇ ਨਾਲ ਇੱਕ ਵੀਰ ਨੇ, ਕਿਉਂਕਿ ਅਸੀਂ ਸ਼ੰਭੂ ਬੈਰੀਅਰ ਤੋਂ ਤਕਰੀਬਨ 10-15 ਕਿਲੋਮੀਟਰ ਅੰਦਰ ਅੰਬਾਲੇ ਤੱਕ ਪਹੁੰਚ ਗਏ ਸੀ ਤੁਰਦੇ ਤੁਰਦੇ ਦੀਪ ਦੇ ਨਾਲ, ਤੇ ਅਸੀਂ ਗੱਡੀ ਹੁਣ ਚੱਕਣ ਵਾਸਤੇ ਵਾਪਸ ਜਾ ਰਹੇ ਹਾਂ। ਤਾਂ ਇੱਕ ਵੀਰ ਸਾਡੇ ਨਾਲ ਹਰਿਆਣੇ ਤੋਂ ਹੀ ਹੈ ਜੋ ਸਾਨੂੰ ਬਾਈਕ ਦੇ ਉੱਤੇ ਡ੍ਰੌਪ ਕਰ ਰਹੇ ਨੇ ਵਾਪਸ, ਤੇ ਤੁਹਾਨੂੰ ਅਸੀਂ ਨਜ਼ਾਰਾ ਦਿਖਾ ਰਹੇ ਹਾਂ ਕਿ ਕਿੱਦਾਂ ਨੌਜਵਾਨ ਸੜਕਾਂ ਉੱਤੇ ਗਰੁੱਪ ਬਣਾ ਕੇ ਹੱਥ 'ਚ ਝੰਡੀਆਂ ਫੜ ਕੇ ਖੜੇ ਹੋਏ ਨੇ। ਟਰਾਲੀਆਂ ਤੇ ਟਰਾਲੀਆਂ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ ਜੋ ਦਿੱਲੀ ਨੂੰ ਜਾ ਰਹੀਆਂ ਨੇ, ਤੇ ਅਸੀਂ ਪਲ ਪਲ ਦੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਕਿਉਂਕਿ ਦਿੱਲੀ ਨੇ ਸ਼ਾਇਦ ਇਹ ਸੋਚਿਆ ਸੀ, ਮੋਦੀ ਨੇ ਸ਼ਾਇਦ ਇਹ ਸੋਚਿਆ ਸੀ ਅੰਬਾਨੀਆਂ ਅਡਵਾਨੀਆਂ ਦੇ ਤਲਵੇ ਚੱਟ ਕੇ ਉਹ ਕਿਸਾਨਾਂ ਨੂੰ ਬੇਵਕੂਫ ਬਣਾ ਲੈਣਗੇ। ਜਿਹੜਾ ਕਿਸਾਨਾਂ ਨੂੰ ਮੋਰਚੇ ਲਾਉਣ ਵਾਲਿਆਂ ਨੂੰ ਦਲਾਲ ਆਖਿਆ ਸੀ, ਅੱਜ ਉਹ ਕਿਸਾਨ ਹਿੱਕ ਠੋਕ ਕੇ ਮੋਦੀ ਸਰਕਾਰ ਨੂੰ ਇਹਨਾਂ ਅੰਬਾਨੀਆਂ ਅਡਾਨੀਆਂ ਦੇ ਦਲਾਲ ਦੱਸ ਰਹੇ ਨੇ ਤੇ ਕਹਿ ਰਹੇ ਨੇ ਕਿ ਹੁਣ ਦਿੱਲੀ ਪਹੁੰਚ ਕੇ ਜਦੋਂ ਅਸੀਂ ਮੋਰਚੇ ਲਾਣੇ ਆ ਉਦੋਂ ਦਿੱਲੀ ਨੂੰ ਪਤਾ ਲੱਗਣਾ ਆ ਕਿ ਕਿਸ ਭਾਵ ਦਿਖਦਾ ਆ। ਕਿਉਂਕਿ ਇਹਨਾਂ ਨੇ ਅੱਜ ਤੱਕ ਸ਼ਾਂਤਮਈ ਪ੍ਰਦਰਸ਼ਨ ਹੁੰਦੇ ਦੇਖੇ ਤੇ ਸ਼ਾਂਤਮਈ ਪ੍ਰਦਰਸ਼ਨ ਲੈ ਕੇ ਹੀ ਦਿੱਲੀ ਤੱਕ ਕਿਸਾਨ ਜਾਣਗੇ। ਪਰ ਜੇਕਰ ਦਿੱਲੀ ਨਾ ਸੰਭਲੀ, ਜੇਕਰ ਦਿੱਲੀ ਨਾ ਮੰਨੀ, ਜੇਕਰ ਦਿੱਲੀ ਨੇ ਆਪਣੀ ਗੰਦੀ ਰਣਨੀਤੀ ਰਾਜਨੀਤੀ ਨਾ ਸੁਧਾਰੀ, ਤਾਂ ਫਿਰ ਇਹੀ ਕਿਸਾਨ ਦਿੱਲੀ ਨੂੰ ਆਪਣੇ ਤਰੀਕੇ ਸਮਝਾਣਗੇ ਤੇ ਗੋਡਿਆਂ ਥੱਲੇ ਨੱਪਣਗੇ। ਆਲਮੋਸਟ ਪਹੁੰਚ ਗਏ ਆ ਮੁੜ ਅਸੀਂ ਸ਼ੰਭੂ ਬੈਰੀਅਰ ਤੇ। ਤੁਸੀਂ ਵੇਖ ਸਕਦੇ ਹੋ ਕਿ ਇੱਥੇ ਵੀ ਵੱਡੀ ਗਿਣਤੀ ਦੇ ਵਿੱਚ ਅਜੇ ਵੀ ਟਰਾਲੀਆਂ ਲੱਗੀਆਂ ਹੋਈਆਂ ਨੇ, ਨੌਜਵਾਨ ਲੱਗੇ ਹੋਏ ਨੇ, ਗੱਡੀਆਂ ਆ ਰਹੀਆਂ ਨੇ ਤੇ ਹਰ ਕੋਈ ਪੂਰੇ ਜੋਸ਼ ਵਿੱਚ ਨਜ਼ਰ ਆ ਰਿਹਾ ਹੈ ਕਿ ਅਸੀਂ ਇਸ ਵਾਰ ਦਿੱਲੀ ਨੂੰ ਨਹੀਂ ਛੱਡਦੇ, ਇਸ ਵਾਰ ਅਸੀਂ ਦਿੱਲੀ ਫਤਿਹ ਕਰਨੀ ਹੀ ਕਰਨੀ ਹੈ। ਤੇ ਦਿੱਲੀ ਫਤਿਹ ਕਰਨ ਵਾਸਤੇ ਸੰਗਤਾਂ ਨਿਕਲ ਗਈਆਂ ਨੇ, ਕਿਉਂਕਿ ਇਹ ਲੜਾਈ ਸਿਰਫ ਜੱਟਾਂ ਦੀ ਜਾਂ ਸਿੱਖਾਂ ਦੀ ਨਹੀਂ, ਇਹ ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ ਸਾਰੇ ਜਿੰਨੇ ਵੀ ਪੰਜਾਬ ਦੀ ਮਿੱਟੀ ਨਾਲ ਤਾਲੁਕ ਰੱਖਦੇ ਨੇ, ਪੰਜਾਬੀ ਬੋਲਦੇ ਇਲਾਕਿਆਂ ਨਾਲ ਤਾਲੁਕ ਰੱਖਦੇ ਨੇ, ਉਹਨਾਂ ਦੀ ਲੜਾਈ ਹੈ। ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਜਾਤਾਂ ਪਾਤਾਂ ਧਰਮਾਂ ਨੂੰ ਇੱਕ ਪਾਸੇ ਰੱਖ ਕੇ ਇਕਜੁੱਟਤਾ ਵਿਖਾਈਏ ਤੇ ਇਹਨਾਂ ਮੋਰਚਿਆਂ ਦੇ ਵਿੱਚ ਪਹੁੰਚੀਏ। ਦਿੱਲੀ ਮੋਰਚਾ ਅਜਿਹਾ ਲਾਈਏ ਕਿ ਸਰਕਾਰ ਨੂੰ ਸਮਝ ਆ ਜਾਵੇ ਕਿ ਉਹਨੇ ਪੰਗਾ ਲਿੱਤਾ ਕਿਸ ਦੇ ਨਾਲ ਹੈ। ਅੱਗੇ ਬੈਰੀਅਰ ਲੱਗੇ ਹੋਏ ਨੇ ਤੇ
ਤੁਸੀਂ ਕੱਢ ਲਓ, ਨਹੀਂ ਰੋਕਦੇ ਤੁਹਾਨੂੰ। ਤੁਸੀਂ ਕੱਢ ਲਓ, ਨਹੀਂ ਰੋਕਦੇ ਤੁਹਾਨੂੰ। ਚਲੋ 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 ਤੁਸੀਂ ਚਲੋ। ਹਜ਼ੂਮ ਨੌਜਵਾਨਾਂ ਦਾ ਮੋਟਰਸਾਈਕਲਾਂ ਉੱਤੇ ਬਾਬੇ ਬਜ਼ੁਰਗ ਹਰ ਕੋਈ ਦਿੱਲੀ ਵੱਲ ਨੂੰ ਚਾਲੇ ਪਾ ਚੁੱਕਿਆ ਹੈ। ਅਸੀਂ ਮੁੜ ਸ਼ੰਭੂ ਬੈਰੀਅਰ ਤੇ ਪਹੁੰਚ ਗਏ ਹਾਂ। ਅੰਬਾਲਾ ਰੇਲਵੇ ਸਟੇਸ਼ਨ ਤੋਂ ਯੂ ਟਰਨ ਲੈ ਕੇ ਆ ਚੁੱਕੇ ਹਾਂ ਤੇ ਤੁਸੀਂ ਦੇਖ ਸਕਦੇ ਹੋ CRPF ਇੱਥੇ ਵੀ ਵੱਡੇ ਪੱਧਰ ਉੱਤੇ ਲੱਗੀ ਹੋਈ ਹੈ। ਤੇ ਤੁਸੀਂ ਬਾਈ ਜੀ ਬਸ ਉਹ ਅੱਗੇ ਕਾਰਨਰ ਤੇ ਰੋਕ ਦਿਓ ਗੱਡੀ ਤੇ ਉੱਥੋਂ ਅਸੀਂ ਲੰਘ ਜਾਾਂਗੇ। ਤੁਸੀਂ ਬੈਰੀਅਰ ਚਾਹੇ ਨਾ ਕ੍ਰਾਸ ਕਰਿਓ ਤੇ ਖੁੱਲ੍ਹਾ ਹੀ ਹੈ, ਕਰ ਲਓ ਕ੍ਰਾਸ ਕਰਨਾ ਤਾਂ। ਹੁਣ ਅੱਗੇ ਤੁਸੀਂ ਯੂ ਟਰਨ ਲੈ ਕੇ ਹੀ ਆ ਜਿਓ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਵੀ 5 ਮਿੰਟ ਅਸੀਂ ਲੈਣੇ ਆ, ਕਿਉਂਕਿ ਧੰਨਵਾਦ ਤੁਹਾਡਾ ਬਹੁਤ ਬਹੁਤ। ਤੁਸੀਂ ਅੰਬਾਲੇ ਤੋਂ ਸਾਨੂੰ ਵਾਪਸ ਡ੍ਰੌਪ ਕਰਨ ਆਏ ਹੋ, ਕਿਉਂਕਿ ਅਸੀਂ ਤਾਂ ਸੰਗਤ ਦੇ ਨਾਲ ਤੁਰਦੇ ਤੁਰਦੇ ਲੰਘ ਗਏ ਸੀ ਬਹੁਤ ਅੱਗੇ ਤੱਕ। ਤੇ ਉਰੇ ਤੁਸੀਂ ਦੇਖ ਸਕਦੇ ਹੋ ਹੁਣ ਵੀ ਵੱਡੀ ਗਿਣਤੀ ਦੇ ਵਿੱਚ। ਦੱਸੋ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ? ਇਹਨਾਂ ਨੂੰ ਵਿਚਾਰਿਆਂ ਨੂੰ ਕਿਉਂ ਟੰਗਿਆ? ਇੱਕ ਪਾਸੇ ਕਰੋਨਾ ਮਹਾਮਾਰੀ ਦੀ ਗੱਲ ਕਰਦੇ ਨੇ, ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ। ਹੁਣ ਦੱਸੋ ਕਿਹੜਾ ਸੋਸ਼ਲ ਡਿਸਟੈਂਸ ਹੈ ਤੇ ਕਿਹਨਾਂ ਦੇ ਮਾਸਕ ਲੱਗੇ ਹੋਏ ਨੇ? ਅੱਧਿਆਂ ਕੀ ਦੇ ਮਾਸਕ ਲੱਗੇ ਹੋਏ ਨੇ? ਰੋਕ ਦਿਓ। ਤੇ ਸਾਡਾ ਆਪਣਾ ਫਰਜ਼ ਬਣਦਾ ਹੈ ਕਿ ਅਸੀਂ ਜਿਹੜੀ ਰਣਨੀਤੀ ਅਪਣਾਉਣੀ ਹੈ ਉਹ ਰਣਨੀਤੀ ਸੋਚ ਸਮਝ ਕੇ ਅਪਣਾਈਏ, ਲੋਕਾਂ ਨੂੰ ਬੇਵਕੂਫ ਨਾ ਬਣਾਈਏ। ਪਹਿਲਾਂ ਤਾਂ ਇਸ ਵੀਰ ਨਾਲ ਗੱਲ ਕਰਾਂਗੇ। ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਭਰਾ, ਤੁਸੀਂ ਅੰਬਾਲੇ ਤੋਂ ਸਾਨੂੰ ਇੱਥੇ ਤੱਕ ਬੈਰੀਅਰ ਤੱਕ ਛੱਡਿਆ। ਕੀ ਕਹੋਗੇ ਸੰਗਤ ਨੂੰ? ਬਸ ਮੈਂ ਇਹੀ ਕਹਿਣਾ, ਸਾਰੀ ਸੰਗਤ ਨੂੰ ਤਿਆਰੀ ਕਰ ਲੈਣੀ ਚਾਹੀਦੀ ਹੈ। ਇਹ ਮੰਨਣ ਵਾਲਾ ਤਾਂ ਹੈ ਨਹੀਂ ਮੋਦੀ, ਕਿਉਂਕਿ ਪੂਰਾ ਹੰਕਾਰ 'ਚ ਹੈ। ਇਸ ਕਰਕੇ ਮੈਂ ਵੀ ਨਿਊਜ਼ ਸੁਣ ਕੇ ਆਇਆ ਸੀ। ਮੈਂ ਮਹਿਲਾ ਵਾਲੀ ਤੋਂ ਆਇਆ ਵਾਂ ਜੀ ਤੇ ਮੈਂ ਦੇਖਿਆ ਵੀ ਸ਼ੰਭੂ ਬਾਰਡਰ ਤੇ ਬੜਾ ਦਿਖਾ ਰਹੇ ਆ ਵੀ ਬੈਰੀਕੇਡ ਕਰ ਰਹੇ ਆ, ਪੱਥਰ ਰੱਖ ਰਹੇ ਆ। ਫਿਰ ਮੈਂ ਵੀ ਆਪਣਾ ਫਰਜ਼ ਪੂਰਾ ਕਰਨ ਵਾਸਤੇ ਮੈਂ ਵੀ ਆਪਣੇ ਬੈਗ 'ਚ 2 ਸੂਟ ਪਾਏ ਤੇ ਮੈਂ ਕਿਹਾ ਮੈਂ ਵੀ ਦਿੱਲੀ ਚੱਲਦਾ ਫਿਰ। ਬਿਲਕੁਲ ਜੀ, ਇਹਨਾਂ ਨੇ ਖਬਰ ਦੇਖੀ ਤੇ ਇਹਨਾਂ ਨੇ ਵੀ ਸੋਚਿਆ ਕਿ ਮੇਰਾ ਵੀ ਫਰਜ਼ ਬਣਦਾ, ਕਿਉਂਕਿ ਪੰਜਾਬ ਦੀ ਮਿੱਟੀ ਨਾਲ ਮੈਂ ਵੀ ਜੁੜਿਆ ਆ। ਬੇਸ਼ੱਕ ਅਸੀਂ ਹਰਿਆਣੇ ਦੇ ਹੋਈਏ, ਅਸੀਂ ਹਿਮਾਚਲ ਦੇ ਹੋਈਏ ਜਾਂ ਪੰਜਾਬ ਦੇ ਹੋਈਏ, ਕਿਉਂਕਿ ਪੰਜਾਬੀ ਬੋਲਦਾ ਯਾਰ ਇਲਾਕਾ ਇੱਕ ਸੀ, ਸਾਡਾ ਪੰਜਾਬੀ ਸੂਬਾ ਇੱਕ ਸੀ। ਨੌਹਾਂ ਨਾਲੋਂ ਮਾਸ ਕਦੇ ਅਲੱਗ ਨਹੀਂ ਹੁੰਦਾ। ਇਹ ਗੰਦੀਆਂ ਸਰਕਾਰਾਂ ਜਿੰਨੀਆਂ ਮਰਜ਼ੀ ਨੀਤੀਆਂ ਬਣਾ ਲੈਣ, ਰਣਨੀਤੀਆਂ ਬਣਾ ਲੈਣ, ਪਰ ਹੁਣ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਿੱਲੀ ਦੀ ਹਿੱਕ ਤੇ ਜਾ ਕੇ ਮੋਰਚਾ ਕੱਢਣ ਵਾਲੀ ਹੈ। ਸ਼ੰਭੂ ਤੋਂ ਅਸੀਂ ਉੱਠ ਗਏ ਆ, ਸ਼ੰਭੂ ਵੀ ਲੱਗਿਆ ਆ, ਪਰ ਆਵਾਮ ਸਾਰੀ ਹੁਣ ਦਿੱਲੀ ਵੱਲ ਕੂਚ ਕਰ ਚੁੱਕੀ ਹੈ। ਟਰਾਲੀਆਂ ਜਾ ਰਹੀਆਂ ਨੇ, ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਵੀ ਬੈਰੀਅਰ ਦੇ ਉੱਤੇ ਬਹੁਤ ਵੱਡੀ ਗਿਣਤੀ ਤੇ ਪੁਲਿਸ ਬਲ ਤੈਨਾਤ ਹੈ, CRPF ਤੈਨਾਤ ਹੈ, ਬਿਠਾਈ ਹੋਈ ਹੈ। ਸਵੇਰੇ ਕਿਹਾ ਜਾ ਰਿਹਾ ਸੀ ਕਰੋਨਾ ਕਰਕੇ ਕਿਸਾਨਾਂ ਨੂੰ ਅਨੁਰੋਧ ਕੀਤਾ ਜਾਂਦਾ ਆ ਕਿ ਉਹ ਅੱਗੇ ਨਾ ਜਾਣ, ਵਾਪਸ ਜਾਣ। ਕਰੋਨਾ ਮਹਾਮਾਰੀ ਦਾ ਸਹਾਰਾ ਲਿਆ ਜਾ ਰਿਹਾ ਸੀ। ਹੁਣ ਦੱਸੋ ਵੀ ਆ ਪੂਰੀ ਲਾਈਨ ਦੇ ਵਿੱਚ, ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਦਿਖਾਣ ਜ਼ਰੂਰ, CRPF ਦੇ ਜਵਾਨ, ਪੁਲਿਸ ਦੇ ਜਵਾਨ ਪੂਰੀ ਇੱਕ ਕਤਾਰ ਦੇ ਵਿੱਚ ਬੈਠੇ ਹੋਏ ਨੇ, ਬਿਲਕੁਲ ਜੁੜ ਕੇ ਇੱਕ ਦੂਜੇ ਦੇ ਨਾਲ। ਹੁਣ ਦੱਸੋ ਵੀ ਸੋਸ਼ਲ ਡਿਸਟੈਂਸ ਕਿੱਥੇ ਹੈ, ਜਾਂ ਅਸੀਂ ਕਹਿ ਸਕਦੇ ਹਾਂ ਕਿ ਕਰੋਨਾ ਮਹਾਮਾਰੀ ਕਿੱਥੇ ਹੈ? ਕਿਉਂਕਿ ਸਵੇਰੇ ਬੜਾ ਵੱਡੇ ਪੱਧਰ ਦੇ ਉੱਤੇ ਇਸ ਚੀਜ਼ ਨੂੰ ਪ੍ਰਚਾਰਿਆ ਜਾ ਰਿਹਾ ਸੀ, ਅਨਾਉਂਸ ਕੀਤਾ ਜਾ ਰਿਹਾ ਸੀ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹੀ ਕਿ किसानों से अनुरोध किया जाता है, कोरोना महामारी का डर है, इसीलिए धारा 144 का उल्लंघन ना किया जाए, वापस अपने अपने घरों को लौटा जाए। तो जो गल्लां खट्टर सरकार ਵੱਲੋਂ ਕੀਤੀਆਂ ਜਾ ਰਹੀਆਂ ਸੀ, ਜਾਂ ਕਹਿ ਸਕਦੇ ਸੀ ਜੋ ਆਦੇਸ਼ ਪੁਲਿਸ ਪ੍ਰਸ਼ਾਸਨ ਨੂੰ ਦਿੱਤੇ ਵਿਚਾਰੇ, ਕਿਉਂਕਿ ਉਹ ਵੀ ਸਾਡੇ ਭਰਾ ਨੇ, ਉਹਨਾਂ ਨੇ ਵੀ ਆਪਣਾ ਫਰਜ਼ ਨਿਭਾਉਣਾ ਹੈ। ਜੋ ਉਹ ਅਨਾਉਂਸ ਕਰ ਰਹੇ ਸੀ, ਅੱਜ ਪੁਲਿਸ ਅਤੇ ਪ੍ਰਸ਼ਾਸਨ ਆਪ ਉਸ ਚੀਜ਼ ਦੀਆਂ ਧੱਜੀਆਂ ਉਡਾਉਂਦਾ ਹੋਇਆ ਦਿਖਾ ਰਿਹਾ। ਪਿੱਛੇ ਵੀ ਵੀਰ ਬੈਠੇ ਹੋਏ ਨੇ, ਤੁਸੀਂ ਦੇਖ ਸਕਦੇ ਹੋ ਸੋਸ਼ਲ ਡਿਸਟੈਂਸ ਕਿੱਥੇ ਹੈ, ਕਿੰਨਾ ਕੀ ਹੈ। ਪਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਮੋਰਚਿਆਂ ਦੇ ਨਾਲ ਰਹੀਏ, ਅਸੀਂ ਇਹਨਾਂ ਮੋਰਚਿਆਂ ਦੇ ਵਿੱਚ ਸ਼ਾਮਿਲ ਹੋਈਏ, ਦਿੱਲੀ ਨੂੰ ਦੱਸੀਏ, ਦਿੱਲੀ ਨੂੰ ਜਤਾਈਏ, ਦਿੱਲੀ ਨੂੰ ਦਿਖਾਈਏ ਕਿ ਅਸੀਂ ਚੁੱਪ ਕਰਕੇ ਹੁਣ ਬੈਠਣ ਵਾਲੇ ਨਹੀਂ ਆ। ਕੁਝ ਪੁਲਿਸ ਦੇ ਵੀਰ ਹੈ ਨੇ ਜੋ ਆਪਣਾ ਚਿਹਰਾ ਲੁਕਾਉਂਦੇ ਹੋਏ ਨਜ਼ਰ ਆ ਰਹੇ ਨੇ, ਤੇ ਮੈਂ ਚਲੋ ਜੀ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਹਰ ਉਹ ਆਪਣਾ ਵਿਚਾਰੇ ਫਰਜ਼ ਨਿਭਾ ਰਹੇ ਨੇ, ਲੈਟ them ਡੂ। ਆਓ, ਕਿਉਂਕਿ ਪੁਲਿਸ ਅਤੇ ਪ੍ਰਸ਼ਾਸਨ ਵਾਲਿਆਂ ਨੂੰ ਇਹੀ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜੀਆਂ ਗੱਲਾਂ ਨੂੰ ਲੈ ਕੇ ਸਵੇਰੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਸੀਗਾ, ਉਹ ਗੱਲਾਂ ਦੇ ਵਿੱਚ ਉਹ ਆਪ ਹੀ ਗਲਤ ਸਾਬਿਤ ਹੋ ਰਹੇ ਨੇ। ਕਿਉਂਕਿ ਸਵੇਰੇ जोर ਨਾਲ लाउड स्पीकर पे लग्या हुआ सीगा कि किसानों से अनुरोध किया जाता है कि कोरोना वायरस की महामारी फैली हुई है, धारा 144 लगी हुई है, 4 से ज़्यादा बंदे आगे ना आए। तो हुण पुलिस बल आप एक लाइन में बैठे है, तो हुण धारा 144 कित्थे गई, ਹੁਣ ਕਰੋਨਾ ਮਹਾਮਾਰੀ ਕਿੱਥੇ ਗਈ? ਹੁਣ ਇੱਥੋਂ ਪਤਾ ਲੱਗ ਜਾਂਦਾ ਇਹ ਖੱਟੜ ਸਰਕਾਰ ਦੀਆਂ ਆਪਣੀਆਂ ਨੀਤੀਆਂ ਕੀ ਹੈ। ਜਿੱਦਾਂ ਕਹਿੰਦੇ ਸੀ ਕਿ ਖੱਚਰ ਸਰਕਾਰ ਇਹ, ਤੇ ਖੱਚਰ ਸਰਕਾਰ ਹੀ ਆ, ਉਹਦੇ ਵਿੱਚ ਕੋਈ ਦੁਰਾਹੇ ਨਹੀਂ ਹੈ। ਪਰ ਤੁਸੀਂ ਹਜ਼ੂਮ ਦੇਖ ਸਕਦੇ ਹੋ, ਅਸੀਂ ਵਾਪਸ ਪਹੁੰਚ ਗਏ ਹਾਂ।
ਸੈਂਕੜੇ ਟਰਾਲੀਆਂ ਪਹਿਲਾਂ ਤੁਹਾਨੂੰ ਦਿਖਾ ਦਿੱਤੀਆਂ ਤੇ ਹੁਣ ਵੀ ਟਰਾਲੀਆਂ ਤੇ ਟਰਾਲੀਆਂ ਜਾਈ ਜਾਂਦੀਆਂ ਨੇ, ਨੌਜਵਾਨ ਜਾਈ ਜਾਂਦੇ ਨੇ ਇੱਕ ਤੋਂ ਬਾਅਦ ਇੱਕ ਦਿੱਲੀ ਫਤਿਹ ਕਰਨ ਵਾਸਤੇ। ਤੇ ਇਹ ਹੁਣ ਤੈਅ ਕਰ ਲਿਆ ਇਹਨਾਂ ਨੇ ਕਿ ਇਹ ਦਿੱਲੀ ਫਤਿਹ ਕਰਕੇ ਹੀ ਆਣਗੇ। ਚਲੋ ਚਲੋ ਚਲੋ। ਤੇ ਹੁਣ ਬੈਟਰੀ ਥੋੜੀ ਸਾਡੀ ਵੀ ਲੋ ਹੋ ਰਹੀ ਹੈ ਲੱਗੇ ਹੋਏ ਆ ਸਵੇਰ ਦੇ, ਪਰ ਜਿੰਨੀ ਹਿੰਮਤ ਹੋਈ ਉਨੀ ਦੇਰ ਤੱਕ ਅਸੀਂ ਕਵਰੇਜ ਕਰ ਰਹੇ ਹਾਂ ਤੇ ਕਰਦੇ ਰਹਾਂਗੇ ਤੇ ਤੁਹਾਡੇ ਤੱਕ ਪਲ ਪਲ ਦੀ ਅਪਡੇਟ ਪਹੁੰਚਾਉਂਦੇ ਰਹਾਂਗੇ। ਸਵੇਰੇ ਜਦੋਂ ਵਾਟਰ ਕੈਨਨ ਇਸਤੇਮਾਲ ਕੀਤਾ ਜਾ ਰਿਹਾ ਸੀ, ਜਦੋਂ ਆਂਸੂ ਗੈਸ ਸੁੱਟੀ ਜਾ ਰਹੀ ਸੀ, ਉਦੋਂ ਵੀ ਅਸੀਂ ਤੁਹਾਡੇ ਰੂਬਰੂ ਸੀ ਤੇ ਹੁਣ ਵੀ ਤੁਹਾਡੇ ਰੂਬਰੂ ਹਾਂ। ਤੇ ਉਮੀਦ ਇਹੀ ਕਰਦੇ ਹਾਂ ਕਿ ਇਹ ਜੋ ਹਜ਼ੂਮ ਹੁਣ ਦਿੱਲੀ ਵੱਲ ਨੂੰ ਤੁਰਿਆ ਹੈ, ਇਸ ਦੇ ਨਾਲ ਦਿੱਲੀ ਨੂੰ ਜ਼ਰੂਰ ਫਰਕ ਪੈਣ ਵਾਲਾ ਹੈ, ਦਿੱਲੀ ਨੂੰ ਹੱਥਾਂ ਪੈਰਾਂ ਦੀ ਪੈਣ ਵਾਲੀ ਹੈ ਤੇ ਦਿੱਲੀ ਹੁਣ ਤੀਜੀ ਦਿੱਲੀ ਬਣਨ ਵਾਸਤੇ ਤਿਆਰ ਹੋ ਜਾਵੇ, ਕਿਉਂਕਿ ਪੰਜਾਬ ਦੇ ਪੰਜਾਬੀ ਹੁਣ ਪਹੁੰਚਣ ਲੱਗੇ ਨੇ। ਨਾ ਹਿੰਦੂ ਪਹੁੰਚ ਰਿਹਾ, ਨਾ ਮੁਸਲਮਾਨ, ਨਾ ਸਿੱਖ, ਨਾ ਈਸਾਈ, ਨਾ ਬੋਧੀ, ਨਾ ਜੈਨੀ। ਹੁਣ ਪੰਜਾਬ ਦਾ ਪੰਜਾਬੀ ਆਪਣੇ ਹੱਕ ਲੈਣ ਵਾਸਤੇ ਦਿੱਲੀ ਪਹੁੰਚਣ ਵਾਲਾ ਹੈ। ਦੇਖ ਸਕਦੇ ਹੋ ਨੌਜਵਾਨਾਂ ਵਿੱਚ ਜੋਸ਼, ਜਜ਼ਬਾ। ਦਿੱਲੀ ਚੱਕ ਦਿਆਂਗੇ, ਸਾਰਿਆਂ ਦੇ ਵਿੱਚ ਇਹੀ ਜਜ਼ਬਾ ਹੈ ਕਿ ਦਿੱਲੀ ਚੱਕ ਦਿਆਂਗੇ। ਤੇ ਹੁਣ ਦੇਖਣਾ ਇਹ ਹੋਵੇਗਾ ਕਿ ਦਿੱਲੀ ਸਰਕਾਰ ਅੱਗੇ ਕੀ ਰਣਨੀਤੀ ਇਖਤਿਆਰ ਕਰਦੀ ਹੈ, ਕੀ ਰਣਨੀਤੀ ਅਪਣਾਉਂਦੀ ਹੈ। ਇੱਕ ਵਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਧਰਲਾ ਨਜ਼ਾਰਾ ਦਿਖਾਣ ਤੇ ਉਸ ਤੋਂ ਬਾਅਦ ਅਸੀਂ ਮੋਰਚਾ ਫਤਿਹ ਕਰੀਏ। ਟਰਾਲੀਆਂ ਤੇ ਟਰਾਲੀਆਂ ਜਾ ਰਹੀਆਂ ਨੇ, ਹਜ਼ੂਮ ਲਗਾਤਾਰ ਵਧ ਰਿਹਾ ਹੈ ਅੱਗੇ ਦਿੱਲੀ ਵੱਲ। ਉਧਰ ਹੀ ਚੱਲੀਏ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।